ਫਤਿਹ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਮਾਰਾ ਚੜ੍ਹਦੀਆਂ ਕਲਾ ਪੱਕੇ ਨਾਮ ਦਾਤੀਆਂ ਤਤਾ ਬਚੇ ਉਠੇ ਮਾਰ ਕਿਰਪਾ ਵਾਹਿਗੁਰੂ। करिए शुरू गोरकी साहब। हाँ जी डीजे साहब शुरू कर। हाँ जी की बोल रहे थे? मैं क्या शुरू करिए आप। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। वाहिगुरू जी का खालसा वाहिगुरू जी की फतेह। हाँ जी की कह रहे थे आप? मैं क्या शुरू करिए आप। हाँ जी टाइम हो गए। ਹਾਂ ਅੱਜ ਆਪਾਂ ਜਿਹੜੇ ਹੈਗੇ ਨਾਮਦੇਵ ਜੀ ਦੇ ਜਿਹੜੇ ਸ਼ਬਦ ਆਪਾਂ ਆਸਾ ਰਾਗ ਦੇ ਵਿੱਚ ਲੈ ਰਹੇ ਸੀਗੇ। ਕੱਲ ਆਪਾਂ ਨੇ ਜਿਹੜਾ ਹੈਗਾ ਉਹਨਾਂ ਦੇ 2 ਸ਼ਬਦ ਲਏ ਸੀਗੇ। ਇੱਕ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਵੀ ਉਹ ਮਾਲਕ ਪਰਮਾਤਮਾ ਹੀ ਹਰ ਜਗ੍ਹਾ ਤੇ ਪਰਮਾਤਮਾ ਹੀ ਹੈਗਾ ਤੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਮਿਲਣ ਦੇ ਵਾਸਤੇ ਜਿਹੜਾ ਹੈਗਾ ਕਿਵੇਂ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਨਹੀਂ ਦਿਸਦਾ ਤੇ ਉਹਦੇ ਨਾਲ ਆਪਾਂ ਨੇ ਇੱਕਮਿਕ ਹੋਣਾ ਹੈ। ਇਹਦੇ ਬਾਰੇ ਜਿਹੜੇ ਹੈਗੇ ਮਹਾਰਾਜ ਜਿਹੜੇ ਹੈਗੇ ਅੱਜ ਆਪਾਂ ਨੂੰ ਗਿਆਨ ਦੇ ਰਹੇ। ਆਸਾ ਅੰਗ ਜਿਹੜੇ ਹੈਗੇ 485 485। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ। ਕਾਤੀ ਕਹਿੰਦੇ ਆ ਕੈਂਚੀ। ਕਹਿੰਦੇ ਜਿਵੇਂ ਕੱਪੜਾ ਹੁਣ ਨਾਮਦੇਵ ਜੀ ਕੱਪੜੇ ਅੰਬਰੇ ਰੰਗ ਦੇ ਸੀਗੇ ਤੇ ਕਹਿੰਦੇ ਕਿ ਮੇਰਾ ਮਨ ਜਿਹੜਾ ਹੈਗਾ ਨਾ ਮੇਰਾ ਮਨ ਗਜ ਹੈਗਾ। ਗਜ ਕਹਿੰਦੇ ਜਿਹੜੇ ਜਿਹਦੇ ਨਾਲ ਕੱਪੜਾ ਨਾਪਦੇ ਉਹ ਜਿਹੜਾ ਪਤਲਾ ਜਿਹਾ ਹੁੰਦਾ ਅੱਜ ਕੱਲ੍ਹ ਮੀਟਰ ਹੁੰਦਾ ਪਹਿਲਾਂ ਗਜ ਚੱਲਦਾ ਸੀਗਾ। ਕਹਿੰਦੇ ਮਨ ਮੇਰੋ ਗਜ ਮੇਰਾ ਮਨ ਗਜ ਹੈਗਾ ਮੈਂ ਮਨ ਨੂੰ ਲਾਉਣਾ ਹੈ ਨਾਲ ਤੇ ਜੀਭ ਜਿਹੜੀ ਹੈ ਜਿਹਵਾ ਮੇਰੀ ਕਾਤੀ ਜੀਭ ਕੈਂਚੀ ਆ। ਵਾਹਿਗੁਰੂ ਬੋਲਦੀ ਹੈ ਮਨ ਸੁਣਦਾ ਹੈ ਮਨ ਨਾਲ ਲੱਗਿਆ ਹੈ ਮਨ ਨੇ ਨਾਪਣਾ ਹੈਗਾ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ ਮਪ ਕਾਟੋ ਜਮ ਕੀ ਫਾਸੀ। ਆ ਇੱਕ ਤਰੀਕਾ ਹੈਗਾ ਕਹਿੰਦੇ ਜਿਹਦੇ ਨਾਲ ਕਿ ਇਹ ਜਮ ਜਿਹੜਾ ਹੈਗਾ ਇਹ ਮਾਇਆ ਜਿਹੜੀ ਹੈਗੀ ਆ ਇਹ ਕਾਲ ਜਿਹੜਾ ਹੈਗਾ ਜਿਹੜੀ ਖੇਡ ਮਾਲਕ ਨੇ ਪਾਈ ਹੋਈ ਆ ਉਹਦੀਆਂ ਜਿਹੜੀਆਂ ਹੈਗੀਆਂ ਬਰੀਕ ਮੋਹ ਦੀਆਂ ਤਾਰਾਂ ਜਿਹੜੀਆਂ ਹੈਗੀਆਂ ਉਹ ਮੈਂ ਕੱਟਦਾ ਆ। ਕਿਵੇਂ ਤਾਰਾਂ ਕੱਟੀਆਂ ਜਾਂਦੀਆਂ ਇਹਦੇ ਨਾਲ ਭਾਈ ਇਹ ਜਿਹੜਾ ਹੈਗਾ ਪਰਮੇਸ਼ਰ ਦੇ ਨਾਮ ਦੇ ਨਾਲ। ਕਿਉਂਕਿ ਤਾਰਾਂ ਜਿਹੜੀਆਂ ਹੈਗੀਆਂ ਮੋਹ ਦੀਆਂ ਹੈਗੀਆਂ ਪਦਾਰਥਾਂ ਦੀਆਂ ਹੈਗੀਆਂ ਚੋਗੇ ਦੀਆਂ ਹੈਗੀਆਂ ਅਟੈਚਮੈਂਟ ਦੀਆਂ ਹੈਗੀਆਂ ਆਪਣੀਆਂ। ਉਹ ਜਿਹੜਾ ਹੈਗਾ ਧਿਆਨ ਜਿਹੜਾ ਹੈਗਾ ਜਦ ਮਨ ਜਿਹੜਾ ਹੈਗਾ ਨਾਮ ਵੱਲ ਨੂੰ ਧਿਆਨ ਲਾ ਲਿਆ ਮਨ ਨੇ ਤੇ ਉਹ ਜਿਹੜੀਆਂ ਹੈਗੇ ਆ ਵਿਚਾਰ ਜਿਹੜੇ ਹੈਗੇ ਮੋਹ ਦੇ ਅਟੈਚਮੈਂਟ ਦੇ ਉਹਨਾਂ ਨੇ ਜਿਹੜਾ ਹੈਗਾ ਉੱਡ ਜਾਣਾ ਹੈ। ਐਵੇਂ ਦੇ ਜਿਹੜੇ ਹੈਗੇ ਜਮ ਦੀ ਫਾਹੀ ਜਿਹੜੀ ਹੈਗੀ ਨਾਮਦੇਵ ਜੀ ਆਪਾਂ ਨੂੰ ਨੁਕਤਾ ਦੇ ਰਹੇ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਮੈਂ ਤਾਂ ਇਸ ਤਰੀਕੇ ਦੇ ਨਾਲ ਫਾਹੀ ਕੱਟੀ ਆ ਭਾਈ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ ਮਪ ਕਾਟੋਂ ਕੇ ਨਾਪ ਕੇ ਕੱਟ ਰਿਹਾ ਮੈਂ। ਇਹ ਸਲੋ ਪ੍ਰੋਸੈਸ ਹੈ ਇੱਕਦਮ ਪੜਾਕਾ ਨਹੀਂ ਪੈਣਾ। ਮਨ ਮੇਰੋ ਗਜ ਜਿਹਵਾ ਮੇਰੀ ਕਾਤੀ ਮਪ ਕਾਟੋਂ ਜਮ ਕੀ ਫਾਸੀ ਕਹਾਂ ਕਰੋ ਜਾਤੀ ਕਹਿ ਕਰੋ ਪਾਤੀ। ਮੈਨੂੰ ਕੀ ਕਰਾਂ ਮੈਂ ਜਾਤ ਦਾ ਉੱਚੀ ਜਾਤ ਦਾ ਨੀਵੀਂ ਜਾਤ ਦਾ ਆ ਬ੍ਰਾਹਮਣਾਂ ਦੀ ਪਾਤੀ ਹੈਗੀ ਜੀ ਆ ਜਿਹੜੀ ਸ਼ੂਦਰਾਂ ਦੀ ਪਾਤੀ ਹੈ। ਕਹਿੰਦੇ ਮੈਂ ਕੀ ਕਰਨਾ ਹੈ ਜਾਤੀ ਪਾਤੀ ਦੇ ਨਾਲ। ਕਹਾਂ ਕਰੋ ਜਾਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪੋਂ ਦਿਨ ਰਾਤੀ। ਕਹਿੰਦੇ ਮੈਂ ਤਾਂ ਭਾਈ ਇੱਕੋ ਕੰਮ ਕਰਦਾ ਮਾਲਕ ਪਰਮਾਤਮਾ ਜਿਹੜਾ ਰਮਿਆ ਹੋਇਆ ਰਾਮ ਸਾਰਿਆਂ ਦੇ ਵਿੱਚ ਹੈਗਾ ਜਿਹੜਾ ਰਾਮ ਜਿਹਨੇ ਦੁਨੀਆ ਬਣਾਈ ਹੋਈ ਆ ਉਹਦਾ ਨਾਮ ਕਹਿੰਦੇ ਦਿਨ ਰਾਤ ਮੈਂ ਜਪਦਾ ਹਾਂ। ਹੁਣ ਦਿਨ ਰਾਤ ਜਿਹੜਾ ਹੈਗਾ ਇਹ ਮੁਹਾਵਰਾ ਹੈਗਾ। ਦਿਨ ਰਾਤ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਰਾਤ ਦਿਨ ਰਾਤ ਇਹ ਬਾਰ ਆਊਗਾ। ਇਹਦੇ ਨਾਲ ਆਪਾਂ ਨੇ ਘਬਰਾਉਣਾ ਨਹੀਂ ਹੈ। ਨਹੀਂ ਤਾਂ ਕਹੇ ਵੀ ਦਿਨ ਰਾਤ ਮੈਂ ਤਾਂ ਜੀ ਆ ਵੀ ਮੈਂ ਤਾਂ ਕੰਮ ਵੀ ਕਰਨੇ ਆ ਮੈਂ ਬੱਚਿਆਂ ਨੂੰ ਦੇਖਣਾ ਹੈ ਪੜਾਉਣਾ ਹੈ ਸਕੂਲ ਨੌਕਰੀ ਕਰਨੀ ਆ ਸਾਰਾ ਕੁਝ ਜਿਹੜਾ ਹੈਗਾ ਦਿਨ ਰਾਤ ਦਾ। ਜਿਵੇਂ ਹੁਣ ਜਿਹੜਾ ਹੈਗਾ ਦੇਖੋ ਕੋਈ ਜਿਹੜਾ ਹੈਗਾ ਇੱਕ ਤਰਖਾਣ ਹੁੰਦਾ ਹੈ ਤਰਖਾਣ ਜਿਹੜਾ ਹੈਗਾ ਜਾ ਕੇ ਜਿਹੜਾ ਹੈਗਾ ਬੈਠਾ ਹੈ ਉਹ ਜਿਹੜਾ ਹੈਗਾ ਕਰੀ ਜਾ ਰਿਹਾ ਆਪਣੇ ਜਿਹੜੇ ਹੈਗੇ ਪਹਿਲਾਂ ਜਿਹੜੇ ਹੈਗੇ ਹਲਾਂ ਦੇ ਵਿੱਚ ਜਿਹੜੇ ਹਲ ਤਿਆਰ ਕਰਦਾ ਸੀਗਾ ਫਿਰ ਫਾਲੇ ਬਣਾਉਂਦਾ ਫਿਰ ਜਿਹੜਾ ਹੈਗਾ ਹੋਰ ਜਿਹੜੇ ਹੈਗੇ ਆਪਣੇ ਰੰਬੇ ਹੋਰ ਜਿਹੜੀਆਂ ਦਾਤੀਆਂ ਦੂਤੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਤੇ ਮੰਜੇ ਤੇ ਉਹਦੇ ਮਿੱਤਰ ਕਹਿੰਦੇ ਕੀ ਰਾਮ ਸਿਆ ਤੂੰ ਦਿਨ ਰਾਤ ਜਿਹੜਾ ਹੈਗਾ ਇਹੀ ਕੰਮ ਕਰੀ ਜਾਂਦਾ ਹੈ ਕਦੀ ਦੋਸਤਾਂ ਦੇ ਨਾਲ ਵੀ ਤਾਂ ਬਹਿ ਜਾਇਆ ਕਰ ਕਦੀ। ਹੁਣ ਉਹ ਕੋਈ ਦਿਨ ਰਾਤ ਜਿਹੜਾ ਇਹੀ ਕੰਮ ਕਰਦਾ ਹੈ ਉਹ ਤਾਂ ਸੌਂਦਾ ਵੀ ਹੈ ਸਾਰਾ ਕੁਛ ਕਰਦਾ ਹੈ। ਆ ਭਾਈ ਦਿਨ ਰਾਤ ਵਾਲੀ ਗੱਲ। ਦਿਨ ਰਾਤ ਜਿਹੜਾ ਹੈਗਾ ਇਹਦਾ ਮਤਲਬ ਆ ਜਿੱਥੇ ਤੇਰੇ ਅੰਦਰ
तेरा बेंट ऑफ माइंड है, जिथे तेरे मन की जिहड़ी हैगी है खिच पई हुई है, उस जगह ते नाम लैके जा। वो खिच परमात्मा वाल दी होनी चाहिए। रहाओ मन मेरो गज जिहवा मेरी काती, मप मप काटों जम की फांसी, कहाँ करों जाती कह करों पाती, राम को नाम जपों दिन राती। रहाओ। हाँ जी विच। हाँ जी साध संगत जी, ਅੱਜ फिर ਆਪਾਂ ਜਿਹੜੀ ਬਾਣੀ ਦੀ ਵਿਚਾਰ ਕਰਨੀ ਆ। ਭਗਤ ਨਾਮਦੇਵ ਜੀ ਸਾਨੂੰ ਕੀ ਸਮਝਾ ਰਹੇ ਨੇ? ਉਹ ਕਹਿ ਰਹੇ ਨੇ ਕਿ ਦੇਖੋ ਉਤਲੀਆਂ ਤੁਕਾਂ ਵਿੱਚ ਉਹਨਾਂ ਨੇ ਬੜੇ ਕਲੀਅਰਲੀ ਸਾਨੂੰ ਸਮਝਾਇਆ ਹੈ ਕਿ ਜਿਹੜਾ ਅਧਿਆਤਮਿਕ ਸਫ਼ਰ ਹੈ ਨਾ, ਇੱਥੇ ਕਿਰਿਆ ਕਰਨੀ ਪਊਗੀ। ਮਤਲਬ ਇਹ ਦੇਖੋ ਪਤਾ ਕੀ ਹੈ, ਬੰਦਾ ਇੱਕ ਸ਼ੂਦਰ ਆ। ਹੁਣ ਇੱਥੇ ਕੱਟਣ ਦੀ ਗੱਲ ਕਰਦੇ ਆ, ਕਿਹੜੀ ਚੀਜ਼ ਕੱਟਾਂਗੇ? ਜਿਹੜੀ ਚੀਜ਼ਾਂ ਚੰਗੀਆਂ ਨਹੀਂ ਆ। ਹੁਣ ਜਿੱਦਾਂ ਬਗੀਚੇ ਵਿੱਚ ਗਲਤ ਚੀਜ਼ ਉੱਗ ਜਾਂਦੀ ਆ, ਉਹਨੂੰ ਕੱਟਦੇ ਨਾ ਆਪਾਂ ਰੰਬੀ ਦੇ ਨਾਲ। ਪਰ ਇੱਥੇ ਉਹਨਾਂ ਨੇ ਆਪਣੀ ਭਾਸ਼ਾ ਵਰਤੀ। ਉਹ ਕਹਿੰਦੇ ਆ ਕਿ ਮੈਂ ਗੱਜ ਦੇ ਨਾਲ ਮਿਲਾਂਗਾ, ਫਿਰ ਉਹਨੂੰ ਕੱਟਾਂਗਾ। ਮਿਲਣ ਦਾ ਮਤਲਬ ਵਿਚਾਰ ਕਰਾਂਗਾ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਜਿਹੜੀਆਂ ਮੈਨੂੰ ਜਾਮੇ ਵਾਲੇ ਲੈ ਕੇ ਜਾ ਰਹੀਆਂ ਨੇ, ਇਹਨਾਂ ਦਾ ਹਿਸਾਬ ਕਿਤਾਬ ਹੋਵੇਗਾ। ਠੀਕ ਹੈ ਨੀ ਸਾਹਿਬ? ਕੋਈ ਵੀ ਚੀਜ਼ ਆ, ਅਸਕਰ ਇੱਥੇ ਆਪਾਂ ਕੋਈ ਮਾੜਾ ਕੰਮ ਕਰਾਂਗੇ ਤਾਂ ਹੀ ਤਾਂ ਪੁਲਿਸ ਫੜ ਕੇ ਖੜਦੀ ਨਾ, ਉਹਨਾਂ ਸਾਰਿਆਂ ਨੂੰ ਥੋੜੀ ਖੜਦੀ ਹੈ। ਬਿਲਕੁਲ ਇਸੇ ਹੀ ਤਰ੍ਹਾਂ ਜੰਮ ਦੀ ਫਾਂਸੀ ਕੀ ਹੈ ਕਿ ਜਿੱਥੇ ਅਸੀਂ ਆਪਣੇ ਆਪ ਨੂੰ ਦੇਖਣਾ ਹੈ ਕਿ ਸਾਡੇ ਜੀਵਨ ਦੀ ਦਿਸ਼ਾ ਕੀ ਹੈ, ਆਪਾਂ ਕਿੱਧਰ ਜਾ ਰਹੇ ਹਾਂ। ਜੇ ਤੇ ਆਪਾਂ ਸਹੀ ਹੈ ਤੇ ਫਿਰ ਤੇ ਕੋਈ ਟੈਨਸ਼ਨ ਨਹੀਂ ਆ। ਪਰ ਜੇ ਕੋਈ ਆਪਾਂ ਏਦਾਂ ਦਾ ਕੰਮ ਕਰਦੇ ਹਾਂ, ਕੱਲ ਨੂੰ ਉਹਦੇ ਨਾਲ ਸੰਸਕਾਰ ਪੈਦਾ ਹੋਣੇ ਆ, ਔਰ ਫਿਰ ਤੇ ਸਾਨੂੰ ਵਿਚਾਰ ਕਰਨੀ ਪਊ। ਜੇ ਨਹੀਂ ਵਿਚਾਰ ਕਰ ਰਹੇ ਆ, ਫਿਰ ਉਹ ਜਿਹੜੀ ਚੀਜ਼ ਆ ਉਹਨੇ ਵਧਣਾ ਹੈ, ਉਹਨੇ ਘਟਣਾ ਥੋੜੀ ਹੈ। ਇਸੇ ਲਈ ਬਾਣੀ ਦੇ ਵਿੱਚ ਖਾਸ ਕਰਕੇ ਜਦੋਂ ਗੁਰੂ ਬਾਣੀ ਉਚਾਰਨ ਕਰਦੇ ਨੇ ਬ੍ਰਹਮ ਗਿਆਨੀ, ਤੇ ਉਹ ਸਾਨੂੰ ਇਹੋ ਹੀ ਕਹਿੰਦੇ ਨੇ ਕਿ ਬਈ ਤੂੰ ਨਾ ਖਰਗੋਸ਼ ਵਾਂਗੂ ਸ਼ੁਰੂ ਚ ਭੱਜ ਕੇ ਪੈਣਾ ਹੈ, ਪਰ ਤੈਨੂੰ ਕੱਚੂ ਕੁਮੇ ਵਾਂਗੂ ਚੱਲਣਾ ਪਊ। ਸ਼ੁਰੂ ਤੋਂ ਜਿਹੜਾ ਖਰਗੋਸ਼ ਹੁੰਦਾ ਨਾ, ਇੱਕਦਮ ਭੱਜਦਾ ਤੇ ਵੇਖਣ ਚ ਲੱਗਦਾ ਹੈ ਉਹ ਮਤਲਬ ਇਹਨੇ ਜਿੱਤ ਜਾਣੀ ਹੈ ਰੇਸ। ਖਰਗੋਸ਼ ਨੂੰ ਵੀ ਹੁੰਦਾ ਕਿ ਮੈਂ ਜਿੱਤ ਜਾਵਾਂਗਾ, ਪਰ ਜਿਹੜਾ ਕੱਛੂ ਕੁਮਾ ਜਿਹੜਾ ਸ਼ੁਰੂ ਤੋਂ ਚੱਲਦਾ ਹੈ ਨਾ, ਸਲੋ ਚੱਲਦਾ ਹੈ, ਪਰ ਚੱਲੀ ਜਾਂਦਾ ਹੈ। ਉਹਦੀ ਸਪੀਡ ਬੇਸ਼ੱਕ ਸਲੋ ਆ, ਪਰ ਉਹ ਰੁਕਦਾ ਨਹੀਂ ਹੈ। ਔਰ ਇਹ ਕਹਿਣ ਤੋਂ ਭਾਵੇਂ ਕਿ ਕਹਾਣੀ ਦੇ ਵਿੱਚ ਜਿਹੜਾ ਮੇਨ ਮਕਸਦ ਸਮਝਾਇਆ ਗਿਆ ਵਾ ਕਿ ਅਧਿਆਤਮਿਕ ਸਫ਼ਰ ਜਿਹੜਾ ਹੈਗਾ ਹੈ, ਤੁਸੀਂ ਹੌਲੀ ਹੌਲੀ ਚੱਲਦੇ ਜਾਣਾ ਔਰ ਉਹਨਾਂ ਚੀਜ਼ਾਂ ਨੂੰ ਕੱਟਦੇ ਜਾਣਾ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ। ਹੁਣ ਆਪਾਂ ਜਦੋਂ ਮੂਰਤੀ ਨੂੰ ਫਾਲਤੂ ਦੇ ਪੱਥਰਾਂ ਨੂੰ ਅਲੱਗ ਕਰਨਾ ਪਊ, ਤਾਂ ਹੀ ਮੂਰਤੀ ਪ੍ਰਗਟ ਹੁੰਦੀ ਹੈ। ਇਸੇ ਲਈ ਜਿਹੜੀ ਘਾਲਣਾ ਹੈ, ਜਿਹੜੀ ਬਾਣੀ 'ਚ ਲਿਖਿਆ ਕਿ ਜਿੰਨਾ ਨਾਮ ਤੇ ਆਇਆ ਕੈ ਮਸਕਤ ਭਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਘਾਲਣਾ ਘਾਲੀ ਹੈ, ਮਸਕਤ ਮਿਹਨਤ ਕੀਤੀ ਹੈ। ਔਰ ਮਿਹਨਤ ਤੁਹਾਨੂੰ ਵੀ ਪਤਾ ਹੈ, ਬੰਦਾ ਜਿਹੜਾ ਨਾ ਅਸਲ ਦੇ ਵਿੱਚ ਆਪਣੇ ਆਪ ਨੂੰ ਸੁਧਾਰਨਾ ਹੀ ਨਹੀਂ ਚਾਹੁੰਦਾ, ਕੋਈ ਜ਼ੋਰ ਲੱਗਣਾ ਹੈ। ਹੁਣ ਜਿਹੜਾ ਬੰਦੇ ਦਾ ਸੁਭਾਅ ਆ, ਬੰਦਾ ਉਹ ਤੇ ਖੁਸ਼ ਹੈ, ਕਿਉਂਕਿ ਬਦਲਾਅ ਕਰਨ ਦੀ ਲੋੜ ਹੀ ਨਹੀਂ। ਹੁਣ ਛੋਟੇ ਬੱਚੇ ਦਾ ਜਿਹੜਾ ਹੈਬਿਟ ਬ੍ਰੇਨ ਹੈ ਜਿਹੜਾ ਬਿਲਡ ਹੋ ਗਿਆ, ਹੁਣ ਛੋਟੇ ਤੋਂ ਆਪਾਂ ਧਿਆਨ ਨਹੀਂ ਦਿੱਤਾ। ਹੁਣ ਆਪਾਂ ਉਹਨਾਂ ਨੂੰ ਪਿਆਰ ਦੇ ਨਾਲ ਕਿਹਾ ਮੇਰਾ ਪੁੱਤ ਕੋਈ ਨਹੀਂ, ਸੁਧਰ ਜੂ। ਹੁਣ 20-25-30 ਸਾਲ ਉਹਦੇ ਦਿਮਾਗ 'ਚ ਵੜ ਗਈਆਂ ਚੀਜ਼ਾਂ। ਮੁੜ ਕੇ ਤੁਸੀਂ ਕਹੋਗੇ ਕਿ ਇਹ ਪੁੱਤ ਮਾੜੀਆਂ ਚੀਜ਼ਾਂ ਇਹਨੂੰ ਛੱਡ ਦੇ, ਉਹ ਛੱਡ ਸਕਦਾ ਉਹਨੂੰ? ਉਹ ਤੇ ਪਰਾਂਦੀ ਵਾਂਗੂ ਗੁੰਨੀਆਂ ਗਈਆਂ ਨਾਲ ਉਹਦੇ। ਹੁਣ ਤੁਸੀਂ ਅੱਜ ਕੋਸ਼ਿਸ਼ ਕੀਤੀ ਆ ਕਿ ਉਹ ਚੀਜ਼ ਨੂੰ ਮੈਂ ਬਦਲਾਂਗਾ। ਇੱਕ ਤਰਫ 25-30 ਸਾਲ ਹੈਗੇ ਆ, 25-30 ਸਾਲ ਤੋਂ ਕੰਮ ਕਰ ਰਹੇ ਜੋ। ਹੁਣ ਉਹ ਮਨ ਉਹਦੀ ਸੁਣੂਗਾ ਜਾਂ ਤੁਹਾਡੀ ਸੁਣੂਗਾ? ਇਸ ਲਈ ਵਿਚਾਰ ਕਰ। Hello. I'm just in a meeting, please. I will call you. Thank you.
ਲੈਂਦੇ ਆ ਜਿਨ੍ਹਾਂ ਨੇ ਆਲਰੇਡੀ ਮਕਾਨ ਬਣਾਇਆ। ਸਹੀ ਨਾ ਜੀ ਸਾਹਿਬ? ਹਾਂਜੀ ਹੈਲੋ, ਹਾਂਜੀ ਹਾਂਜੀ। ਕਿ ਜਿੱਥੇ ਵੈਲਿਡ ਪੁਆਇੰਟ ਹੁੰਦੇ ਆ, ਜਿੱਥੇ ਸਹੀ ਚੀਜ਼ਾਂ ਹੁੰਦੀਆਂ ਨੇ, ਅਗਲੇ ਦੀ ਸਲਾਹ ਸਹੀ ਹੁੰਦੀ, ਆਪਾਂ ਮੰਨ ਲੈਂਦੇ ਆ, ਉਹਨੂੰ ਕੀ ਕਰਦੇ ਆ, ਆਪਾਂ ਆਪਣੇ ਘਰ 'ਚ ਲਾਗੂ ਕਰ ਲਏ। ਇਸੇ ਹੀ ਤਰ੍ਹਾਂ ਬਾਣੀ ਦੇ ਵਿੱਚ ਜਿਹੜੇ ਪੁਆਇੰਟ ਸਾਨੂੰ ਦੱਸੇ ਗਏ ਨੇ, ਸਾਨੂੰ ਉਹਨਾਂ ਪੁਆਇੰਟਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਹੁਣ ਇੱਥੇ ਭਗਤ ਨਾਮਦੇਵ ਜੀ ਕਹਿ ਰਹੇ ਨੇ ਕਿ ਮੇਰਾ ਮਨ ਜਿਹੜਾ ਗਾਜ ਆ ਤੇ ਜੇਬਾ ਜਿਹੜੀ ਆ ਉਹ ਮੇਰੀ ਕੈਂਚੀ ਆ, ਕਹਿੰਦੇ ਮਾਪ ਕੇ ਮੈਂ ਕੱਟ ਰਿਹਾ ਜਮ ਕੀ ਫਾਂਸੀ। ਹੁਣ ਮਾਪ ਦਾ ਮਤਲਬ ਕਿ ਇਹ ਮੈਂ ਉਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਤੋਂ ਦੂਰ ਕਰ ਰਿਹਾ ਵਾਂ ਜਿਨ੍ਹਾਂ ਦੇ ਕਰਕੇ ਮੈਨੂੰ ਧਰਮਰਾਜ ਕੋ ਜਾਣਾ ਪੈ ਸਕਦਾ ਹੈ। ਜਿੱਦਾਂ ਦਾ ਆਪਾਂ ਇੱਕ ਤੁਕ ਆਉਂਦੀ ਹੈ, ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਹੁਣ ਜਿਹੋ ਜਿਹਾ ਆਪਾਂ ਕਰਮ ਕਰਾਂਗੇ ਉਹੋ ਜਿਹਾ ਹੀ ਸਾਨੂੰ ਫਲ ਮਿਲਣਾ ਹੈ। ਤੇ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਚਾਹੀਦੀਆਂ, ਜਿਹੜੀਆਂ ਚੀਜ਼ਾਂ ਕਹਿਣ ਤੋਂ ਭਾਵ ਕਿ ਬਾਣੀ ਕਹਿ ਰਹੀ ਹੈ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਸਾਨੂੰ ਇਹਨਾਂ ਨੂੰ ਆਪਣੇ ਆਪ ਤੋਂ ਦੂਰ ਕਰਨਾ ਪਵੇਗਾ, ਤਾਂ ਹੀ ਜਿਹੜੀ ਜਮਾ ਦੀ ਫਾਂਸੀ ਕੱਟੀ ਜਾ ਸਕਦੀ ਹੈ। ਅੱਜ ਨਜਰ ਸਾਹਿਬ ਕਿੱਥੇ ਚਲ ਗਏ ਜੇ? ਮੈਂ ਇੱਥੇ ਹੀ ਹਾਂ ਜੀ। ਮੈਂ ਨਾ ਇੱਕ ਕਾਲ ਆ ਗਈ ਸੀ, ਉਹ ਕੱਟ ਗਈ ਸੀ ਆਪਣੀ ਜਿਹੜੀ ਹੈ, ਤਾਂ ਉਹ ਫਟਾਕ ਦੇ ਨਹੀਂ, ਮੈਂ ਦੁਬਾਰਾ ਐਂਟਰ ਹੋਇਆ। ठीक है, हाँ जी ठीक है। ਹੁਣ ਅਗਲੀ ਤੁਕ ਬੋਲੋ। राम को नाम जपो दिन राती, कहाँ करो जाती, कह करो पाती, राम को नाम जपो दिन राती। ਹਾਂ, ਉਹ ਕਹਿੰਦੇ ਕਿ ਮੈਂ ਜਾਤ ਪਾਤ ਦੇ ਚੱਕਰਾਂ 'ਚ ਨਹੀਂ ਪੈਂਦਾ, ਇਹ ਵਹਿਮਾਂ ਭਰਮਾਂ 'ਚ ਨਹੀਂ ਪੈਂਦਾ। ਮੇਰੀ ਸੋਚ ਇਹ ਆ ਕਿ ਨਾ ਹੀ ਮੈਂ ਆਪਣਾ ਸਮਾਂ ਬਰਬਾਦ ਕਰਨਾ ਚਾਹੁੰਦਾ। ਇੱਕ ਇਨਸਾਨ ਨੇ ਬਣਾਈ ਹੋਈ ਸ਼ਰਾਰਤ ਹੈ ਔਰ ਇਸ ਗੇਮ 'ਚ ਮੈਂ ਨਹੀਂ ਹਿੱਸਾ ਲੈਂਦਾ। ਮੈਂ ਤੇ ਰਾਮ ਦਾ ਨਾਮ ਜਪਦਾ ਹੈ ਦਿਨ ਤੇ ਰਾਤ। ਕਹਿਣ ਤੋਂ ਭਾਵ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਮੇਰੇ ਜੀਵਨ ਦਾ ਹਿੱਸਾ ਬਣ ਚੁੱਕਿਆ। ਬਿਲਕੁਲ। ਔਰ ਹਮੇਸ਼ਾ ਹੀ ਮੇਰੇ ਹਰ ਇੱਕ ਕਰਮ ਦੇ ਪਿੱਛੇ ਮੇਰੇ ਮਨ 'ਚ ਇਹ ਹੁੰਦਾ ਹੈ ਕਿ ਮੇਰਾ ਰਾਮ ਜਿਹੜਾ ਉਹ ਹਾਜ਼ਰ ਨਾਜ਼ਰ ਆ, ਤੇ ਬਸ ਮੈਂ ਦਿਨ ਤੇ ਰਾਤ ਆਪਣਾ ਬਤੀਤ ਕਰ ਰਿਹਾ। ਹੁਣ ਜਦੋਂ ਤੁਸੀਂ ਇੰਨੀ ਗੱਲ ਨੂੰ ਮਨ 'ਚ ਧਿਆ ਲਿਆ ਨਾ, ਇੱਕ ਛੋਟੀ ਗੱਲ ਨਹੀਂ ਆ। ਬੰਦਾ ਜਦੋਂ ਰਾਮ ਨੂੰ ਆਪਣੇ ਜੀਵਨ 'ਚ ਲੈ ਕੇ ਆਉਂਦਾ ਹੈ ਨਾ, ਤੇ ਫਿਰ ਉਹ ਤੁਹਾਡੇ ਪਰਛਾਵਾਂ ਬਣ ਕੇ ਤੁਹਾਡੇ ਨਾਲ ਚੱਲਦਾ ਹੈ। ਬਹੁਤ ਮੁਸ਼ਕਿਲ ਹੈ। ਕੋਈ ਮਹਾ ਮੂਰਖ ਹੋਊਗਾ ਤੇ ਉਹ ਗਲਤ ਕੰਮ ਕਰੂਗਾ। ਪਹਿਲੀ ਗੱਲ, ਜਿਹੜਾ ਬੰਦਾ ਵੀ ਮਨ ਦੇ ਅੰਦਰ ਰੱਬ ਨੂੰ ਮੰਨ ਲੈਂਦਾ ਹੈ ਨਾ, ਆਟੋਮੈਟਿਕਲੀ ਹੀ ਤੁਹਾਡੇ ਜੀਵਨ 'ਚ ਉਚਾਈ ਆ ਜਾਏ। ਤੁਸੀਂ 2-4 ਮਹੀਨੇ ਏਦਾਂ ਕਰਕੇ ਦੇਖ ਲਿਓ, ਤੁਹਾਡਾ ਜੀਵਨ ਅਰਸ਼ ਤੋਂ ਅਰਸ਼ ਤੇ ਚੱਲ ਜਾਏਗਾ ਆਟੋਮੈਟਿਕਲੀ। ਠੀਕ ਹੈ ਸਾਹਿਬ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਉਹ ਇੱਕ ਮਾਲਕ ਜੀ ਹੋਣ ਦੀ ਮੰਨਣੀ ਆ ਕਿ ਮੈਂ ਇਹ ਜਿਹੜਾ ਜੀਵਨ ਆ ਇਸ ਨੂੰ ਵਿਵੇਕ ਦੇ ਆਧਾਰ ਤੇ ਬਤੀਤ ਕਰਨਾ ਹੈ। ਔਰ ਫਿਰ ਤੁਸੀਂ ਦੇਖੋ, ਉਹ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਆਪਣੇ ਆਪ ਨੂੰ ਅਰਪਣ ਕਰਤਾ ਹੈ। ਹੁਣ ਮੈਂ ਉਹਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ ਹੈ। ਜੋ ਧਰਮ ਕਵੇਗਾ ਮੈਂ ਉਹ ਕਰਮ ਕਰਾਂਗਾ। ਤੇ ਆਟੋਮੈਟਿਕਲੀ ਤੁਸੀਂ ਦੇਖ ਲਿਓ 2-4 ਮਹੀਨੇ 'ਚ ਤੁਹਾਡੇ ਜੀਵਨ 'ਚ ਬਹੁਤ ਉਚਾਈ ਆਵੇਗੀ। ਜੇਕਰ ਉਚਾਈ ਨਹੀਂ ਆ ਰਹੀ, ਫਿਰ ਸੰਗਤ ਕਰੋ, ਉਹਨਾਂ ਮਨੁੱਖਾਂ ਦੀ ਸੰਗਤ ਕਰੋ ਜਿਨ੍ਹਾਂ ਦੇ ਬਚਨ ਤੁਹਾਡੇ ਅੰਦਰ ਪ੍ਰਵੇਸ਼ ਕਰਦੇ ਨੇ। ਕਿਉਂਕਿ ਸੁਣਦੇ ਤੇ ਆਪਾਂ ਬਹੁਤ ਆ, ਪਰ ਉਹਨਾਂ ਤੇ ਅਸਰ ਕਰਨ ਨੂੰ ਦਿਲ ਨਹੀਂ ਕਰਦਾ। ਉਸ ਸੰਗਤ ਨੂੰ ਆਪਾਂ ਨੇ ਤਰਜੀਹ ਦੇਣੀ ਆ, ਇੰਪੋਰਟੈਂਸ ਦੇਣੀ ਆ, ਜਿਨ੍ਹਾਂ ਦੇ ਲਫ਼ਜ਼ ਸਾਡੇ ਅੰਦਰ ਹਲਚਲ ਪੈਦਾ ਕਰਕੇ ਤੇ ਸਾਨੂੰ ਜੀਵਨ ਨੂੰ ਉੱਚਾ ਚੁੱਕਣ ਦੇ ਲਈ ਪ੍ਰੇਰਿਤ ਕਰਦੇ ਨੇ। ਉਹਦਾ ਹੀ ਫਾਇਦਾ ਹੈ। ਦੂਜੇ ਤੁਸੀਂ ਜਿੰਨੇ ਮਰਜ਼ੀ ਲਫ਼ਜ਼ ਸੁਣ ਲਓ, ਤੇ ਜੇਕਰ ਮਨ 'ਚ ਉਤਸ਼ਾਹ ਨਹੀਂ ਆ ਰਿਹਾ, ਹਿੰਮਤ ਹੀ ਨਹੀਂ ਪੈ ਰਹੀ, ਤੇ ਫਿਰ ਉਹ ਤੇ ਮਿਸ ਪਟਾਕਾ, ਉਹਦਾ ਫਾਇਦਾ ਕੁਝ ਨਹੀਂ। ਹਾਂਜੀ ਜੀ ਸਾਹਿਬ। ਰਹਾਓ ਰਾਂਗਨ ਰਾਂਗੋ ਸੀਵਨ ਸੀਵੋ, ਰਾਮ ਨਾਮ ਬਿਨ ਕਰੀ ਨਾ ਜੀਵੋ। ਕਹਿੰਦੇ ਮੈਂ ਨਾ ਇਸ ਤਰੀਕੇ ਦੇ ਨਾਲ ਪਾਈ, ਕਹਿ ਕਰੋ ਜਾਤੀ, ਕਹਿ ਕਰੋ ਪਾਤੀ, ਰਾਮ ਕੋ ਨਾਮ ਜਪੋ ਦਿਨ ਰਾਤੀ। ਇਸ ਤਰੀਕੇ ਦੇ ਨਾਲ ਮੈਂ ਆਪਣੇ ਮਨ ਨੂੰ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗ ਰਿਹਾ ਹਾਂ। ਰਾਂਗਨ ਰਾਂਗੋ, ਨਾਮਦੇਵ ਜੀ ਜਿਹੜੇ ਹੈਗੇ ਕੱਪੜੇ ਰੰਗਦੇ ਸੀਗੇ। ਦੇਖੋ ਕਿ ਪਰਮੇਸ਼ਰ ਦੇ ਨਾਮ ਦੇ ਵਿੱਚ ਵੀ ਨਾਲ ਨਾਲ ਰੰਗ ਰਹੇ ਆਪਣੇ ਆਪ ਨੂੰ। ਰਾਂਗਨ ਰਾਂਗੋ ਸੀਵਨ ਸੀਵੋ, ਇਸ ਤਰ੍ਹਾਂ ਪਰਮੇਸ਼ਰ ਦੇ ਨਾਲ ਮੈਂ ਸੀ ਰਿਹਾ ਆਪਣੇ ਆਪ ਨੂੰ, ਇੱਕਮਿਕ ਹੋ ਰਿਹਾ ਹੈ। ਰਾਮ ਨਾਮ ਬਿਨ ਘੜੀ ਨਾ ਜੀਵੋ। ਕਹਿੰਦੇ ਇੱਕ ਘੜੀ ਵੀ ਮੇਰੇ ਕੋਲ ਪਰਮੇਸ਼ਰ ਦੇ ਇਹ ਰਾਮ ਦੇ ਨਾਮ ਤੋਂ ਬਗੈਰ ਨਹੀਂ ਜੀਆ ਜਾਂਦਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਆਪਾਂ ਨੂੰ ਸਮਝਾ ਰਹੇ ਨੇ ਕਿ ਰਾਂਗਨ ਰਾਂਗੋ। ਹੁਣ ਪਰਮਾਤਮਾ ਦੇ ਜਿਹੜਾ ਰੰਗ ਆ
ਨਿੱਜ ਸਭ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਰੰਗ ਰਿਹਾ। ਹਾਂ, ਭਗਤੀ ਦਾ ਰੰਗ ਆ। ਭਗਤੀ ਦੇ ਨਾਲ ਰੰਗ ਚੜ ਜਾਣਾ ਆਪਾਂ ਨੂੰ, ਆਪਾਂ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਣਾ ਹੈ। ਰੰਗ ਕੀ ਹੈ? ਪਰਮਾਤਮਾ ਦਾ ਪਿਆਰ ਹੈਗਾ ਉਹਦਾ। ਹਾਂ ਬਿਲਕੁਲ ਠੀਕ ਹੈ ਜੀ। ਸੱਚ ਦੇ ਵਿੱਚ ਜਦੋਂ ਆਪਾਂ ਇਸ਼ਨਾਨ ਕੀਤਾ ਤੇ ਸਾਡੇ ਉੱਪਰ ਨਾ ਸੱਚ ਦਾ ਰੰਗ ਚੜ ਜਾਣਾ। ਤੇ ਜਦੋਂ ਸੱਚ ਦਾ ਰੰਗ ਚੜ ਗਿਆ ਤਾਂ ਫਿਰ ਆਪਾਂ ਚੰਗੀਆਂ ਗੱਲਾਂ ਨੂੰ ਸੁਣ ਕੇ ਛੱਡ ਨਹੀਂ ਦੇਵਾਂਗੇ, ਉਹਨਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਾਂਗੇ। ਬਿਲਕੁਲ ਆਹੀ ਰੰਗ ਆ, ਆਹੀ ਰੰਗ ਆ। ਔਗੁਣ ਆਪਣੇ ਆਪ ਜਾਣਗੇ, ਗੁਣ ਆਈ ਜਾਣਗੇ, ਇਹੀ ਰੰਗ ਆ। ਹਾਂ, ਔਰ ਦੇਖੋ ਇਹ ਖੇਤ ਦੇ ਵਿੱਚ ਸਰੀਰ ਰੂਪੀ ਖੇਤ 'ਚ ਜੋ ਤੁਸੀਂ ਬੀਜਣਾ ਉਹੀ ਉਗਣਾ ਹੈ। ਹੁਣ ਤੁਸੀਂ ਵੇਖ ਲਓ 12 ਘੰਟਿਆਂ 'ਚ ਕੀ ਕੀਤਾ। ਜੇ ਤੁਸੀਂ ਕੰਮ ਕਰੋਗੇ ਉੱਥੇ 500-700 ਹਜ਼ਾਰ ਰੁਪਇਆ ਤੁਹਾਨੂੰ ਦੇ ਦੇਣਾ। ਤੁਸੀਂ ਕੰਮ ਹੀ ਨਹੀਂ ਕੀਤਾ, ਘਰੇ ਬੈਠੇ ਰਹਿ ਗਏ ਤੇ ਕਿੰਨੇ ਤੁਹਾਨੂੰ ਦੇਣਾ ਕੋਈ ਨਾ। ਫਿਰ ਤੁਸੀਂ ਕਾਊਂਟਰ ਤੇ ਜਾ ਕੇ ਜਾਓਗੇ ਮੰਗਣ ਕੇ ਮੇਰੀ ਤਨਖਾਹ ਦਿਓ ਆਈ ਦੀ, ਮੇਰੇ ਦਿਹਾੜੀ ਦਿਓ। ਉਹਨਾਂ ਨੇ ਕਿਹਾ ਭਰਾ ਤੂੰ ਤੇ ਆਇਆ ਹੀ ਨਹੀਂ। ਇਸੇ ਹੀ ਤਰ੍ਹਾਂ ਧਰਮ ਦੇ ਮੈਟਰ 'ਚ ਵੀ ਰੰਗ ਉਦੋਂ ਹੀ ਚੜ੍ਹਨਾ ਹੈ ਜਦੋਂ ਆਪਾਂ ਆਪਣੇ ਆਪ ਨੂੰ ਉਸ ਰਸਤੇ ਤੇ ਤੋਰਦੇ ਹਾਂ। ਠੀਕ ਹੈ, ਬਿਲਕੁਲ। ਕੇਵਲ ਗੱਲਾਂ ਸੁਣਨ ਤੱਕ, ਗੱਲਾਂ ਸੁਣ ਕੇ ਫੀਲਿੰਗ ਸੁਣਾਉਣ ਵਾਲਾ ਵੀ ਲਈ ਜਾਂਦਾ ਹੈ ਤੇ ਸੁਣਨ ਵਾਲਾ ਵੀ ਲਈ ਜਾਂਦਾ ਹੈ। ਉਹ ਪੰਜਾਬੀ 'ਚ ਕਹਾਵਤ ਹੈ, ਕਹਿੰਦਾ ਸਰਪੰਚਾਂ ਦਾ ਕਿਆ ਸਿਰ ਮੱਥੇ ਤੇ ਪਨਾਲਾ ਉੱਥੇ ਦਾ ਉੱਥੇ। ਇਹ ਨਹੀਂ ਕਿ ਸਰਪੰਚ ਨੂੰ ਮਨਾ ਕਰਦਾ ਬੰਦਾ, ਉਹ ਕਹਿੰਦਾ ਹੈ ਹਾਂਜੀ ਬਹੁਤ ਵਧੀਆ ਬਾਣੀ ਜੀ, ਵਾਹ ਵੀ ਵਾਹ, ਵਾਹ ਬਹੁਤ ਵਧੀਆ ਬਾਣੀ, ਬੜੀ ਉੱਚੀ ਬਾਣੀ ਆ। ਤੇ ਜਦੋਂ ਉੱਥੇ ਬਾਣੀ ਕਹਿੰਦੀ ਹੈ ਝੂਠ ਨਹੀਂ ਬੋਲਣਾ, ਹੁਣ ਤੂੰ ਝੂਠ ਦਾ ਤਿਆਗ ਕਰ, ਉਦੋਂ ਫਿਰ ਉਹ ਦੁਖੀ ਭੁੱਲ ਜਾਂਦਾ ਬੰਦਾ। ਪਰ ਉਦਾਂ ਪੜ੍ਹਨ ਦੇ ਟਾਈਮ ਤੇ ਪੂਰੀ ਫੀਲਿੰਗ ਲੈਂਦਾ। ਠੀਕ ਹੈ, ਅਸਲ 'ਚ ਬਾਣੀ ਜਿਹੜੀ ਆ ਪੜ੍ਹਨ ਦਾ ਵਿਸ਼ਾ ਨਹੀਂ ਆ, ਉਹ ਤੇ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦਾ ਵਿਸ਼ਾ ਹੈ। ਬਹੁਤ ਵਧੀਆ ਗੁਰੂ ਸਾਹਿਬ, ਬਿਲਕੁਲ ਸਹੀ। ਇਹੀ ਗੱਲ ਹੈ, ਆਹੀ ਸਲਿਪ ਡਿਸਕ ਹੈਗੀ ਆ। ਇੱਥੇ ਹੀ ਜਿਹੜੇ ਹੈਗੇ ਆਪਾਂ ਭੁੱਲੇ ਹੋਏ ਆ, ਬਸ ਆਹੀ ਜਗ੍ਹਾ ਹੈ। ਬਸ ਜੇ ਆਹ ਜਗ੍ਹਾ ਤੇ ਆਪਾਂ ਵਰਕਆਊਟ ਕਰ ਲਈਏ। ਨਿੱਜਰ ਸਾਹਿਬ, ਹੁਣ ਜੀਵਨ ਤੇ ਆਪਾਂ ਆਪਣੀ ਮਰਜ਼ੀ ਨਾਲ ਚਲਾਉਂਦੇ ਆ, ਪੜ੍ਹੀ ਵੀ ਜਾਂਦੇ ਆ, ਪਰ ਵਿੱਚ ਲਿਖਿਆ ਤੇ ਉਹ ਤੇ ਕਹਿੰਦੇ ਅੱਜ ਜਦੋਂ ਤਿਆਗ ਕਰੋ, ਉਹ ਆਪਾਂ ਕਰਨਾ ਨਹੀਂ ਚਾਹੁੰਦੇ। ਬਿਲਕੁਲ ਬਿਲਕੁਲ ਸਹੀ ਗੱਲ ਹੈ, ਮੁੱਠੀ ਆਪਾਂ ਖੋਲਣਾ ਨਹੀਂ ਚਾਹੁੰਦੇ। ਤੇ ਉੱਥੇ ਤੇ ਫਿਰ ਉਹ ਫਾਇਦਾ ਹੁੰਦਾ ਵਾ। ਇਹ ਨਹੀਂ ਕਿ ਤੁਹਾਨੂੰ ਕਹਿੰਦੇ ਕਿ ਔਗੁਣਾਂ ਨੂੰ ਛੱਡ ਦੋ, ਕਹਿੰਦੇ ਕਮ ਸੇ ਕਮ ਥੋੜਾ ਹੱਥ ਉਹਦੇ ਮਾਰ, ਘਟਾ ਤਾਂ ਦੇਣਾ। ਥੋੜਾ ਜਿਹਾ ਹੱਥ ਤੋਂ ਮਾਰੇਗਾ ਤੇ ਕੁਦਰਤ ਵੀ ਤੇਰੀ ਮਦਦ ਕਰੂ। ਹਾਂਜੀ ਨਿੱਜਰ ਸਾਹਿਬ, ਮੈਂ ਕਿਹਾ ਘਟਾ ਤਾਂ ਦੇਣਾ, ਤੂੰ ਛੱਡ ਨਾ, ਪਰ ਘਟਾ ਤਾਂ ਸਹੀ ਨਾ। ਹਾਂ, ਕਮ ਸੇ ਕਮ ਜਿਹੜਾ ਟੌਪ ਗੇਅਰ ਪਾਇਆ ਛੋਟਾ ਗੇਅਰ ਕਰ ਦੇ, ਵੱਡਾ ਨਾ ਪਾ। ਬਿਲਕੁਲ, ਹੁਣ ਤੇ ਵੱਡਾ ਗੇਅਰ ਪਾਇਆ ਤੂੰ। ਹਾਂ ਬਿਲਕੁਲ। ਤੇ ਉਹ ਤੂੰ ਜਿਹੜਾ ਕਰੂਜ਼ ਲਾ ਕੇ ਬੈਠਾ ਉਹਨੂੰ ਕੱਢ ਦੇ ਤੇ ਮੈਨੂਅਲ ਤੇ ਆ ਜਾ, ਇਹ ਛੋਟੇ ਕਰ, ਫਿਰ ਕੁਦਰਤ ਵੀ ਤੇਰੀ ਮਦਦ ਕਰੇ, ਤੇਰੀ ਸ਼ਾਇਦ ਬ੍ਰੇਕ ਬਰੂਕ ਲੱਗ ਹੀ ਜਾਵੇ। ਹਾਂਜੀ ਨਿੱਜਰ ਸਾਹਿਬ, ਬਿਲਕੁਲ ਸਹੀ ਗੱਲ ਹੈ। ਔਰ ਦੇਖ ਲਓ ਨਾਮਦੇਵ ਜੀ ਜਿਹੜੇ ਹੈਗੇ ਸਭ ਤੋਂ ਪਹਿਲਾਂ ਜਿਹੜੇ ਹੈਗੇ ਆ, ਉਹਨਾਂ ਨੇ ਕੀ ਕਿਹਾ ਆ? ਰਾਂਗਨ ਰਾਂਗੋ ਵਾਲੀ ਗੱਲ ਬਾਅਦ ਚ ਕਹੀ ਹੈ, ਪਹਿਲਾਂ ਕਹਿੰਦੇ ਆ ਰਾਮ ਕੋ ਨਾਮ ਜਪੋ ਦਿਨ ਰਾਤੀ। ਪਹਿਲਾਂ ਉਹਨਾਂ ਨੇ ਐਕਸ਼ਨ ਕੀਤਾ ਹੈ, ਫਿਰ ਕਹਿੰਦੇ ਰੰਗ ਦੇ ਵਿੱਚ ਇਸ ਤਰ੍ਹਾਂ ਰੰਗਿਆ ਗਿਆ ਮੈਂ ਰਾਮ ਦੇ ਨਾਮ ਦੇ ਵਿੱਚ। ਹੁਣ ਆ ਠੀਕ ਹੈ ਜੀ। ਇਹ ਸਾਧ ਸੰਗਤ ਜੀ ਇੱਕ ਸੈਕਿੰਡ ਫਿਰ ਮੈਂ ਬੋਲਾਂਗਾ, ਹਾਂਜੀ, ਤਾਂ ਜੋ ਗੱਲ ਕਲੀਅਰ ਹੋ ਜੇ। ਰਾਮ ਦਾ ਜਿਹੜਾ ਨਾਮ ਜਪਣਾ ਹੈ ਨਾ, ਆਪ ਦੇਖੋ ਇਹ ਕੋਈ ਪੜ੍ਹਨ ਜਾਂ ਬੋਲਣ ਦਾ ਵਿਸ਼ਾ ਨਹੀਂ ਹੈਗਾ। ਠੀਕ ਹੈ, ਇਹ ਕੇਵਲ ਚੇਤਨਾ ਦਾ ਹੈ। ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ ਹੋ, ਹੁਣ ਮੈਂ ਤੁਹਾਨੂੰ ਕਹਿੰਦਾ ਨਾ ਕਿ ਸਾਧ ਸੰਗਤ ਜੀ ਤੁਸੀਂ ਹੁਣ ਚੁੱਪ ਹੋ ਜਾਓ, ਉਸ ਅਵਸਥਾ 'ਚ ਤੁਸੀਂ ਕੇਵਲ ਨਿਰਵਿਚਾਰ ਅਵਸਥਾ 'ਚ ਬਹਿਣਾ ਹੈ। ਬਸ ਕੰਮ ਹੈ, ਇਸ ਤੋਂ ਵੱਧ ਕੋਈ ਕੁਛ ਨਹੀਂ ਕਰ ਸਕਦਾ। ਜਦੋਂ ਆਪਾਂ ਉੱਥੇ ਪਹੁੰਚ ਜਾਂਦੇ ਹਾਂ, ਆਪਾਂ ਆਤਮਾ ਦੇ ਸਨਮੁਖ ਹੋ ਜਾਂਦੇ। ਉਸ ਤੋਂ ਬਾਅਦ ਬਾਣੀ 'ਚ ਇੱਕ ਤੁਕ ਆਉਂਦੀ ਨਾ, ਘੜੀਏ ਮਤ ਸੁਰਤ ਮਨ ਬੁੱਧ। ਬਿਲਕੁਲ, ਘੜੀਏ ਸੁਰਤ ਮਤ ਮਨ ਬੁੱਧ। ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ, ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਜਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਹਾਂ, ਏਦਾਂ ਦੀ ਚਲੋ ਕੋਈ ਗੱਲ ਨਹੀਂ। ਹਾਂ, ਇੱਥੇ ਉੱਥੇ ਮਨ, ਮਤ ਤੇ ਬੁੱਧ, ਇਹ ਤਿੰਨ ਚੀਜ਼ਾਂ ਜਿਹੜੀਆਂ ਘੜੀਆਂ ਜਾਂਦੀਆਂ। ਘੜੀਆਂ ਜਾਂਦੀਆਂ ਮਤਲਬ ਇਹ ਹੈ ਕਿ ਪਹਿਲਾਂ ਅਨ ਘੜੀਆਂ ਨੇ। ਹਾਂ, ਫਿਰ ਹਾਲ ਪਤਾ ਕੀ ਹੁੰਦਾ ਕਿ ਆਪਾਂ ਕਿਸੇ ਵੀ ਚੀਜ਼ ਨੂੰ ਦੇਖਦੇ ਆ ਨਾ, ਤਾਂ ਸਾਧ ਸੰਗਤ ਜੀ ਆਪਾਂ ਕੀ ਕਰਦੇ ਆ ਕਿ ਆਪਣਾ ਮਨ ਜਿਹੜਾ ਹੈਗਾ ਨਾ, ਆਪਣੇ ਮਨ ਦੇ ਅੰਦਰ ਜਿਹੜੀ ਭਾਵਨਾ ਹੈ, ਮਨ ਕੀ ਹੈ? ਤੁਹਾਡੀ ਫੀਲਿੰਗ ਹੈ। ਕੋਈ ਵੀ ਬੰਦਾ ਅਗਲਾ ਕੋਈ ਗੱਲ ਕਹਿੰਦਾ ਹੈ ਨਾ, ਤੇ ਸਭ ਤੋਂ ਪਹਿਲਾਂ ਵੈਸੇ ਤਾਂ ਤੁਹਾਨੂੰ ਆਪਣੀ ਬੁੱਧੀ 'ਚ ਉਹਨੂੰ ਪ੍ਰੋਸੈਸ ਕਰਨਾ ਚਾਹੀਦਾ, ਕਿਉਂਕਿ ਜਿੱਦਾਂ ਤੱਕ ਤੁਸੀਂ ਫਿਲਟਰ ਹੀ ਨਹੀਂ ਕਰੋਗੇ। ਹੁਣ ਆਪਣੇ ਘਰਾਂ 'ਚ ਫਿਲਟਰ ਲੱਗੇ ਆ ਨਾ, ਤੇ ਉਹ ਫਿਲਟਰ ਲੱਗਦੇ ਆ, ਉਹ ਪਾਣੀ 'ਚੋਂ ਮਾੜਾ ਪਾਣੀ ਜਾਂ ਹੈ ਪਾਣੀ ਨੂੰ ਬਾਹਰ ਕੱਢ ਦਿੰਦੇ ਆ, ਸਾਨੂੰ ਉਹ ਪਾਣੀ ਦਿੰਦੇ ਆ ਜਿਹੜਾ ਪਾਣੀ ਅਸੀਂ ਹਜਮ ਕਰ ਲਈਏ। ਠੀਕ ਹੈ ਜੀ, ਬਿਲਕੁਲ। ਇਸੇ ਹੀ ਤਰ੍ਹਾਂ ਜਿਹੜੀਆਂ ਇੰਦਰੀਆਂ ਦੇ ਦੁਆਰਾ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਨਾ, ਦੇਖੋ ਪਲੀਜ਼
ਉਹਨੂੰ ਪ੍ਰੋਸੈਸ ਜ਼ਰੂਰ ਕਰੋ। ਉਹ ਪ੍ਰੋਸੈਸ ਕਰਨ ਦੇ ਲਈ ਤੁਹਾਡੇ ਅੰਦਰ ਪ੍ਰਮਾਤਮਾ ਨੇ ਇੱਕ ਫਿਲਟਰ ਲਗਾਇਆ ਹੈ, ਉਹਨੂੰ ਬੁੱਧੀ ਕਹਿੰਦੇ ਆਪਾਂ। ਉਹਦਾ ਬੁੱਧੀ ਦਾ ਇਸਤੇਮਾਲ ਕਰੋ ਤਾਂ ਜੋ ਤੁਹਾਡੇ ਅੰਦਰ ਜਿਹੜੀ ਚੀਜ਼ ਜਾਵੇ ਨਾ ਉਹ ਸਾਫ਼ ਸੁਥਰੀ ਜਾਵੇ। ਆਪ ਜਸਟ ਦੇਖੋ, ਜਦੋਂ ਆਪਾਂ ਖਾਣਾ ਖਾਂਦੇ ਹਾਂ, ਆਪਾਂ ਮਾੜਾ ਮੋਟਾ ਖਾਣਾ ਨਹੀਂ ਖਾਂਦੇ, ਖਰਾਬ ਖਾਣਾ ਨਹੀਂ ਖਾਂਦੇ, ਫਿਰ ਆਪਾਂ ਮਾੜੇ ਵਿਚਾਰ ਕਿਉਂ ਲੋਕਾਂ ਦੇ ਚੁੱਕ ਲੈਂਦੇ? ਕਿਉਂਕਿ ਅਸੀਂ ਬੁੱਧੀ ਦਾ ਇਸਤੇਮਾਲ ਨਹੀਂ ਕਰਦੇ। ਬਾਣੀ ਦੇ ਵਿੱਚ ਵੀ ਖਾਸ ਕਰਕੇ ਸੰਗਤ ਦੇ ਬਾਰੇ ਬੜਾ ਹੀ ਚੰਗੀ ਤਰ੍ਹਾਂ ਸਮਝਾਇਆ ਗਿਆ ਕਿ ਸੰਗਤ ਤੇਰੇ ਜੀਵਨ ਨੂੰ ਚੁੱਕ ਵੀ ਸਕਦੀ ਆ ਤੇ ਥੱਲੇ ਵੀ ਲੈ ਕੇ ਆ ਸਕਦੀ ਆ, ਪਰ ਕਿਹੜੀ ਸੰਗਤ ਤੂੰ ਕਰਨੀ ਆ ਇਹਦਾ ਫੈਸਲਾ ਤੇਰਾ ਹੈ। ਕਿਉਂਕਿ ਸੰਗਤ ਤੇਰੇ ਘਰ ਨਹੀਂ ਆਉਂਦੀ, ਤੂੰ ਸੰਗਤ ਕੋਲ ਜਾਣਾ ਹੈ। ਹਾਂਜੀ ਨਜੋਤਾ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਅੱਗੇ ਆਖਰੀ ਬੰਦ ਆ ਰਿਹਾ ਨਹੀਂ, ਹਾਲੇ ਤੀਸਰਾ ਬੰਦ ਹੈ ਜੀ। ਭਗਤ ਕਰੋ ਹਰ ਕੇ ਗੁਣ ਗਾਵੋ, ਆਹੀ ਭਗਤੀ ਹੈ ਭਾਈ, ਇਸੇ ਨੂੰ ਭਗਤੀ ਕਹਿੰਦੇ ਆ। ਇਹ ਧਿਆਨ ਸਿਮਰਨ ਜਿਹੜਾ ਹੈਗਾ, ਜਿਹੜਾ ਵਿਚਾਰ, ਜਿਹੜੇ ਆਪਣੇ ਵਿਚਾਰਾਂ ਨੂੰ ਦੇਖਣਾ, ਵਿਚਾਰਾਂ ਤੇ ਕਾਬੂ ਪਾਉਣਾ। ਕਿਉਂਕਿ ਜਿਹੜਾ ਹੈਗਾ ਪਰਮੇਸ਼ਰ ਦਾ ਨਾਮ ਜਿਹੜਾ ਜਪਣਾ ਹੈਗਾ, ਉਹ ਆਪਾਂ ਨੇ ਆਪਣੇ ਮਨ ਜਿਹੜਾ ਹੈਗਾ ਇਮੀਡੀਏਟਲੀ ਆਪਣਾ ਮਨ ਜਿਹੜਾ ਹੈਗਾ ਸੁਣਨ ਦੇ ਵਿੱਚ ਨਹੀਂ ਜਾਂਦਾ, ਵਿਚਾਰ ਜਿਹੜੇ ਹੈ ਵਿਚਾਰ ਮੁਕਤ ਨਹੀਂ ਹੋਏਗਾ ਇਮੀਡੀਏਟਲੀ। ਇਸ ਕਰਕੇ ਉਹਦਾ ਸਹਾਰਾ ਲੈ ਕੇ ਆਪਾਂ ਨੇ ਜਿਹੜਾ ਹੈਗਾ ਹੌਲੀ ਹੌਲੀ ਜਿਹੜਾ ਹੈਗਾ ਸੁਣਨ ਦੇ ਵਿੱਚ ਬੈਠਣਾ। ਤੇ ਭਗਤ ਕਰੋ ਹਰ ਕੇ ਗੁਣ ਗਾਵੋ, ਕਹਿੰਦੇ ਇਸ ਤਰੀਕੇ ਦੇ ਨਾਲ ਮੈਂ ਭਗਤੀ ਕਰਦਾ, ਨਾਲ ਨਾਲ ਜਿਹੜਾ ਹੈਗਾ ਪਰਮੇਸ਼ਰ ਦੇ ਜਿਹੜੇ ਹੈਗੇ, ਪਰਮੇਸ਼ਰ ਦੇ ਬਾਰੇ ਜਿਹੜਾ ਹੈਗਾ ਮੈਂ ਗਿਆਨ ਵੀ ਲਈ ਜਾ ਰਿਹਾ, ਮਾਲਕ ਪਰਮਾਤਮਾ ਦੇ ਗੁਣ ਵੀ ਗਾਏ ਜਾ ਰਹੇ, ਕਿਉਂਕਿ ਮੈਂ ਉਹ ਗੁਣ ਆਪਣੇ ਵਿੱਚ ਪ੍ਰਗਟ ਕਰਨੇ ਆ। ਮਾਲਕ ਨੇ ਮਿਹਰ ਕਰਨੀ ਹੈ, ਉਹ ਗੁਣ ਮੇਰੇ ਅੰਦਰ ਪ੍ਰਗਟ ਹੋ ਜਾਣਗੇ। ਭਗਤ ਕਰੋ ਹਰ ਕੇ ਗੁਣ ਗਾਵੋ, 8 ਪਹਿਰ ਆਪਣਾ ਖਸਮ ਧਿਆਵੋ। ਇਸ ਤਰੀਕੇ ਦੇ ਨਾਲ ਫਿਰ 8 ਪਹਿਰ ਆ ਗਿਆ, ਫਿਰ ਰਾਤ ਦਿਨ ਆ ਗਏ, ਇਸ ਤਰ੍ਹਾਂ ਜਿੰਦੇ ਮੈਕਸੀਮਮ ਮੇਰੀ ਪ੍ਰਾਇਰਟੀ ਹੁਣ ਜਿਹੜੀ ਹੈਗੀ ਇਹ ਪ੍ਰੇਮਾ ਭਗਤੀ ਹੀ ਹੈਗੀ ਆ। ਹਾਂਜੀ ਵੀਰ ਜੀ, ਹਾਂਜੀ ਠੀਕ ਹੈ ਜੀ। ਕਹਿੰਦੇ ਮੈਂ ਉਸ ਪ੍ਰਮਾਤਮਾ ਨੂੰ 8 ਪੈਰ ਧਿਆਨ, ਕਹਿਣ ਤੋਂ ਭਾਵ ਹੈ ਕਿ ਮੇਰੇ ਜੀਵਨ ਦਾ ਜਿਹੜਾ ਜ਼ਿਆਦਾਤਰ ਸਮਾਂ ਹੈ ਨਾ, ਦੇਖੋ ਇਹ ਨਹੀਂ ਕਿ ਤੁਸੀਂ ਕੋਸ਼ਿਸ਼ ਕਰ ਸਕਦੇ। ਇੱਕ ਤੇ ਹੁੰਦਾ ਨਾ ਕਿ ਆਪਾਂ ਕੋਸ਼ਿਸ਼ ਕਰਕੇ ਆਪਾਂ ਉਹਦਾ ਧਿਆਨ ਰੱਖਣਾ ਹੈ, ਉਹ ਤੇ ਤੁਹਾਡੀ ਤਾਰ ਟੁੱਟਣੀ ਹੈ, ਜੁੜਨੀ ਹੈ, ਟੁੱਟਣੀ ਹੈ, ਜੁੜਨੀ, ਉਹ ਇੱਕ ਅਲੱਗ ਗੱਲ ਹੈ। ਆਪਾਂ ਕੋਸ਼ਿਸ਼ ਏਦਾਂ ਹੀ ਕਰਨੀ ਹੈ, ਪਰ ਜਦੋਂ ਤੁਸੀਂ ਬੰਦਗੀ ਕੀਤੀ ਨਾ, ਉਹ ਤੁਹਾਡਾ ਧਿਆਨ ਪ੍ਰਮਾਤਮਾ ਚੋਂ ਨਹੀਂ ਬਾਹਰ ਆਵੇਗਾ, ਆਟੋਮੈਟਿਕਲੀ ਉੱਥੇ ਖੁੱਭ ਜਾਣਾ ਹੈ। ਔਰ ਜਿਵੇਂ ਜਿਵੇਂ ਤੁਸੀਂ ਨਿਰਵਿਚਾਰ ਅਵਸਥਾ 'ਚ ਪ੍ਰਵੇਸ਼ ਕੀਤਾ, ਉੱਥੇ ਆਪਣੀ ਸੁਰਤੀ ਨੂੰ ਇਕਾਗਰ ਕੀਤਾ, ਤੁਹਾਡਾ ਧਿਆਨ ਗਹਿਰਾ, ਹੋਰ ਗਹਿਰਾ, ਹੋਰ ਗਹਿਰਾ, ਹੋਰ ਗਹਿਰਾ, ਕਿਉਂਕਿ ਪ੍ਰਮਾਤਮਾ ਇੱਕ ਐਂਡਲੈਸ ਸਮੁੰਦਰ ਆ। ਜਿੰਨਾ ਤੁਸੀਂ ਗਹਿਰਾ ਉਤਰ ਸਕਦੇ ਜੋ ਤੁਸੀਂ ਉਤਰ ਸਕਦੇ ਜੋ, ਉਹਦੀ ਕੋਈ ਲਿਮਟ ਨਹੀਂ ਹੈ। ਆਖਰ ਤੇ ਇੱਕ ਬਿੰਦੂ ਆਉਂਦਾ ਹੈ ਜਿਹਨੂੰ ਅਸੀਂ ਚੇਤਨਾ ਦਾ ਆਕਾਸ਼ ਕਹਿੰਦੇ, ਠੀਕ ਹੈ, ਸ਼ੁੱਧ ਚੇਤਨਾ। ਸ਼ੁੱਧ ਚੇਤਨਾ, ਉਹਨੂੰ ਸੱਚ ਚਿੱਤ ਆਨੰਦ ਕਹਿੰਦੇ। ਜਦੋਂ ਤੁਸੀਂ ਪਹਿਲਾਂ ਤਾਂ ਤੁਸੀਂ ਨਾ ਇੰਝ ਲੱਗਣਾ ਕਿ ਤੁਸੀਂ ਬਹੁਤ ਵੱਡੇ ਹੋ ਗਏ, ਬਹੁਤ ਵੱਡੇ, ਤੁਹਾਨੂੰ ਲੱਗੂਗਾ ਕਿ ਤੁਹਾਡਾ ਆਕਾਰ ਬੜਾ ਵੱਡਾ ਹੈ, ਮੈਂ ਸਾਰੇ ਬ੍ਰਹਮੰਡ 'ਚ ਫੈਲ ਗਿਆ। ਮੁੜ ਕੇ ਇੱਕ ਸਮਾਂ ਆਊਗਾ ਤੁਹਾਨੂੰ ਲੱਗੂਗਾ ਕਿ ਮੇਰਾ ਆਕਾਰ ਛੋਟਾ ਹੋਣਾ ਸ਼ੁਰੂ ਹੋ ਗਿਆ, ਬਿਲਕੁਲ ਸੂਖਮ, ਮਾਈਕਰੋ, ਹੋਰ ਮਾਈਕਰੋ, ਬਿਲਕੁਲ ਹੀ ਛੋਟਾ 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 ਛੋਟਾ। ਇੱਕ ਸਮਾਂ ਆਊਗਾ ਤੁਸੀਂ ਇੰਝ ਮਹਿਸੂਸ ਕਰੋਗੇ ਕਿ ਮੈਂ ਬਹੁਤ ਨਿੱਕਾ ਹੋ ਗਿਆ। ਔਰ ਜਦੋਂ ਤੁਸੀਂ ਬਿਲਕੁਲ ਹੀ ਨਿੱਕੇ ਹੋ ਗਏ ਨਾ, ਉਹ ਕੇਵਲ ਇੱਕ ਬਿੰਦੂ ਜਿਹਾ ਰਹਿ ਜਾਣਾ, ਛੋਟਾ ਜਿਹਾ ਚੇਤਨਾ ਦਾ ਬਿੰਦੂ। ਉੱਥੇ ਪਹੁੰਚਣਾ ਹੀ ਜੀਵਨ ਦਾ ਮਕਸਦ ਹੈ। ਜਦੋਂ ਤੁਸੀਂ ਉੱਥੇ ਪਹੁੰਚ ਗਏ, ਫਿਰ ਉਹ ਜਿਹੜਾ ਬਿੰਦੂ ਆ ਤੁਹਾਡੇ ਜੀਵਨ ਦਾ ਹਿੱਸਾ ਬਣ ਜਾਏ। ਹੁਣ ਇੰਨੀ ਸ਼ੁੱਧ ਚੇਤਨਾ ਹੈ, ਔਰ ਉੱਥੇ ਜਗ੍ਹਾ ਨਹੀਂ ਹੈਗੀ, ਉੱਥੇ ਉਗਣ ਵਾਸਤੇ ਜਗ੍ਹਾ ਨਹੀਂ ਹੈ। ਨਾ ਉੱਥੇ ਰਜੋਗੁਣ ਜਾ ਸਕਦਾ, ਨਾ ਉੱਥੇ ਤਮੋ ਗੁਣ ਜਾ ਸਕਦਾ, ਨਾ ਉੱਥੇ ਸਤੋ ਗੁਣ ਜਾ ਸਕਦਾ। ਤੁਹਾਡਾ ਜੀਵਨ ਇੱਕ ਧਰਮ ਦੇ ਬੇਸ ਦੇ ਉੱਪਰ ਚੱਲੇਗਾ। ਤੁਸੀਂ ਅੰਦਰੋਂ ਬਦਲ ਗਏ ਜੋ। ਇਹ ਨਹੀਂ ਕਿ ਤੁਹਾਨੂੰ ਇੰਦਰੀਆਂ ਨੂੰ ਰੋਕਣ ਦੀ ਲੋੜ ਨਹੀਂ, ਸਾਹਮਣੇ ਜੋ ਆ ਗਿਆ ਤੁਸੀਂ ਦੇਖੋਗੇ, ਜੋ ਸੁਣਨਾ ਸੁਣੋਗੇ, ਪਰ ਤੁਹਾਡੇ ਅੰਦਰ ਹਲਚਲ ਪੈਦਾ ਕਰਨੀ ਕਾਫੀ ਮੁਸ਼ਕਲ ਹੈ, ਕਿਉਂਕਿ ਤੁਹਾਡੇ ਅੰਦਰ ਜਿਹੜੀ ਪਵਿੱਤਰਤਾ ਬੜੀ ਵੱਧ ਗਈ ਹੈ। ਹੁਣ ਇੱਕਦਮ 24 ਕੈਰਟ ਦਾ ਸੋਨਾ ਬਣ ਗਿਆ, ਉਹਦੇ 'ਚ ਮਿਲਾਵਟ ਕਰਨੀ ਹੁਣ ਬਹੁਤ ਮੁਸ਼ਕਲ ਹੈ। ਔਰ ਜਦੋਂ ਆਪਾਂ ਆਪਣੇ ਨਿੱਜ ਸਰੂਪ 'ਚ ਸਥਿਰ ਹੋ ਜਾਂਦੇ ਹਾਂ, ਉਹਨੂੰ ਅਬਚਲ ਨਗਰ ਕਹਿ ਲਓ, ਉਹਨੂੰ ਸੱਚ ਤੇ ਆਨੰਦ ਕਹਿ ਲਓ, ਫਿਰ ਉੱਥੋਂ ਸੁਰਤੀ ਨੂੰ ਬਾਹਰ ਕੱਢਣਾ ਬਹੁਤ ਮੁਸ਼ਕਲ ਹੈ। ਹੁਣ ਇਹ ਕਹਿੰਦੇ ਨੇ 8 ਪਹਿਰ, 8 ਦਾ ਪਹਿਰ ਕਿ ਹੁਣ ਕੁਛ ਕਰਨ ਦੀ ਲੋੜ ਨਹੀਂ ਆ, ਬਾਈ ਪ੍ਰੋਡਕਟ ਤੁਸੀਂ ਉੱਥੇ ਫਿਰ ਰਹਿਣਾ ਹੈ। ਉਸ ਪ੍ਰਮਾਤਮਾ ਦੀ ਜਿਹੜੀ ਹਜ਼ੂਰੀ ਆ, ਉੱਥੇ ਜਦੋਂ ਅਸੀਂ ਪਹੁੰਚ ਜਾਂਦੇ ਹਾਂ ਨਾ, ਉਸ ਤੋਂ ਬਾਅਦ ਫਿਰ ਸਾਡੇ ਜੀਵਨ 'ਚ ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਆ, ਅਸੀਂ ਉਹਦਾ ਹੀ ਇੱਕ ਹਿੱਸਾ ਬਣ ਜਾਂਦੇ ਹਾਂ। ਸਾਡਾ ਜਿਹੜਾ ਮਨ ਹੈ ਨਾ, ਜਿਹੜਾ ਤੁਹਾਡਾ ਵਿਚਾਰ ਮੰਡਲ ਹੈ ਨਾ, ਹੁਣ ਤੁਹਾਡਾ ਜੀਵਨ ਵੇਖੋ ਵਿਚਾਰਾਂ ਦੇ ਸਿਰ ਤੇ ਚੱਲਦਾ। ਮੁੜ ਕੇ Z ਵਿਚਾਰ ਹੋ ਜਾਣਗੇ, A to Z ਵਿਚਾਰ ਸਮਾਪਤ ਹੋ ਜਾਣੇ, ਕੋਈ ਵਿਚਾਰ ਹੀ ਨਹੀਂ ਰਹਿ ਜਾਣਾ।
ਝੀਲ ਇੱਕਦਮ ਸ਼ਾਂਤ ਹੋ ਜਾਣੀ ਆ। ਹਾਂ, ਕੰਮ ਸਾਰੇ ਕਰੋਗੇ ਤੁਸੀਂ, ਪਰ ਤੁਸੀਂ ਹੁਣ ਮੇਰੇ ਨਾਲ ਜਦੋਂ ਗੱਲ ਕੀਤੀ, ਮੇਰੇ ਨਾਲ ਗੱਲ ਕਰੋਗੇ, ਜਦੋਂ ਤੁਸੀਂ ਮੇਰੇ ਤੋਂ ਦੂਰ ਹੋ ਗਏ ਨਾ ਤੇ ਮੇਰੇ ਬਾਰੇ ਤੁਹਾਨੂੰ ਕੁਝ ਵੀ ਯਾਦ ਨਹੀਂ। ਆਪ ਜਸਟ ਸੋਚੋ ਕਿ ਕਿੱਦਾਂ ਦਾ ਜੀਵਨ ਹੋਊਗਾ। ਤੁਸੀਂ ਘਰੇ ਬੈਠੇ ਆਪਣੇ ਹਸਬੈਂਡ ਨਾਲ ਜਾਂ ਵਾਈਫ ਨਾਲ ਗੱਲ ਕੀਤੀ ਆ, ਤੁਹਾਡੇ ਧਿਆਨ ਚੋਂ ਬੰਦਾ ਹੈਗਾ, ਉਹ ਬੰਦਾ ਉੱਠ ਕੇ ਬਾਹਰ ਚੱਲ ਗਿਆ ਜਾਂ ਤੁਸੀਂ ਉੱਠ ਕੇ ਬਾਹਰ ਚੱਲ ਗਏ, ਜੋ ਉਹ ਬੰਦਾ ਤੁਹਾਡੀ ਡਿਸਪਲੇ ਤੋਂ ਆਊਟ ਹੋ ਜਾਏਗਾ। ਨਿਜਰ ਸਾਹਿਬ ਬਿਲਕੁਲ ਸਹੀ ਹੈ, ਬਹੁਤ ਵਧੀਆ ਗੁਰੂ ਸਾਹਿਬ। ਹਾਂ, ਤੁਹਾਡੇ ਅੰਦਰ ਸੰਸਾਰ ਨਹੀਂ ਜੋ ਹੈਗਾ, ਬਿਲਕੁਲ ਸੰਸਾਰ ਦਾ ਕੋਈ ਜੀਵ, ਇੱਥੋਂ ਤੱਕ ਤੁਹਾਡਾ ਜੀਵਨ ਸਾਥੀ ਵੀ ਨਹੀਂ ਹੈਗਾ, ਉੱਦਾਂ ਕੋਈ ਵੀ ਨਹੀਂ ਹੈਗਾ, ਤੁਹਾਡੀ ਬੈਂਕ ਵੀ ਨਹੀਂ ਹੈਗੀ। ਹਾਂ, ਇਹ ਨਹੀਂ ਕਿ ਬੈਂਕ ਨੂੰ ਤੁਸੀਂ ਭੁੱਲ ਜਾਓਗੇ, ਤੁਹਾਨੂੰ ਯਾਦ ਤੇ ਹੈਗੀ ਆ, ਪਤਾ ਹੋਊਗਾ ਇੰਨੇ ਕੁ ਪੈਸੇ ਹੈਗੇ ਬੈਂਕ 'ਚ ਪਏ, ਪਰ ਚੇਤਨਾ 'ਚ ਨਹੀਂ ਹੈਗਾ। ਉਦੋਂ ਆਊਗਾ ਜਦੋਂ ਤੁਸੀਂ ਚਾਹੋਗੇ। ਨਹੀਂ ਤੁਸੀਂ ਚਾਹਿਆ ਤਾਂ ਕੁਝ ਵੀ ਇੱਥੇ ਡਿਸਪਲੇ ਨਹੀਂ ਹੋਣਾ, ਉਹ ਡਿਸਪਲੇ ਜਿਹੜੀ ਬਲੈਕ ਆਊਟ ਹੋ ਜਾਣੀ ਹੈ, ਬਿਲਕੁਲ ਬਲੈਕ ਆਊਟ। ਕਾਲੀ ਸਕਰੀਨ ਹੈ, ਜਿਹੜਾ ਮਰਜ਼ੀ ਚੈਨਲ ਲਾ ਲਓ, ਜਦੋਂ ਚੈਨਲ ਬੰਦ ਕੀਤਾ ਚੈਨਲ ਬੰਦ, ਫਿਰ ਕਾਲੀ ਸਕਰੀਨ, ਇਹਨੂੰ ਕਹਿੰਦੇ ਆਤਮਾ। ਔਰ ਜਦੋਂ ਤੁਹਾਡੀ ਆਖਰੀ ਅਵਸਥਾ ਤੁਹਾਨੂੰ ਪ੍ਰਾਪਤ ਹੋ ਗਈ ਆਤਮਾ ਦੀ, ਉਹ ਚੇਤਨ ਸਤਾ ਹੈ, ਉੱਥੇ ਤੁਹਾਡੀ ਮਰਜ਼ੀ ਤੋਂ ਬਿਨਾਂ ਤੁਹਾਡੇ ਅੰਦਰ ਕੋਈ ਗਤੀ ਨਹੀਂ ਹੋ ਸਕਦੀ। ਜਿਹੜੇ ਵਿਚਾਰ ਤੁਹਾਨੂੰ ਪਰੇਸ਼ਾਨ ਕਰਦੇ ਫਿਰਦੇ ਨੇ, ਲਈ ਫਿਰਦੇ, ਚੁੱਕੀ ਫਿਰਦੇ ਸੀ, ਹੁਣ ਤੁਹਾਡੀ ਸੁਰਤੀ ਕਿਤੇ ਨਹੀਂ ਜਾ ਸਕਦੀ, ਸੁਰਤੀ ਆਤਮਾ 'ਚ ਸਥਿਰ ਹੋ ਗਈ ਹੈ। ਹਾਂਜੀ ਨਿਜਰ ਸਾਹਿਬ, ਇਹ ਅੱਠੇ ਪੈਰ ਉਹੀ ਅਵਸਥਾ ਦੀ ਗੱਲ ਕਰਦੇ ਨੇ। ਇਹ ਆ ਜਾਣੀ ਅਵਸਥਾ ਆਖਰੀ 'ਚ। ਨਾਮਦੇਵ ਜੀ ਕਹਿੰਦੇ ਸੋਨੇ ਕੀ ਸੂਈ ਰੂਪੇ ਕਾ ਧਾਗਾ। ਇੱਥੇ ਰੂਪਾ ਕਹਿੰਦੇ ਚਾਂਦੀ ਨੂੰ, ਰੂਪਾ ਪੈਸੇ ਨੂੰ ਨਹੀਂ ਕਹਿੰਦੇ, ਚਾਂਦੀ। ਸੋਨੇ ਦੀ ਸੂਈ ਆ ਕਹਿੰਦੇ, ਇੰਨੀ ਕੀਮਤੀ ਸੂਈ ਆ, ਔਰ ਧਾਗਾ ਵੀ ਇੰਨਾ ਕੀਮਤੀ ਹੈ। ਪ੍ਰੇਮਾ ਭਗਤੀ ਵਾਲਾ ਜਿਹੜਾ ਹੈਗਾ, ਇਹ ਜਿਹੜਾ ਪਰਮਾਤਮਾ ਦੇ ਨਾਲ ਸੀਤਾ ਜਾਂਦਾ ਇਨਸਾਨ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਤਾਂ ਕਿ रूप न कतने जाए, ना हो मरे न ठागे जाए, जिनके राम बसे मन माहे। सोने की सुई रूपे का धागा, नामे का चित्त हर स्यों लागा। बस ਨਾਮਦੇਵ ਜੀ ਕਹਿੰਦੇ ਮੇਰਾ ਤਾਂ ਚਿੱਤ ਜਿਹੜੀ ਆ ਪਰਮੇਸ਼ਰ ਦੇ ਨਾਲ ਲੱਗ ਗਿਆ ਭਾਈ। ਮੇਰੇ ਚਿੱਤ ਦੇ ਵਿੱਚ ਪਟਲ ਦੇ ਉੱਤੇ ਬਲੈਕ ਆਊਟ ਕੁਛ ਵੀ ਵਿਚਾਰ ਨਹੀਂ ਆਉਂਦਾ ਹੁਣ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਜਿਹੜਾ ਮਨ ਆ ਮੇਰਾ ਉਹ ਤੇ ਆਪ ਚਿੱਤ 'ਚ ਲੀਨ ਹੋ ਗਿਆ, ਤੇ ਚਿੱਤ ਕਿੱਥੇ ਲੱਗ ਗਿਆ? ਆਤਮਾ 'ਚ ਲੀਨ ਹੋ ਗਿਆ। ਜਦੋਂ ਆਤਮਾ 'ਚ ਲੀਨ ਹੋ ਗਿਆ ਤੇ ਫਿਰ ਉਹ ਉੱਥੇ ਆ ਕੇ ਕਬੀਰ ਜੀ ਵੀ ਉਸੇ ਗੱਲ ਨੂੰ ਤਸਦੀਕ ਕਰਦੇ ਆ, ਰਾਮ ਕਬੀਰਾ ਏਕ ਭਇਓ ਕੋਈ ਨਾ ਸਕੇ ਪਛਾਣ। ਕਿਉਂਕਿ ਤਰੰਗ ਜਿਹੜੀ ਸੀ ਉਹ ਵਿਧੀ ਦੇ ਅਨੁਸਾਰ ਬੰਦਗੀ ਕੀਤੀ, ਭਗਤੀ ਕੀਤੀ, ਕਾਲਣਾ ਕਾਲੀ, ਇੱਕ ਇੱਕ ਔਗਣ ਦੀ ਰੱਸੀ ਨੂੰ ਕੱਟੀ ਗਏ। ਸਵੇਰ ਤੋਂ ਉੱਠੇ ਸ਼ਾਮ ਤੱਕ ਤੁਰੇ ਗਏ ਔਰ ਬੁਰਾਈ ਦਾ ਸਾਥ ਛੱਡ ਦਿੱਤਾ, ਚੰਗਿਆਈ ਵੱਲ ਤੁਰੇ ਗਏ। ਇੱਕ ਸਮਾਂ ਆਇਆ, ਕਬੀਰ ਜੀ ਫਿਰ ਕਹਿ ਰਹੇ ਨੇ, ਇੱਕ ਔਖਦ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਹਰ ਦਿਨ ਬੰਦਾ ਚੜਦਾ ਹੈ ਉਸ ਘਾਟੀ ਤੇ, ਤੁਸੀਂ ਵੀ ਚੜਦੇ ਜੋ। ਪਰ ਕਈ ਲੋਕ ਹੁੰਦੇ ਆ, ਕਈ ਤਾਂ ਨੂੰ ਜਾਂਦੇ ਆ ਤੇ ਕਈ ਥੱਲੇ ਨੂੰ ਤੁਰੇ ਜਾਂਦੇ ਆ। ਘਾਟੀ ਤੇ ਹੈਗੀ ਹੈ ਪਰ ਬਹੁਤ ਵਿਰਲਾ ਬਿਰਲਾ। ਬਾਣੀ ਤਾਂ ਹੀ ਕਿਹਾ ਕਿ ਕੋਟਣ ਦੇ ਵਿੱਚੋਂ ਕੋਈ ਇੱਕ ਬੰਦਾ ਹੁੰਦਾ ਹੈ ਜਿਹੜਾ ਥਾਂ ਚੜਦਾ ਹੈ, ਬਾਕੀ ਤੇ ਮਧੀਰੇ ਥੱਲੇ ਤੁਰੀ ਜਾਂਦੀ ਹੈ। ਉਹ ਤੇ ਵੇਂਦੇ ਵੀ ਨਹੀਂ। ਉਹ ਜੇ ਇੱਕ ਅੱਧਾ ਦਿਖਦਾ ਵਾ ਤੇ ਉਹ ਕਹਿੰਦੇ ਆ ਕਿ ਹੁਣ ਇਹਦੇ ਮਗਰ ਚੱਲੀਏ ਕਿ ਯਾਰ ਇਹ ਕਰੋੜਾ ਤੁਰੇ ਜਾਂਦੇ, ਇਹਨਾਂ ਮਗਰ ਜਾਈਏ। ਦੇਖੋ ਪਬਲਿਕ ਤੇ ਏਦਾਂ ਹੀ ਆ, ਭੀੜ ਨੂੰ ਵੇਖ ਕੇ ਖੁਸ਼ ਹੁੰਦੀ ਆ। ਭੀੜ ਤੇ ਜਿੱਥੇ ਮਰਜੀ ਭੀੜ ਪਈ ਆ, ਦੂਜੀ ਭੀੜ ਨੇ ਹੋਰ ਇਕੱਠੀ ਹੋਈ ਨਾ, ਮੱਖੀਆਂ ਤੇ ਵਾਂਗੂ ਇਕੱਠੇ ਹੋ ਜਾਂਦੇ ਲੋਕ। ਇਹ ਕੀ ਹੁੰਦਾ ਵਾ ਕਿ ਇਹਨੂੰ ਭੀੜ ਜਾਲ ਕਹਿੰਦੇ ਆਪਾਂ। ਇਸ ਲਈ ਕਬੀਰ ਜੀ ਕਹਿੰਦੇ ਕਿ ਇਹ ਘਾਟੀ ਜਿਹੜੀ ਔਖੀ ਆ, ਕੱਲਾ ਕਬੀਰ ਚੜ ਰਿਹਾ ਔਰ ਤੁਸੀਂ ਵੀ ਚੜ ਰਹੇ ਜੋ। ਭਾਵੇਂ ਥੋੜਾ ਸਲੋ ਚੱਲ ਰਹੇ ਜੋ, ਪਰ ਸਲੋ ਚੱਲਦਾ ਵੀ ਬੰਦਾ ਇੱਕ ਦਿਨ ਪਹੁੰਚ ਜਾਂਦਾ। ਜਿਹੜਾ ਚੱਲਿਆ ਨਹੀਂ ਉਹਨੇ ਕਿੱਥੇ ਪਹੁੰਚਣਾ? ਉਹ ਨਹੀਂ ਪਹੁੰਚੇ, ਉਹਨੇ ਤੇ ਬਿਲਕੁਲ ਹੀ ਨਹੀਂ ਪਹੁੰਚਣਾ। ਤੇ ਜਿਹੜਾ ਟਪੂਸੀਆਂ ਮਾਰਦਾ ਫਿਰਦਾ ਉਹਨੇ ਵੀ ਨਹੀਂ ਪਹੁੰਚਣਾ, ਕਿਉਂਕਿ ਉਹਨੇ ਟਿਕਣਾ ਹੀ ਨਹੀਂ। ਉਹ ਨਹੀਂ ਵੇਖਦਾ ਕਿ ਮੇਰਾ ਮਨ ਮੈਨੂੰ ਬੇਵਕੂਫ ਬਣਾਉਂਦਾ। ਪਰ ਜਿਹੜਾ ਲਗਾਤਾਰ ਤੁਰੇ ਜਾਂਦਾ, ਹਰ ਦਿਨ ਇੱਕ ਇੱਕ ਰੱਸੀ ਕੱਟਦਾ ਹੈ, ਤੇ ਉਹ ਬਸ ਉਹਨੇ ਪ੍ਰੋਗਰੈਸ ਤੇ ਪ੍ਰੋਗਰੈਸ ਹੀ ਆ। ਕਿੱਡਾ ਵੱਡਾ ਮੇਰੇ ਸਾਡੇ ਲਾਗੇ ਨਾ ਆਰਾ ਹੁੰਦਾ, ਤੇ ਬੜੇ ਵੱਡੇ ਮੋਢੇ ਨੇ ਨਿੱਜਰ ਸਾਹਿਬ, ਕਿੱਡੇ 6-6 5-5 ਫੁੱਟੇ, ਤੇ ਉਹਨਾਂ ਨੇ ਉਹ ਤੇ ਦੋ ਪਤਲੇ ਜਿਹੇ ਬੈਠੇ ਹੁੰਦੇ ਲੱਕੜਾ ਰੇ ਜੇ, ਉਹਨਾਂ ਵੱਡਾ ਆਰਾ ਰੱਖ ਕੇ ਲੱਗੇ ਰਹਿਣਾ। ਇੱਕ ਸਮਾਂ ਆਉਂਦਾ ਨਿੱਜਰ ਸਾਹਿਬ ਮੁੱਢ ਵੱਢ ਦਿੰਦੇ ਹੋ। ਬਿਲਕੁਲ ਵੱਢ ਦਿੰਦੇ। ਪਰ ਜਿਹੜੇ ਲੱਗੇ ਰਹਿੰਦੇ ਉਹੀ ਵੱਢਦੇ ਆ। ਜੇ ਨਹੀਂ ਆਪਾਂ ਕੁਛ ਕਰਾਂਗੇ ਤੁਹਾਡੇ ਦੇ ਘਰ ਤੇ ਰੋਟੀ ਨਹੀਂ ਪੱਕਣੀ। ਇੱਕ ਪਾਣੀ ਦਾ ਗਲਾਸ ਨਹੀਂ ਤੁਸੀਂ ਲਿਆ ਸਕਦੇ। ਕਿਉਂ? ਕਿਉਂਕਿ ਇਹ ਸਾਰੇ ਕੰਮ ਕਰਨੇ ਪੈਣੇ ਆ। ਇਹ ਧਰਤੀ ਜਿਹੜੀ ਹੈ ਇਹ ਕਰਮ ਭੂਮੀ ਹੈ। ਇੱਥੇ ਜੋ ਵੀ ਕੰਮ ਕਰਾਂਗੇ ਉਹੀ ਹੋਣਾ, ਜਿਹੜਾ ਨਹੀਂ ਕਰਾਂਗੇ ਉਹ ਕਦੇ ਨਹੀਂ ਹੋਵੇਗਾ।
ਤੁਹਾਡੇ ਘਰ ਇੱਕ ਗਲਾਸ ਪਿਆ ਨਾ, ਜੇ ਤੁਸੀਂ ਚੁੱਕ ਕੇ ਉਹਨੂੰ ਰਸੋਈ 'ਚ ਨਹੀਂ ਖੜਿਆ ਨਾ, ਉਹ ਕਰੋੜਾਂ ਸਾਲ ਉੱਥੇ ਰਹੇਗਾ, ਉਹਨੂੰ ਕੋਈ ਨਹੀਂ ਛੇੜੇਗਾ। ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ 'ਚ ਜਿਹੜੇ ਉਗਣੇ ਆ, ਤੁਸੀਂ ਕੱਢੋਗੇ ਤੇ ਤਾਂ ਨਿਕਲਣੇ ਆ, ਜੇ ਤੁਸੀਂ ਨਹੀਂ ਕੱਢੋਗੇ ਤੇ ਨਹੀਂ ਨਿਕਲਣੇ। ਹੁਣ ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਸਕਦਾ? ਹੁਣ ਮੈਂ ਖੂਹ 'ਚ ਡਿੱਗਿਆ, ਹੁਣ ਨਿੱਜਰ ਸਾਹਿਬ ਕਹਿੰਦੇ ਚਰਨਜੀਤ ਆ ਰੱਸਾ ਫੜ ਤੇ ਬਾਹਰ ਆ ਜਾ, ਤੇ ਚਰਨਜੀਤ ਕਵੇ ਕਿ ਰੱਸਾ ਮੈਂ ਫੜਨਾ ਹੀ ਨਹੀਂ, ਮੈਂ ਸਗੋਂ ਕੱਛਾਂ 'ਚ ਆਪਣੇ ਹੱਥ ਹੋਰ ਟਾਈਟ ਕਰ ਲਏ ਆ, ਤੇ ਕੀ ਨਿੱਜਰ ਸਾਹਿਬ ਦਾ ਰੱਸਾ ਟੁੱਟਿਆ ਕੰਮ ਆਊਗਾ ਮੇਰੇ? ਬਾਣੀ 'ਚ ਤਾਂ ਕਹਿੰਦੇ ਕਬੀਰ ਜੀ ਦੀ ਬਾਣੀ 'ਚ ਪਤਾ ਨਹੀਂ ਉਹ ਕਹਿੰਦੇ ਸੀ, ਕਹਿੰਦੇ ਕਿ ਖੂਹ 'ਚ ਡਿੱਗਿਆ ਹੋਇਆ ਤਾਂ ਠੀਕ ਆ, ਪਰ ਖੂਹ 'ਚ ਡਿੱਗਿਆ ਹੋਇਆ ਤੇ ਰੱਸਾ ਕੀ ਫੜਨਾ? ਉਹ ਤਾਂ ਮਿਠਾਈ ਖਾ ਰਿਹਾ ਹੈ, ਉਹ ਤਾਂ ਪਦਾਰਥ ਰਸ ਕਸ ਭੋਗ ਰਿਹਾ ਹੈ, ਕਹਿੰਦਾ ਮੈਂ ਤਾਂ ਇੰਜੋਏ ਕਰ ਰਿਹਾ। ਹਾਂ, ਉਹ ਖੁੱਲ ਜਾ ਸਿਮਟਮ, ਉਹ ਜੋ ਸਿਮਟਮ ਬੰਦ ਹੋ ਰਹੀ ਆ, ਉਹ ਸੋਨਾ ਇਕੱਠਾ ਕਰ ਰਿਹਾ, ਹੀਰੇ ਇਕੱਠੇ ਕਰ ਰਿਹਾ, ਰਸਾਂ 'ਚ ਬੰਦਾ ਵੇਚਿਆ। ਉਹਨੂੰ ਇਹ ਨਹੀਂ ਪਤਾ ਕਿ ਇੱਕ ਸਮਾਂ ਆਉਣਾ ਹੈ ਜਿਹੜੀ ਸਿਮਟਮ ਖੁੱਲੀ ਇਹਨੇ ਬੰਦ ਹੋ ਜਾਣਾ, ਹੁਣ ਕਿਤੇ ਨੂੰ ਮੁਸ਼ਕਲ ਹੋਏ ਨੇ। ਹਾਂਜੀ ਨਿੱਜਰ ਸਾਹਿਬ ਅੱਗੇ ਹੁਣ ਜਿਹੜੇ ਹੈਗੇ ਨਾਮਦੇਵ ਜੀ ਆਪਾਂ ਨੂੰ ਵਾਰਨਿੰਗ ਦੇ ਰਹੇ ਆ, ਪਿਆਰਿਆ ਦੇਖ ਲਾ, ਜੇ ਤੂੰ ਜਿਹੜਾ ਹੈਗਾ ਭਗਤੀ ਕਰਨੀ ਹੈ ਨਾ, ਤੇ ਮਨ ਲਗਾ ਕੇ ਕਰੀ, ਅੰਦਰੋਂ ਭਗਤੀ ਕਰੀ, ਮਨ ਦੀ ਭਗਤੀ ਹੈਗੀ ਆ। ਪਹਿਲਾਂ ਇਸ ਤੋਂ ਪਹਿਲਾ ਸ਼ਬਦ ਜਿਹੜਾ ਲਿਆ ਸੀਗਾ, ਮਨ ਮੇਰੋ ਗਜ ਜੇਬਾ ਮੇਰੀ ਗਾਤੀ, ਮਨ ਪੂਰੀ ਬਾਣੀ ਮਨ ਨੂੰ ਐਡਰੈਸ ਕਰਦੀ ਹੈ, ਭਗਤੀ ਹੈ ਹੀ ਮਨ ਦੀ। ਹੁਣ ਨਾਮਦੇਵ ਜੀ ਕਹਿ ਰਿਹਾ, ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਕਹਿੰਦੇ ਇਨਸਾਨ ਦੀ ਆਦਤ ਆ ਵੀ ਬਾਹਰੋਂ ਜਿਹੜਾ ਹੈਗਾ ਬਣ ਜੂਗਾ ਬਾਈ, ਬਾਹਰੋਂ ਬੜਾ ਗਿਆਨੀ ਧਿਆਨੀ ਤੇ ਭਗਤ ਜਿਹੜਾ ਹੈਗਾ ਬੜਾ ਸਾਧਨਾ ਕਰਨ ਵਾਲਾ ਬਾਹਰੋਂ, ਪਰ ਅੰਦਰ ਜਿਹੜਾ ਹੈਗਾ ਪੂਰਾ ਉਹੋ ਜਿਹਾ ਪੱਥਰ ਦਿਲ ਅੰਦਰ ਉਸ ਤਰ੍ਹਾਂ ਹੀ ਰਹੂਗਾ। ਕਹਿੰਦੇ ਸੱਪ ਵਾਂਗੂ, ਸੱਪ ਜਿਹੜਾ ਕੁੰਚ ਛੱਡਦਾ ਹੈ, ਜ਼ਹਿਰ ਥੋੜੀ ਨਾ ਛੱਡਦਾ ਹੈ ਸੱਪ। ਅੰਦਰ ਤਾਂ ਤੂੰ ਜਿਹੜਾ ਹੈਗਾ, ਤੇਰਾ ਮਨ ਤਾਂ ਉਸ ਤਰ੍ਹਾਂ ਪਦਾਰਥਾਂ ਨੂੰ ਭੋਗ ਰਿਹਾ, ਉਸੇ ਤਰ੍ਹਾਂ ਤੂੰ ਜਿਹੜਾ ਹੈਗਾ ਖੁੱਲਾ ਛੱਡਿਆ ਹੋਇਆ ਮਨ ਨੂੰ। ਸਾਂਪ ਕੁੰਚ ਛੋੜੈ ਬਿਖ ਨਹੀਂ ਛਾੜੈ, ਉਦਕ ਮਾਹੇ ਜੈਸੇ ਬਗ ਧਿਆਨ ਮਾਂਡੈ। ਦੂਜਾ ਐਗਜ਼ਾਮਪਲ ਦੇ ਰਿਹਾ, ਕਹਿੰਦੇ ਦੇਖ ਲੈ ਬਗਲਾ ਜਿਹੜਾ ਹੁੰਦਾ ਹੈ ਪਾਣੀ ਦੇ ਵਿੱਚ ਖੜਾ ਹੈ, ਬੜਾ ਧਿਆਨ ਲਾ ਕੇ, ਇੱਕ ਲੱਤ ਉੱਤੇ ਆ, ਪੂਰਾ ਅੱਖਾਂ ਬੰਦ ਆ, ਅੱਧੀਆਂ ਖੁੱਲੀਆਂ, ਉਹੇ ਜਿਹਾ ਕਹਿੰਦੇ ਧਿਆਨ ਕਰ ਰਿਹਾ ਤੂੰ। ਅੰਦਰ ਤੇਰਾ ਮਨ ਜਿਹੜਾ ਹੈਗਾ ਪੂਰਾ ਦਾ ਪੂਰਾ ਗਲਤਾਨ ਹੈਗਾ, ਵਿਸ਼ੇ ਵਿਕਾਰਾਂ ਦੇ ਵਿੱਚ, ਮਾਇਆ ਦੇ ਵਿੱਚ ਤੇਰੇ ਅੰਦਰ ਪੂਰੇ ਵਿਚਾਰ ਚੱਲ ਰਹੇ ਆ ਮਾਇਆ ਦੇ। ਤੂੰ ਜਿਹੜਾ ਹੈਗਾ ਉੱਪਰੋਂ ਵਾਹਿਗੁਰੂ ਕਰ ਰਿਹਾ। सांप कुंच छोड़ै बिख नहीं छाड़ै, उदक माहे जैसे बग ध्यान मांडै। काहे को कीजै ध्यान जपन्ना। फिर तू ध्यान जपना जिहड़ा काहदे लई कर रहा है, किहनूं दिखाउण वास्ते कर रहा है? तू की समझदा है भी परमात्मा जिहड़ा हैगा, परमात्मा नूं तू जिहड़ा हैगा बेवकूफ बना लेगा। काहे को कीजै ध्यान जपन्ना, जब ते सुध नाही मन अपना। जद तक तू मन नूं तां फड़ ही नहीं रहा, मन तां खुला छड्डिया होया, मन दी सुधाई तां कर ही नहीं रहा तू। रहाओ। हाँ जी वीर जी। हाँ जी ठीक है जी। वो पहली तुक च कह रहे ने, वो बाहरी भेस की गल करते हुण कहंदे आ कि बाहरों तू सप दे वांगू कुंज ला देना, पर तेरे अंदर जिहड़ा जहर है काम दा, क्रोध दा, लोभ दा, मोह दा, हंकार दा, राग करदा है, द्वेष करदा है, तू द्वेष करके लोकां तो ईर्खा करदा है, वो तेरे अंदर तो जहर है। बाहर तेरी कुंज लाई किस काम दी? हुण सप कुंज ला लैंदा ते की वो कुंज लाउण दे नाल ओहदा जहर घट जांदा? नहीं घटदा ना। बिल्कुल। इसे ही तरह इंसान जिहड़ा अपनी कुंजां बदलदा है, एक जगह तो भज्या दूजी ते गया, दूजी तो भज्या तीजी ते गया, और इसी तरह भज्या फिरदा है, पर वो विचार नहीं करदा कि जहर ते मेरे अंदर है। हुण आपां अपने जीवन च वेखीए कि सच्ची अहीं कुंज ते नहीं ला रहे किते। आपां भी तो उसे लड़ी चों ही आउंदे आ, किते साडे ते जहर ते नहीं हैगा लोकां दे प्रति। अपने वास्ते तो है, बाणी अपने वास्ते तो है गोरखी साहब। आहो किते लोकां दी ना गल कर लईए, गल ते साडी हो रही है। हाँ आओ ते बाकी एक गल हैगी, जे तुसीं 7-8 महीने लगातार साधना करदे जो ना, तो तुहाडे चित्त दी शुद्धि होण दे नाल तुहाडे अंदर जिहड़ी नफरत है ना लोकां दे प्रति, वो शांत हो जानी है। देखो पता की हुंदा, ਅਸੀਂ ਨਾ ਤੇ ਕਿਸੇ ਲਈ ਚੰਗਾ ਸੋਚ ਸਕਦੇ ਹਾਂ ਤੇ ਨਾ ਕਿਸੇ ਲਈ ਬੁਰਾ ਸੋਚ ਸਕਦੇ। ਕਈ ਵਾਰੀ ਕਿਸੇ ਦੀ ਚੰਗੀ ਗੱਲ ਵੀ ਸਾਨੂੰ ਬੁਰੀ ਲੱਗਦੀ ਹੈ। ਉਹ ਕਿਉਂ? ਕਿਉਂਕਿ ਸਾਡਾ ਜਿਹੜਾ ਚਿੱਤ ਆ ਨਾ, ਉਹ ਚਿੱਤ 'ਚ ਜਦੋਂ ਚੀਜ਼ ਪ੍ਰਗਟ ਹੁੰਦੀ ਹੈ ਨਾ, ਉਹ ਜਿਹੋ ਜਿਹੇ ਸੰਸਕਾਰ ਆ ਉਹੋ ਜਿਹੇ ਰੰਗ ਉਹਨੂੰ ਚੜ ਜਾਣਾ, ਔਰ ਉਸੇ ਚੀਜ਼ ਨੂੰ ਆਪਾਂ ਉਸੇ ਰੂਪ 'ਚ ਵੇਖਣਾ। ਹੁਣ ਤੁਸੀਂ ਵੇਖਿਆ ਨਹੀਂ, ਕਈਆਂ ਲੋਕਾਂ ਨੂੰ ਨਾ ਤੁਸੀਂ ਚੰਗੀ ਮੱਤ ਵੀ ਦਿੰਦੇ ਜੋ,
ਉਹ ਸੁਣਦਾ ਹੀ ਨਹੀਂ ਅਗਲਾ। ਤੁਹਾਡੀ ਚੰਗੀ ਗੱਲ ਵੀ ਉਹਨਾਂ ਨੂੰ ਚੰਗੀ ਲੱਗਦੀ, ਲੱਗਦੀ ਕਿ ਉਹਦੇ ਅੰਦਰ ਉਹਦਾ ਰੰਗ ਆਪਣਾ ਹੀ ਬੜਾ ਪਾਵਰਫੁਲ ਹੈ। ਸਹੀ ਹੈ ਨਾ ਜੀ ਸਾਹਿਬ? ਬਿਲਕੁਲ, ਚੰਗੀ ਗੱਲ ਵੀ ਚੁੱਭ ਜਾਣੀ ਹੈ ਅਗਲੇ ਨੂੰ। ਹਾਂ, ਤੁਸੀਂ ਉਹ ਕਿਸੇ ਨੇ ਨਾ ਪੰਜਾਬੀ ਚ ਕਹਾਵਤ ਸੀ, ਮੇਰੇ ਡੈਡੀ ਕਹਿੰਦੇ ਮੈਨੂੰ, ਕਹਿੰਦਾ ਪੁੱਤ ਕਿਸੇ ਨੇ ਨਾ ਖੋਤੇ ਨੂੰ ਘਿਓ ਪਿਆਤਾ ਤੇ ਖੋਤਾ ਕੋ ਕਹਿੰਦਾ ਮੇਰੇ ਕੰਨ ਮਰੋੜਦੇ ਉਹ ਪਹਿਲੀ ਗੱਲ ਕਹਿੰਦਾ ਪੁੱਤ ਖੋਤੇ ਨੂੰ ਘਿਓ ਤੇ ਪਿਆਉਂਦਾ ਨਹੀਂ ਆ, ਪਰ ਉਹ ਖੋਤਾ ਹੋਰ ਕੋਈ ਦੰਦ ਜੇ ਕੱਢ ਕੇ ਕਹਿੰਦਾ ਕਿ ਮੇਰੇ ਕੰਨ ਮਰੋੜੀ ਜਾਂਦੇ ਆ। ਉਹਨੂੰ ਉਹਦੀ ਚੰਗਿਆਈ ਨਹੀਂ ਦੇਖਦੀ ਦੂਜੇ ਬੰਦੇ। ਕਈ ਬੰਦੇ ਵੀ ਏਦਾਂ ਦੇ ਹੁੰਦੇ ਆ, ਤੁਸੀਂ ਉਹਨਾਂ ਨੂੰ ਚੰਗੀ ਮੱਤ ਵੀ ਦਓਗੇ ਨਾ ਕਿ ਅੱਗੇ ਹੋਇਆ ਹੀ ਭਰਾ ਨਾ ਡਿੱਗ, ਅਗਲਾ ਕਹਿੰਦਾ ਤੈਨੂੰ ਪਤਾ ਜ਼ਿਆਦਾ, ਮੈਨੂੰ ਨੀ ਚਾਹੀਦਾ, ਕਿਉਂਕਿ ਇਹ ਇਨਸਾਨ ਹੀ ਏਦਾਂ ਦਾ, ਉਹਨਾਂ ਨੂੰ ਘਸਾਉਂਦੇ ਆ। ਇਸੇ ਤਰ੍ਹਾਂ ਬਾਣੀ ਚ ਸਾਨੂੰ ਏਦਾਂ ਨੀ ਉਹਨਾਂ ਨੇ ਕੀਤਾ ਕਿ ਇਹ ਬੰਦੇ ਨੂੰ ਏਦਾਂ ਛੱਡ ਦਈਏ। ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਉਹ ਦੇਖੋ ਆਪਣਾ ਮੈਸੇਜ ਸਾਡੇ ਤੱਕ ਛੱਡ ਕੇ ਗਏ ਨੇ। ਅੱਜ ਆਪਾਂ ਉਹਨਾਂ ਦੀ ਗੱਲਾਂ ਪੜ੍ਹ ਰਹੇ ਨੇ, ਉਹਨਾਂ ਦੇ ਵਿਚਾਰ ਪੜ੍ਹ ਰਹੇ ਹਾਂ, ਸਾਨੂੰ ਉਹਨਾਂ ਦੇ ਬਾਰੇ ਪਤਾ ਲੱਗ ਰਿਹਾ ਕਿ ਉਹ ਕਿੱਦਾਂ ਦੀ ਸੋਚ ਦੇ ਮਾਲਕ ਨੇ। ਹੁਣ ਇੱਥੇ ਕਹਿੰਦੇ ਨੇ ਕਿ ਜਿੱਦਾਂ ਬੰਦਾ ਬਾਹਰੀ ਤੌਰ ਤੇ ਆਪਣੇ ਨੂੰ ਆਪ ਨੂੰ ਧਾਰਮਿਕ ਕਰਨਾ ਚਾਹੁੰਦਾ ਹੈ, ਉਹ ਏਦਾਂ ਕਰਦਾ ਹੈ, ਬਹੁਤ ਮੇਕਅਪ ਕਰ ਲੈਂਦਾ, ਪਰ ਅੰਦਰ ਦਾ ਜ਼ਹਿਰ ਨਹੀਂ ਕੱਢਦਾ। ਅਗਲੇ ਬੰਨੇ ਵੇਖੋ, ਕਹਿੰਦੇ ਕਿ ਬੰਗਲੇ ਦੇ ਵਾਂਗੂ ਧਿਆਨ ਵੀ ਲਾਉਂਦਾ, ਸਾਨੂੰ ਦਿਖਾਉਂਦਾ ਹੈ, ਪਰ ਉਹਨੂੰ ਇਹ ਨਹੀਂ ਪਤਾ ਤੇਰਾ ਜਿਹੜਾ ਧਿਆਨ ਹੈ ਨਾ, ਉਹ ਤੇਰਾ ਧਿਆਨ ਜ਼ਿੰਦਗੀ ਦਾ ਤੇਰੀ ਸਭ ਤੋਂ ਵੱਡੀ ਪ੍ਰਾਪਤੀ ਹੈ। ਆਪਣੇ ਜੀਵਨ ਦੀ ਸਾਧ ਸੰਗਤ ਜਿਹੜੀ ਪ੍ਰਾਪਤੀ ਹੈ ਨਾ, ਉਹ ਹੈਗਾ ਧਿਆਨ। ਔਰ ਧਿਆਨ ਡੱਡੀਆਂ ਦੇ ਉੱਤੇ ਹੈਗਾ, ਧਿਆਨ ਤਾਂ ਮੱਛੀਆਂ ਦੇ ਉੱਤੇ ਹੈਗਾ। ਹਾਂ, ਤੇ ਜੇ ਤੁਹਾਡਾ ਧਿਆਨ ਔਗਣਾਂ 'ਚ ਬੈਠਾ ਹੈ, ਵਿਸ਼ੇ ਵਿਕਾਰਾਂ 'ਚ ਬੈਠਾ ਹੈ, ਤੇ ਫਿਰ ਸੋਚਣ ਦੀ ਲੋੜ ਹੈ। ਹਾਂਜੀ, ਹੁਣ ਇੱਥੇ ਕਹਿੰਦੇ ਆ ਇੱਕ ਨਜ਼ਰ ਸਾਹਿਬ ਅਗਲੀ ਤੋਂ ਬੋਲੋ। ਕਾਹੇ ਕੋ ਕੀਜੇ ਧਿਆਨ ਜਪਨਾ, ਕਹਿੰਦੇ ਧਿਆਨ ਜਪਣਾ ਜਿਹੜਾ ਹੈਗਾ, ਕਿਉਂ ਜਿਹੜਾ ਹੈਗਾ ਉੱਪਰੋਂ ਕਿਉਂ ਕਰ ਰਿਹਾ ਆ? ਜੀਭ ਦੇ ਨਾਲ ਬਾਹਰੀ ਭੇਖ ਬਣਾ ਲਿਆ, ਜੀਭ ਦੇ ਨਾਲ ਜਿਹੜਾ ਹੈਗਾ ਤੂੰ ਧਿਆਨ ਸਿਮਰਨ ਵੀ ਕਰ ਰਿਹਾ ਆ, ਤੇ ਅੰਦਰ ਮਨ ਨੂੰ ਦੇਖ ਹੀ ਨਹੀਂ ਰਿਹਾ, ਮਨ ਨੂੰ ਫੜ ਹੀ ਨਹੀਂ ਰਿਹਾ। ਜਬ ਤੇ ਸੁੱਧ ਨਾ ਹੀ ਮਨ ਆਪਣਾ, ਮਨ ਦੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੋ ਰਿਹਾ, ਕਿਉਂਕਿ ਮਨ ਜਿਹੜਾ ਹੈਗਾ ਮਨ ਨੂੰ ਫੜਿਆ ਨਹੀਂ ਹੈ। ਮਨ ਔਗੁਣਾਂ ਦੇ ਵਿੱਚ ਹੀ ਵਾਪਸ, ਔਗੁਣਾਂ ਦੇ ਵਿੱਚ ਜਿਹੜਾ ਹੈਗਾ ਉਧਰ ਮਨ ਨੂੰ ਰੋਕ ਨਹੀਂ ਰਿਹਾ, ਮਨ ਨੂੰ ਵਾਚ ਨਹੀਂ ਕਰ ਰਿਹਾ, ਮਨ ਨੂੰ ਖੁੱਲਾ ਛੱਡਿਆ ਹੋਇਆ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ, ਇੱਕ ਚੀਜ਼ ਹੋਰ ਅੱਜ ਆਪਾਂ ਕਲੀਅਰ ਕਰਦੇ ਹਾਂ। ਪਹਿਲੀ ਗੱਲ ਤੇ ਇਹ ਜੋ ਵੀ ਲੋਕ ਪ੍ਰਚਾਰਕ ਹਨ, ਇਹਨਾਂ ਨੂੰ ਇਹ ਨਹੀਂ ਪਤਾ ਕਿ ਰੱਬ ਨੂੰ ਪ੍ਰਾਪਤ ਕਰਨਾ ਕੀ ਹੈ। ਇਹ ਚੀਜ਼ ਨੂੰ ਆਪਾਂ ਅੰਡਰਸਟੈਂਡ ਕਰੋ, ਨਹੀਂ ਪਤਾ ਲੋਕੀ ਪਤਾ ਨਹੀਂ ਕਿਹੜੇ ਰੱਬ ਦੀ ਗੱਲ ਕਰੀ ਜਾਂਦੇ ਆ, ਉਹਦਾ ਬੈਠਾ ਬਣੇ ਕਿ ਆਪਾਂ ਕੋਈ ਜ਼ਿਆਦਾ ਕੰਮ ਨਹੀਂ ਕਰਨਾ, ਇੱਕ ਛੋਟਾ ਜਿਹਾ ਕੰਮ ਕਰਨਾ ਹੈ, ਵਿਚਾਰਾਂ ਤੋਂ ਮੁਕਤ ਹੋ ਕੇ ਆਪਣੀ ਚੇਤਨਾ ਨੂੰ ਸਵੈ ਵਿੱਚ ਅਸਤ ਕਰਨਾ। ਇੱਕ ਛੋਟਾ ਜਿਹਾ ਕੰਮ, ਜ਼ਿਆਦਾ ਵੱਡਾ ਕੰਮ, ਇਹੋ ਹੀ ਆਖਰੀ ਅਵਸਥਾ ਹੈ। ਉਹਨੂੰ ਤੁਰੀ ਅਵਸਥਾ ਕਹਿੰਦੇ ਆਪਾਂ। ਅਧਿਆਤਮਿਕ ਸਫ਼ਰ ਤੇ ਜਦੋਂ ਕੋਈ ਬੰਦਾ ਚੱਲਦਾ ਹੈ, ਤੇ ਜਾਗਰਤ, ਸਪਨ ਤੇ ਸੁਖਾਪਤੀ, ਇਹਨਾਂ ਤਿੰਨਾਂ ਅਵਸਥਾ 'ਚ ਸਧਾਰਨ ਬੰਦਾ ਆਪਣਾ ਜੀਵਨ ਬਤੀਤ ਕਰਦਾ ਹੈ। ਇਹਦੇ ਵਿੱਚ ਹੀ ਮਰ ਖੱਪ ਜਾਂਦਾ ਹੈ, ਸੰਸਾਰ ਤੋਂ ਚਲਾ ਜਾਂਦਾ, ਅਨੰਤ ਜਨਮਾਂ ਤੋਂ ਇਹ ਸਿਲਸਿਲਾ ਚੱਲਦਾ। ਚੌਥਾ ਪਦ ਮਤਲਬ ਇਹੋ ਹੀ ਹੈ, ਆਤਮਾ, ਜਿਹਨੂੰ ਅਸੀਂ ਤੁਰਿਆ ਤੱਤ ਕਹਿੰਦੇ। ਨਿਰਵਿਚਾਰ ਹੋ ਕੇ ਆਪਣੇ ਵਿੱਚ ਆਪਣੀ ਸੁਰਤੀ ਨੂੰ ਅਸਤ ਕਰ ਦੇਣਾ ਹੀ ਤੁਰੀ ਅਵਸਥਾ। ਸ਼ੁਰੂ ਦੇ ਵਿੱਚ ਤੁਹਾਨੂੰ ਜਿਹੜੀ ਅਵਸਥਾ ਹੈ, ਇਹ ਭਗਤੀ ਰਾਹੀਂ, ਸਮਾਧੀ ਰਾਹੀਂ ਪ੍ਰਾਪਤ ਹੋਣੀ। ਫਿਰ ਜੇ ਤੁਸੀਂ ਬਾਰ-ਬਾਰ ਉਸ ਅਵਸਥਾ 'ਚ ਗਏ, ਉੱਥੇ ਜਾਣ ਤੋਂ ਬਾਅਦ ਬਾਣੀ 'ਚ ਵੀ ਦੱਸਿਆ ਹੈ ਕਿ ਉੱਥੇ ਕਿਵੇਂ ਉਹ ਆਤਮਾ ਬੰਦੇ ਨੂੰ ਸ਼ੁੱਧ ਕਰਦੀ ਆ, ਇਹਦੇ ਬਾਰੇ ਕੋਈ ਦੱਸਿਆ ਨਹੀਂ ਜਾ ਸਕਦਾ। ਉਹ ਆਪਣੇ ਆਪ ਹੁੰਦਾ। ਉਹ ਸੰਗਤ ਜਿੱਦਾਂ ਪਾਰਕ ਦੇ ਲਾਗੇ ਪਿੱਤਲ ਗਿਆ, ਤਾਂਬਾ ਗਿਆ, ਉਹ ਸੋਨਾ ਬਣ ਜਾਂਦਾ। ਇਸੇ ਹੀ ਤਰ੍ਹਾਂ ਜਦੋਂ ਅਸੀਂ ਆਤਮਾ ਦੀ ਸ਼ੋਅ ਪ੍ਰਾਪਤ ਕਰਦੇ ਹਾਂ ਨਾ, ਆਟੋਮੈਟਿਕਲੀ ਮਲੀਨਤਾ ਸਾਡੇ ਜੀਵਨ 'ਚ ਦੂਰ ਹੋ ਜਾਂਦੀ। ਆਪਾਂ ਕਿਸੇ ਰੱਬ ਨੂੰ ਲੱਭਣ ਦੀ ਲੋੜ ਨਹੀਂ ਹੈ। ਅਸੀਂ ਕੇਵਲ ਆਪਣੇ ਆਪ ਨੂੰ ਇਸ ਵਿਚਾਰ ਮੰਡਲ ਤੋਂ ਅੱਗੇ ਲੈ ਕੇ ਆਉਣਾ, ਕਿਉਂਕਿ ਵਿਚਾਰ ਮੰਡਲ ਜਿਹੜਾ ਹੈ ਇਹ ਜੜ ਦੇ ਹੁੰਦਾ, ਜੜ ਦੇ ਨਾਲ ਸਾਨੂੰ ਜੋੜਦਾ। ਆਪਾਂ ਕੇਵਲ ਆਪਣੀ ਸੁਰਤੀ ਨੂੰ, ਆਪਣੇ ਧਿਆਨ ਨੂੰ ਅੰਦਰ ਇਕਾਗਰ ਕਰਨਾ। ਇੱਥੇ ਜਿਹੜੀ ਗੱਲ ਕਰਦੇ ਨਾ ਮਨ ਦੀ ਗੱਲ, ਮਨ ਨੂੰ ਸਾਧਨਾ ਹੈ। ਮਨ ਨੂੰ ਸਾਧਨਾ ਕੀ ਹੈ ਕਿ ਮਨ ਜਿਹੜਾ ਹੈ ਨਾ ਤੁਹਾਡੇ ਕੰਟਰੋਲ 'ਚ ਨਹੀਂ ਹੈ, ਬਾਈ ਉਹ ਆਊਟ ਆਫ ਕੰਟਰੋਲ ਹੋ ਗਿਆ। ਇਸ ਕਰਕੇ ਉਹ ਜਿਹੜੀ ਚੀਜ਼ ਸਾਨੂੰ ਦਿਖਾ ਰਿਹਾ, ਸਾਨੂੰ ਪਤਾ ਵੀ ਨਹੀਂ ਲੱਗ ਰਿਹਾ ਕਿ ਇਹ ਤੇ ਮਨ ਦੀ ਇੱਕ ਚਲਾਕੀ ਹੈ। ਆਪਾਂ ਕਰੀ ਜਾ ਰਹੇ ਹਾਂ। ਆਪ ਤੁਸੀਂ ਦੇਖੋ, ਤੁਹਾਡੇ ਅੰਦਰ ਕੋਈ ਵੀ ਚੀਜ਼ ਪੈਦਾ ਹੋ ਰਹੀ ਨਾ ਮਨ ਦੇ ਅੰਦਰ, ਚਿੱਤ 'ਚ, ਤੁਸੀਂ ਉਹ ਕਰਨ ਲੱਗ ਜਾਂਦੇ ਹੋ, ਤੁਸੀਂ ਸੋਚਦੇ ਨਹੀਂ ਜੋ।
ਸਹੀ ਨੇ ਸਾਹਿਬ? ਬਿਲਕੁਲ, ਬੁੱਧੀ ਤੋਂ ਕੰਮ ਨਹੀਂ ਲੈਂਦੇ। ਆਪਾਂ ਤਾਂ ਭਾਵਨਾ ਆਉਂਦੀ ਆ ਵੀ ਆਹ ਚਾਹੀਦਾ, ਆਹ ਖਾਣਾ ਹੈ, ਆਹ ਭੋਗਣਾ ਹੈ, ਆਹ ਦੇਖਣਾ ਹੈ, ਉਹ ਬਸ ਉਸ ਪਾਸੇ ਚੱਲ ਪੈਂਦੇ। ਤੁਸੀਂ ਹੁਣੇ ਹੀ ਰੋਟੀ ਖਾਧੀ ਆ, 5 ਮਿੰਟਾਂ ਬਾਅਦ ਮਨ ਚ ਫੁਰਨਾ ਆਉਣਾ ਜੀ ਫਲਾਣਾ ਚੀਜ਼ ਲਿਆਓ। ਤੁਸੀਂ ਇਹ ਨਹੀਂ ਸੋਚਣਾ ਕਿ ਅੱਧਾ ਘੰਟਾ ਪਹਿਲਾਂ ਰੋਟੀ ਖਾਧੀ ਆ। ਬਿਲਕੁਲ, ਢਿੱਡ ਨੂੰ ਰੈਸਟ ਵੀ ਤੇ ਦੇਣੀ ਆ ਨਾ, ਪਰ ਤੁਸੀਂ ਫਿਰ ਉਹਦੀ ਮਨ ਦੀ ਸੁਣ ਲੈਣੀ ਆ, ਤੁਸੀਂ ਉਹ ਖਾਣ ਤੁਰ ਪੈਣਾ। ਹੁਣੇ ਤੁਸੀਂ ਆਹ ਚੀਜ਼ ਪੀਤੀ ਆ, 10 ਮਿੰਟਾਂ ਬਾਅਦ ਇਹਨੇ ਕਹਿਣਾ ਉਹ ਪਿਆ। ਇਹ ਛੋਟੇ ਬੱਚੇ ਵਾਂਗੂ ਜਿੱਧਰ ਤੁਸੀਂ ਫਿਰਦਾ ਤੁਸੀਂ ਇਹਦੇ ਪਿੱਛੇ ਤੁਰੇ ਜਾਂਦੇ ਹੋ। ਮਨ ਕੀ ਆ, ਤੁਹਾਡੀ ਭਾਵਨਾ ਹੈ, ਉਹ ਪੱਕੀ ਨਹੀਂ ਹੈਗੀ। ਹੁਣ ਜਿੱਦਾਂ ਮੇਲੇ 'ਚ ਬੱਚਾ ਜਾਂਦਾ, ਉਹ ਡਿਮਾਂਡ ਕਰੀ ਜਾਂਦਾ ਹੈ, ਤੁਸੀਂ ਉਹਨੂੰ ਇੱਕ ਚੀਜ਼ ਲਿੱਤੀ ਫਿਰ ਉਹਨੇ ਦੂਜੀ ਮੰਗ ਲੈਣੀ ਆ, ਤੁਸੀਂ ਦੂਜੀ ਦਿੱਤੀ ਉਹਨੇ ਤੀਜੀ ਮੰਗ ਲੈਣੀ ਆ। ਇਸੇ ਹੀ ਤਰ੍ਹਾਂ ਮਨ ਜਿਹੜਾ ਹੈ ਸ਼ਰਾਰਤਾਂ ਕਰਦਾ ਹੈ ਔਰ ਬੰਦੇ ਨੂੰ ਹਿੱਕੀ ਫਿਰਦਾ ਹੈ, ਬੰਦੇ ਨੂੰ ਧੂਈ ਫਿਰਦਾ ਹੈ। ਔਰ ਇਸ ਚੀਜ਼ ਨੂੰ ਆਪਾਂ ਸਮਝਣਾ ਹੈ। ਔਰ ਇਸ ਮਨ ਤੋਂ ਮੁਕਤੀ ਪ੍ਰਾਪਤ ਕਰਨ ਦਾ ਇੱਕੋ ਹੀ ਤਰੀਕਾ ਹੈ ਸਮਾਧੀ। ਨਿਰਵਿਚਾਰ ਅਵਸਥਾ ਦੇ ਵਿੱਚ ਜਦੋਂ ਅਸੀਂ ਪ੍ਰਵੇਸ਼ ਕਰਦੇ ਹਾਂ, ਉਹਨੂੰ ਨਿਰਵਿਚਾਰ ਸਮਾਧੀ ਕਹਿੰਦੇ। ਉਸ ਸਮਾਧੀ ਦੇ ਵਿੱਚ ਜੇ ਤੁਸੀਂ ਲਗਾਤਾਰ ਆਪਣੀ ਸੁਰਤੀ ਨੂੰ ਇਕਾਗਰ ਕਰਦੇ ਜੋ, ਉਹ ਨਿਰਬੀਜ ਸਮਾਧੀ ਬਣ ਜਾਂਦੀ ਹੈ। ਨਿਰਬੀਜ ਦਾ ਮਤਲਬ ਜਿਹੜੇ ਅੰਦਰ ਦੇ ਬੀਜ ਸਨ, ਜਿਹੜੇ ਸੰਸਕਾਰ ਸਨ, ਜਿਨ੍ਹਾਂ ਨੇ ਪ੍ਰਗਟ ਹੋਣਾ ਸੀ, ਉਹ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ। ਪਹਿਲਾਂ ਤੁਹਾਡਾ ਸੁਭਾਅ ਬਦਲੇਗਾ। ਦੇਖੋ, ਨਿਰਬੀਜ ਸਮਾਧੀ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡੇ ਜਿਹੜਾ ਜੀਵਨ ਹੈ ਨਾ, ਤੁਹਾਡੇ ਔਗਣ ਤੁਹਾਡੇ ਤੋਂ ਦੂਰ ਹੋ ਜਾਣਗੇ। ਕਿਉਂਕਿ ਉਹਦਾ ਕਿੱਦਾਂ ਪਤਾ ਲੱਗੂਗਾ ਕਿ ਮੈਂ ਨਿਰਬੀਜ ਸਮਾਧੀ 'ਚ ਪ੍ਰਵੇਸ਼ ਕਰ ਗਿਆ। ਹੁਣ ਕਾਮ ਦਾ ਇੱਕ ਬੀਜ ਹੈ ਤੁਹਾਡੇ ਅੰਦਰ, ਇੱਕ ਰੁੱਖ ਆ ਜਿਹਨੂੰ ਕਾਮ ਰੂਪੀ ਫਲ ਲੱਗਦੇ ਨੇ, ਕ੍ਰੋਧ ਦੇ ਫਲ ਲੱਗਦੇ ਨੇ, ਮੋਹ ਦੇ ਫਲ ਲੱਗਦੇ ਨੇ, ਹੰਕਾਰ ਦੇ ਫਲ ਲੱਗਦੇ ਨੇ। ਇਹਦੇ ਫਲ ਨੇ ਇਹ ਹੌਲੀ ਹੌਲੀ ਕਰਕੇ ਇਹ ਲੱਗਣੋਂ ਹਟ ਜਾਣੇ। ਔਰ ਜਿਵੇਂ ਜਿਵੇਂ ਇਹ ਲੱਗਣੋਂ ਹਟ ਗਏ ਤੇ ਇਹ ਦੇਖਿਆ ਨਾ, ਤੇ ਕਹਿੰਦੇ ਮੈਂ ਕੈਂਚੀ ਨਾਲ ਕੱਟਦੇ ਸਾਰਾ, ਉਹ ਫਿਰ ਹੌਲੀ ਹੌਲੀ ਆਪਣੇ ਆਪ ਹੀ ਕੱਟਦੇ ਨੇ। ਔਰ ਬੁੱਧੀ ਦੇ ਵਿੱਚ ਫਿਰ ਕੋਈ ਵੀ ਚੀਜ਼ ਆਊਗੀ, ਤੁਸੀਂ ਪਹਿਲਾਂ ਤੇ ਬੇਧੜਕ ਕਰ ਦਿੰਦੇ ਸੀ ਨਾ, ਪਰ ਤੁਸੀਂ ਹੁਣ ਤੇ ਕਿਸੇ ਦਾ ਰੁਪਈਆ ਨਹੀਂ ਚੁੱਕ ਸਕਦੇ। ਦੇਖ ਲਿਓ ਤੁਸੀਂ ਕੋਸ਼ਿਸ਼ ਕਰਕੇ, ਤੁਸੀਂ ਕਿਸੇ ਨੂੰ ਮਾੜਾ ਲਫ਼ਜ਼ ਨਹੀਂ ਬੋਲ ਸਕਦੇ। ਬੋਲ ਕੇ ਆ ਜੇ ਤੁਹਾਨੂੰ ਰਾਤ ਨੂੰ ਚੈਨ ਹੀ ਨਹੀਂ ਆਉਣਾ, ਤੁਸੀਂ ਫੋਨ ਕਰਕੇ ਕੋਈ ਮਾਫੀ ਮੰਗੋਗੇ, ਕਿਉਂਕਿ ਚਿੱਤ ਸਾਫ਼ ਹੋ ਗਿਆ। ਜਿਹੜਾ ਬੰਦਾ ਥੱਲੇ ਬੈਠਾ ਨਾ, ਦੇਖੋ ਜਿਹੜਾ ਬੰਦਾ ਚੜਿਆ ਹੀ ਨਹੀਂ, ਉਹ ਤੇ ਬੈਠਾ ਹੀ ਜ਼ਮੀਨ ਤੇ ਆ, ਉਹਨੇ ਕਿੱਥੇ ਡਿੱਗਣਾ ਹੈ। ਪਰ ਜਿਹੜੇ ਬੰਦੇ ਨੇ ਗਤੀ ਕੀਤੀ ਹੈ, ਜਿਹੜਾ 100-200 ਫੁੱਟ ਉੱਪਰ ਚੜਿਆ ਨਾ ਪਹਾੜ ਤੇ, ਉਹਨੂੰ ਪਤਾ ਹੈ ਮੈਂ ਉੱਪਰ ਆ ਚੁੱਕਿਆ। ਹੁਣ ਉੱਥੇ ਇਹਨੂੰ ਵੀ ਪਤਾ ਕਿ ਕਿਹੜੀ ਚੀਜ਼ ਮੈਨੂੰ ਥੱਲੇ ਲੈ ਕੇ ਜਾ ਸਕਦੀ ਹੈ। ਫਿਰ ਉਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਉਹ ਬੰਦਾ ਦੂਰ ਕਰ ਲੈਂਦਾ। ਦੇਖੋ, ਜਿਹੜੇ ਬੰਦੇ ਨੇ ਕਾਲੇ ਰੰਗ ਦੇ ਕੱਪੜੇ ਪਾਏ ਆ ਨਾ, ਉਹਨੂੰ ਕੋਈ ਨਹੀਂ ਫਰਕ ਪੈਂਦਾ, ਉੱਤੇ ਭਾਵੇਂ ਤੁਸੀਂ ਸ਼ਾਹੀ ਰੋਡ ਦਿਓ ਕਾਲੇ ਰੰਗ ਦੀ। ਪਰ ਜਿਹੜੇ ਬੰਦੇ ਨੇ ਭਗਤੀ ਕੀਤੀ ਆ, ਉਹਦੇ ਕੱਪੜੇ ਕਾਲੇ ਨਹੀਂ ਰਹਿ ਜਾਂਦੇ, ਸਫੇਦ ਹੋ ਜਾਂਦੇ ਆ। ਛੋਟਾ ਜਿਹਾ ਬੁਰਾਈ ਦਾ ਤਿਣਕਾ ਵੀ ਤੁਹਾਨੂੰ ਲੱਗਣ ਦੀ ਕੋਸ਼ਿਸ਼ ਕਰੇਗਾ ਨਾ, ਤਾਂ ਤੁਸੀਂ ਉਹ ਵੀ ਨਹੀਂ ਲੱਗਣ ਦੇਣਾ। ਕਿਉਂ? ਕਿਉਂਕਿ ਚਿੱਟੇ ਕੱਪੜੇ ਛੋਟਾ ਜਿਹਾ ਦਾਗ ਲੱਗ ਜੇ ਨਾ, ਬੜੀ ਦੂਰੋਂ ਦਿਖਾਈ ਦਿੰਦਾ ਹੈ। ਇਸੇ ਕਰਕੇ ਬ੍ਰਹਮ ਗਿਆਨੀ ਨੂੰ ਔਗਣ 'ਚ ਲੈ ਕੇ ਜਾਣਾ ਬਹੁਤ ਮੁਸ਼ਕਲ ਹੈ, ਕਿਉਂਕਿ ਉਹ ਬਹੁਤ ਸਫੇਦ ਹੋ ਚੁੱਕਿਆ ਹੈ। ਉਸਨੇ ਬੁਰਾਈ ਨੂੰ ਇੱਕਦਮ ਆਪਣੇ ਆਪ ਤੋਂ ਅਲੱਗ ਕਰ ਦਿੱਤਾ ਹੈ। ਹੁਣ ਜਿਵੇਂ ਜਿਵੇਂ ਤੁਸੀਂ ਆਤਮਾ ਤੱਤ ਦੇ ਵਿੱਚ ਉਤਰਦੇ ਗਏ ਨਾ, ਤਿਵੇਂ ਤਿਵੇਂ ਤੁਹਾਡੇ ਅੰਦਰ ਪਵਿੱਤਰਤਾ ਵਧਣੀ। ਔਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਲੱਗਣਗੀਆਂ ਕਿ ਇਹ ਜਿਹੜੀਆਂ ਚੀਜ਼ਾਂ ਐ ਵਾ, ਉਹਦੇ ਰੂਪ ਤੁਹਾਨੂੰ ਪ੍ਰਗਟ ਹੋ ਜਾਣੇ। ਕਿਉਂਕਿ ਹਜੇ ਤੇ ਮਨ ਬਹੁਤਾ ਕਨਫਿਊਜ਼ਡ ਆ, ਮਨ 'ਚ ਦੁਨੀਆ ਭਰ ਦਾ ਸਮਾਨ ਆ। ਪਰ ਜਿਵੇਂ ਜਿਵੇਂ ਮਨ ਦਾ ਆਕਾਰ ਛੋਟਾ ਹੋ ਗਿਆ ਨਾ, ਤੁਹਾਨੂੰ ਆਪਣੇ ਆਪ ਹੀ ਗਿਆਨ ਹੋ ਜਾਣਾ ਹੈ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ। ਔਰ ਇਹ ਤੁਹਾਨੂੰ ਹੁਣ ਤੈਨੂੰ ਆਪਣੇ ਆਪ ਨੂੰ ਜ਼ੋਰ ਲਾ ਕੇ ਸਮਝਾਉਣ ਦੀ ਲੋੜ ਨਹੀਂ ਆ, ਤੁਸੀਂ ਆਪਣੇ ਆਪ ਹੀ ਸਹੀ ਰਸਤੇ ਤੇ ਤੁਰ ਪੈਣਾ। ਹਾਂਜੀ ਰਜਤ ਸਰ। ਮਨ ਨੂੰ ਵਾਚ ਕਰਨਾ ਹੈ। ਔਰ ਅਗਲੇ ਉਹਦੇ ਵਿੱਚ ਨਾਮਦੇਵ ਜੀ ਕਹਿੰਦੇ ਸਿੰਘ 'ਚ ਭੋਜਨ ਜੋ ਨਰ ਜਾਣੈ, ਐਸੇ ਹੀ ਠੱਗ ਦਿਓ ਬਖਾਨੇ। ਕਹਿੰਦੇ ਦੇਖ ਲਾ ਮਿੱਤਰਾ, ਜੇ ਤੇਰੇ ਅੰਦਰ ਜਿਹੜਾ ਹੈਗਾ ਗਰੀਬੀ ਨਹੀਂ ਆਈ, ਤੇਰੇ ਅੰਦਰ ਜਿਹੜਾ ਹੈਗਾ ਦੇਖ ਤੇ ਕਠੋਰਤਾ ਹੀ ਰਹੀ, ਤੇਰੇ ਅੰਦਰ ਜਿਹੜਾ ਹੈਗਾ, ਤੇਰੇ ਅੰਦਰ ਜਿਹੜੀ ਹੈਗੀ ਦਇਆ ਨਹੀਂ ਆਈ, ਤੇ ਧਰਮ ਨਾਮ ਦੀ ਚੀਜ਼ ਪੈਦਾ ਨਹੀਂ ਹੋਣੀ ਤੇਰੀ। ਸਿੰਘ 'ਚ ਭੋਜਨ, ਸਿੰਘ ਦਾ ਭੋਜਨ ਕੀ ਹੈ? ਕਹਿੰਦੇ ਸਿੰਘ ਸ਼ੇਰ ਜਿਹੜਾ ਹੈਗਾ ਅਗਲੇ ਦੇ ਅਟੈਕ ਕਰਕੇ ਅਗਲੇ ਨੂੰ ਮਾਰ ਦਿੰਦਾ ਜਾਨ ਤੋਂ। ਕਹਿੰਦੇ ਜੇ ਤੇਰਾ ਸਿੰਘ ਦਾ ਹੀ ਭੋਜਨ ਰਿਹਾ, ਤੂੰ ਇਸ ਤਰ੍ਹਾਂ ਹੀ ਜਿਹੜਾ ਕਠੋਰ ਰਹਿ ਗਿਆ। ਜਿਹੜਾ ਇਨਸਾਨ, ਨਰ ਕਹਿੰਦੇ ਆ ਸਿੰਘ 'ਚ ਭੋਜਨ ਜੋ ਨਰ ਜਾਣੈ, ਜਿਹੜਾ ਇਨਸਾਨ ਜਾਣਦਾ ਹੈ ਸ਼ੇਰ ਵਾਂਗੂ ਦੂਸਰੇ ਦੇ ਉੱਤੇ ਅਟੈਕ ਕਰਨਾ, ਦੂਸਰੇ ਦਾ ਹੱਕ ਖੋਣਾ, ਦਇਆ ਨਹੀਂ ਹੈਗੀ ਜਿਹਦੇ ਅੰਦਰ, ਐਸੇ ਹੀ ਠੱਗ ਦੇਵ ਬਖਾਨੇ। ਕਹਿੰਦੇ ਫਿਰ ਤੂੰ ਭਗਤੀ ਕਾਹਦੀ ਕਰਦਾ ਹੈ? ਤੇ ਠੱਗ ਦੇਵ ਹੈਗਾ, ਠੱਗਾਂ ਦਾ ਵੀ ਦੇਵਤਾ ਹੈਗਾ ਤੂੰ, ਠੱਗਾਂ ਦਾ ਵੀ ਜਿਹੜਾ ਹੈਗਾ ਲੀਡਰ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਡਿਪੈਂਡ ਹੈ ਕਿ ਆਪਣੀ
ਸੋਚ ਕਿੱਦਾਂ ਦੀ ਹੈ। ਕਿ ਅਸੀਂ ਦੂਜੇ ਤੇ ਹਮਲਾ ਤੇ ਨਹੀਂ ਕਰ ਰਹੇ, ਪਰ ਕਈ ਬੰਦੇ ਕਰਦੇ। ਤੁਸੀਂ ਦੇਖੋ ਉਹਨਾਂ ਨੂੰ ਆਪਣੀ ਥਾਲੀ ਦੇ ਵਿੱਚ ਕੀ ਪਿਆ ਵਾ ਉਹਦੇ ਨਾਲ ਮਤਲਬ ਨਹੀਂ, ਉਹਨਾਂ ਨੂੰ ਇਹ ਮਤਲਬ ਹੈ ਕਿ ਦੂਜੇ ਦੀ ਥਾਲੀ 'ਚ ਉਹ ਕਿਉਂ ਪਿਆ, ਔਰ ਉਹਨੂੰ ਖੋਹਣ ਦੇ ਚੱਕਰ 'ਚ ਪੈ ਰਹਿੰਦੇ ਨੇ। ਔਰ ਬੰਦਾ ਏਦਾਂ ਹੀ ਆਪਣਾ ਜੀਵਨ ਬਤੀਤ ਕਰਦਾ। ਤੇ ਜੇਕਰ ਸਾਡੇ ਜੀਵਨ ਦੇ ਵਿੱਚ ਕੋਈ ਬਦਲਾਅ ਨਹੀਂ ਆ ਰਿਹਾ, ਸਾਡਾ ਜੀਵਨ ਉੱਥੇ ਹੀ ਤਰ੍ਹਾਂ ਉੱਥੇ ਜਗ੍ਹਾ ਖਲੋਤਾ ਹੈ, ਤੇ ਸਾਨੂੰ ਜ਼ਰੂਰ ਵਿਚਾਰ ਕਰਨਾ ਚਾਹੀਦਾ। ਹਾਂਜੀ ਨਿਜਰ ਸਾਹਿਬ। ਔਰ ਵਿਚਾਰ ਕੀ ਕਰਨਾ ਚਾਹੀਦਾ? ਅਗਲੀ ਜਿਹੜੀ ਹੈਗੀ ਤੀਸਰੇ ਬੰਦ ਦੇ ਵਿੱਚ ਨਾਮਦੇਵ ਜੀ ਕਹਿ ਰਹੇ ਆ, ਨਾਮੇ ਕੇ ਸੁਆਮੀ ਲਾਹੇ ਲੈ ਝਗੜਾ। ਕਹਿੰਦੇ ਆ ਬੋਲ ਹੁਣ ਮਾਲਕ ਦੇ ਅੱਗੇ ਢਹਿ ਪਾ, ਫਲੈਟ ਹੋ ਜਾ। ਨਾਮੇ ਕੇ ਸੁਆਮੀ, ਹੇ ਮੇਰੇ ਮਾਲਕਾ ਝਗੜਾ ਲਾ ਮੇਰੇ ਦੁਆਲੇ, ਮੇਰੇ ਕੋਲ ਨਹੀਂ ਜਿਹੜਾ ਹੈਗਾ, ਮੈਂ ਤਾਂ ਡੁੱਬ ਰਿਹਾ ਆ, ਮੇਰੀ ਬਾਂਹ ਫੜ, ਮੈਨੂੰ ਕੱਢ ਬਾਹਰ। ਨਾਮੇ ਕੇ ਸੁਆਮੀ ਲਾਹੇ ਲੈ ਝਗੜਾ, ਰਾਮ ਰਸਾਇਣ ਪੀਓ ਰੇ ਦਗੜਾ। ਇਸ ਤਰੀਕੇ ਨਾਲ ਦਗੜਾ ਕਹਿੰਦੇ ਆ ਪੱਥਰ ਦਿਲ ਆਦਮੀ। ਇਹ ਨਾਮਦੇਵ ਜੀ ਜਿਹੜੇ ਸੀ ਇਹ ਸੀਗੇ ਆਪਣੇ ਮਹਾਰਾਸ਼ਟਰਾ ਦੇ। ਦਗੜ ਕਹਿੰਦੇ ਆ ਕਿ ਕਾਹੂਵਰ दगड फेकू नका, मोले पोरग्या मी काय म्हणतो, ਧਿਆਨ ਦਿਆ। ਕਹਿੰਦੇ ਮੈਂ ਕੀ ਕਹਿ ਰਿਹਾ ਬੱਚਿਓ, ਮੈਂ ਕੀ ਕਹਿ ਰਿਹਾ, ਧਿਆਨ ਦਿਓ, ਕਿਸੇ ਦੇ ਉੱਤੇ ਪੱਥਰ ਨਾ ਮਾਰੋ। ਨਾਮੇ ਕੇ ਸੁਆਮੀ ਲਾਹੇ ਲੈ ਝਗੜਾ, ਰਾਮ ਰਸਾਇਣ ਪੀਓ ਰੇ ਦਗਰਾ। ਕਹਿੰਦੇ ਹੇ ਪੱਥਰ ਦਿਲ, ਪਰਮੇਸ਼ਰ ਦੇ ਅੱਗੇ ਢਹਿ ਪਾ ਔਰ ਮਾਲਕ ਦੇ ਅੱਗੇ ਫਰਿਆਦ ਕਰ, ਔਰ ਤਾਂ ਤੈਨੂੰ ਜਿਹੜਾ ਹੈਗਾ ਉਹ ਇਹ ਜਿੰਨਾ ਮਰਜੀ ਤੇਰੇ ਅੰਦਰ ਗੰਦਗੀ ਹੈਗੀ, ਜਿੰਨਾ ਮਰਜੀ ਕਠੋਰ ਹੈ ਤੇਰਾ ਮਨ, ਆਪਣੇ ਆਪ ਮਾਲਕ ਮਿਹਰ ਕਰੇਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਆਪਾਂ ਨੂੰ ਸਮਝਾ ਰਹੇ ਨੇ ਛੋਟਾ ਆਪਸ਼ਨ ਕਿ ਜੇ ਆਪਾਂ ਪਰਮਾਤਮਾ ਦੀ ਸਹਾਇਤਾ ਲੈਂਦੇ ਆ ਤੇ ਫਿਰ ਕਿਤੇ ਖੇਡ ਬਹੁਤ ਆਸਾਨ ਹੈ, ਫਿਰ ਸਾਰਾ ਹੀ ਜਿਹੜਾ ਝਗੜਾ ਮੁੱਕ ਜਾਂਦਾ। ਬਿਲਕੁਲ। ਉਹ ਗੋਰਖੀ ਸਾਹਿਬ ਤੁਸੀਂ ਦੱਸਿਆ ਸੀ ਨਾ ਉਹ ਕਿ ਜਿਹੜਾ ਹੈਗਾ ਪੱਥਰ ਜਿਹੜਾ ਹੈਗਾ ਮੁੰਡਾ ਜਿਹੜਾ ਕਰ ਰਿਹਾ ਸੀਗਾ, ਚੱਕ ਰਿਹਾ ਸੀ, ਪਸੀਨੋ ਪਸੀਨੀ ਹੋ ਗਿਆ। ਕਹਿੰਦਾ ਨਹੀਂ ਹੁੰਦਾ ਹੁਣ ਮੇਰੇ ਕੋਲੋਂ। ਬਾਪੂ ਕਹਿੰਦਾ ਹੋਰ ਲਾ ਜ਼ੋਰ। ਕਹਿੰਦਾ ਹਾਲੇ ਵੀ ਹੈਗਾ ਤੇਰੇ ਕੋਲ ਤਾਂ ਜ਼ੋਰ ਹੈਗਾ। ਕਹਿੰਦੇ ਲਾ ਕੇ ਬਸ ਹੰਭ ਗਿਆ, ਪਸੀਨੋ ਪਸੀਨੀ ਹੋ ਗਿਆ। ਕਹਿੰਦੇ ਤੂੰ ਜਿਹੜਾ ਹੈਗਾ ਮੈਂ ਤਾਂ ਹੁਣ ਕੁਛ ਨਹੀਂ ਕਰ ਸਕਦਾ। ਕਹਿੰਦੇ ਨਹੀਂ, ਤੇਰੇ ਕੋਲ ਆਪਸ਼ਨ ਸੀਗਾ, ਤੂੰ ਮੈਨੂੰ ਕਹਿਣਾ ਸੀਗਾ, ਤੂੰ ਮੈਨੂੰ ਕਿਹਾ ਹੀ ਨਹੀਂ। ਉਹੀ ਗੱਲ ਹੈਗੀ। ਹਾਂ, ਕਹਿਣ ਤੋਂ ਭਾਵ ਹੈ ਕਿ ਸਾਡੇ ਕੋਈ ਇੱਕ ਲਾਈਫ ਲਾਈਨ ਹੈਗੀ ਆ। ਮੰਨ ਲਓ ਮੇਰੇ ਤੋਂ ਆਊਗਾ ਨਹੀਂ ਦੂਰ ਹੋ, ਤੇ ਫਿਰ ਪਰਮਾਤਮਾ ਨੂੰ ਸੱਦ ਲਓ। ਉਹ ਕਿਹੜਾ ਮਨਾ ਕਰਨ ਰਿਹਾ, ਉਹਦਾ ਵੀ ਕੰਮ ਕੀ ਹੈ, ਉਹੀ ਤੇ ਕਹਿੰਦਾ ਤੂੰ ਆਵਾਜ਼ ਮਾਰੇ ਤੇ ਮੈਂ ਆਵਾਂ। ਪਰ ਉਹ ਕਹਿੰਦਾ ਚਰਜੀ ਤੇ ਕਹਿੰਦਾ ਨਹੀਂ ਤੇਰੀ ਲੋੜ ਹੀ ਨਹੀਂ, ਮੈਂ ਇਕੱਲਾ ਹੀ ਠੀਕ ਆ। ਉਹ ਤਾਂ ਕੀ ਕਰੇ ਵਿਚਾਰਾ। ਗੋਰਖੀ ਸਾਹਿਬ ਆਪਾਂ ਸਟੀਅਰਿੰਗ ਛੱਡਦੇ ਹੀ ਨਹੀਂ ਆ। ਅਸੀਂ ਕਹਿੰਦੇ ਆ ਕਿ ਪਰਮਾਤਮਾ ਨਹੀਂ, ਅਸੀਂ ਵਧੀਆ ਗੱਡੀ ਚਲਾਉਂਦੇ ਆ, ਕਾਮ ਚ ਕ੍ਰੋਧ ਚ ਲੋਭ ਮੋਹ ਹੰਕਾਰ। ਪਰ ਉਹ ਬਾਣੀ ਕਹਿੰਦੀ ਆ ਕਿ ਇਹ ਜਿਹੜੇ ਭੋਗ ਆ ਬੜੇ ਘਟੀਆ ਤੇ ਛੋਟੇ ਲੈਵਲ ਦੇ ਭੋਗ ਨੇ। ਤੂੰ ਕਿਉਂ ਨਹੀਂ ਅਖੰਡ ਅੰਮ੍ਰਿਤ ਨੂੰ ਪੀਂਦਾ? ਤੂੰ ਕਿਉਂ ਨਹੀਂ ਹੰਸ ਬਣ ਜਾਂਦਾ? ਤੂੰ ਮੋਤੀ ਖਾ। ਇਹਦਾ ਜਨਮ ਹੀ ਸੁੱਚੇ ਮੋਤੀ ਖਾਣ ਵਾਸਤੇ ਹੋਇਆ। ਕਾਹਨੂੰ ਵਿਖਿਆ ਖਾ ਰਹੇ ਆ? ਕਾਹਨੂੰ ਇੱਕ ਬੰਗਲਾ ਬਣ ਕੇ ਮੱਛੀਆਂ ਟੱਡੀਆਂ ਖਾਂਦੇ ਆ ਤੇ ਛੋਟੀਆਂ ਚੀਜ਼ਾਂ ਖਾਂਦਾ ਹੈ? ਤੂੰ ਬ੍ਰਹਮ ਦੇ ਲੀਨ ਹੋ ਕੇ ਬ੍ਰਹਮ ਨੂੰ ਕਿਉਂ ਨਹੀਂ ਮੰਨਦਾ? ਉਹਦਾ ਆਨੰਦ ਮਾਣ। ਪਰ ਬੰਦਾ ਕਹਿੰਦਾ ਨਹੀਂ ਜੀ। ਉਹ ਤੁਹਾਨੂੰ ਯਾਦ ਹੋਣੀ ਉਹ ਗੱਲ, ਉਹ ਧਰੂ ਭਗਤ ਨੂੰ ਇੱਕ ਸੂਰ ਦਿਖਿਆ। ਉਹ ਕਹਿੰਦਾ ਇਹਨੂੰ ਆਪਾਂ ਬੇਕੁੰਠ ਚ ਲੈ ਜਾਂਦੇ ਆ। ਤੇ ਸੂਰ ਅੱਗੋਂ ਕਹਿੰਦਾ ਜੀ ਮਹਾਰਾਜ ਮੈਂ ਚਲਾ ਤਾਂ ਜਾਣਾ ਹੈ ਕਿ ਉੱਥੇ ਬਿਸ਼ਟਾ ਮਿਲੂਗੀ ਖਾਣ ਵਾਸਤੇ ਬੇਕੁੰਠ ਦੇ ਵਿੱਚ। ਤੇ ਉਹੀ ਹਿਸਾਬ ਸਾਡਾ ਵਾ। ਜੇਕਰ ਅਸੀਂ ਇਹਨਾਂ ਛੋਟੀਆਂ ਭੋਗਾਂ ਚ ਰਸਾਂ ਤੇ ਖੁਸ਼ ਬੈਠੇ ਆ, ਹੰਸ ਵਾਂਗੂ ਨਹੀਂ ਆਪਾਂ ਸੁੱਚੇ ਮੋਤੀ ਖਾਣਾ ਚਾਹੁੰਦੇ, ਫਿਰ ਕੁਦਰਤ ਕਿੱਥੋਂ ਸਾਡੀ ਮਦਦ? ਠੀਕ ਹੈ ਜੀ। ਹੁਣ ਇੱਥੇ ਕਹਿੰਦੇ ਨੇ ਕਿ ਇੱਥੇ ਨਾ ਆਪਾਂ ਪਤਾ ਕੀ ਹੈ, ਆਪਣੀਆਂ ਜਿਹੜੀਆਂ ਇੰਦਰੀਆਂ ਨਾ ਇਹਦੇ ਭੋਗ ਹੈਗੇ ਜੜ। ਪਰਮਾਤਮਾ ਇੰਦਰੀਆਂ ਦਾ ਵਿਸ਼ਾ ਨਹੀਂ। ਵਰਤਮਾਨ ਕਾਲ ਰੂਪੀ ਧਾਰਾ ਚ ਜਦੋਂ ਸਾਡੀ ਸੁਰਤੀ ਕਾਗਰ ਹੋ ਜਾਂਦੀ ਹੈ ਨਾ, ਅਸੀਂ ਭੂਤ ਕਾਲ ਤੇ ਭਵਿੱਖ ਕਾਲ ਤੋਂ ਮੁਕਤ ਹੋ ਜਾਂਦੇ। ਜਿੰਨਾ ਚਿਰ ਤੱਕ ਸਾਡੀ ਸੁਰਤੀ ਵਰਤਮਾਨ ਕਾਲ ਰੂਪੀ ਧਾਰਾ ਚ ਨਹੀਂ ਆਉਂਦੀ, ਉਹਨਾਂ ਚਿਰ ਤੱਕ ਅਸੀਂ ਯਥਾਰਥ ਸੱਚ ਨੂੰ ਨਹੀਂ ਦੇਖ ਸਕਦੇ। ਕਿਉਂ ਨਹੀਂ ਦੇਖ ਸਕਦੇ? ਕਿਉਂਕਿ ਭੂਤ ਕਾਲ ਦਾ ਜਿਹੜਾ ਭੂਤ ਹੈ ਨਾ, ਭੂਤ ਹੁੰਦੇ ਨੇ ਇੱਥੇ। ਭੂਤ ਦਾ ਮਤਲਬ ਭੂਤ ਕਾਲ, ਮਰ ਗਿਆ ਜਿਹੜਾ ਸਮਾਂ ਬੀਤ ਗਿਆ। ਉਹਦੇ ਵਿੱਚ ਕਈ ਗੱਲਾਂ ਏਦਾਂ ਦੀਆਂ ਵਾਪਰੀਆਂ ਨੇ ਜਿਹੜੀਆਂ ਗੱਲਾਂ ਸਾਡੇ ਵਰਤਮਾਨ ਕਾਲ ਨੂੰ ਪ੍ਰਭਾਵਿਤ ਕਰਦੀਆਂ ਨੇ। ਅਕਸਰ ਤੁਸੀਂ ਦੇਖੋ ਨਾ, ਤੁਹਾਡੇ ਅੰਦਰ ਜਿਹੜਾ ਚਿੰਤਨ ਚੱਲਦਾ ਹੈ ਨਾ,
ਉਹ ਬੀਤੇ ਸਮੇਂ ਦਾ ਚੱਲਦਾ। ਤੁਹਾਡੇ ਚਿੱਤ ਦੇ ਵਿੱਚ ਹਮੇਸ਼ਾ ਕੋਈ ਨਾ ਕੋਈ ਗੱਲ ਚੱਲਦੀ ਆ, ਜਾਂ ਤੇ ਅੱਗੇ ਦੀ ਆ ਜਾਂ ਪਿੱਛੇ ਦੀ ਆ। ਹੁਣ ਜਿਹੜੀ ਸਾਹਮਣੇ ਚੀਜ਼ ਆ ਉੱਥੇ ਤੁਸੀਂ ਮੌਜੂਦ ਨਹੀਂ ਹੋ। ਆਪਾਂ ਬਾਣੀ ਪੜ੍ਹਨੀ ਆ, ਭਗਤੀ ਕਰਨੀ ਆ, ਕਥਾ ਕਰਨੀ ਆ ਜਾਂ ਸੁਣਨੀ, ਜਿੰਨਾ ਚਿਰ ਤੱਕ ਆਪਾਂ ਉੱਥੇ ਮੌਜੂਦ ਹੀ ਨਹੀਂ ਆ, ਉਹ ਕਿੱਥੋਂ ਸਾਡੀ ਸਮਝ ਚ ਪੈਣੀ ਹੈ। ਪਰ ਇੱਕ ਗੱਲ ਹੋਰ ਜੇ, ਜਦੋਂ ਆਪਾਂ ਕੋਈ ਮਾੜਾ ਕੰਮ ਕਰਦੇ ਆ ਨਾ, ਆਪਣਾ ਮਨ ਉੱਥੇ ਮੌਜੂਦ ਹੁੰਦਾ ਜੀ। ਤੁਸੀਂ ਚੋਰ ਨੂੰ ਵੇਖੋ, ਚੋਰ ਦਾ ਮਨ ਉੱਥੇ ਆ, ਚੋਰ ਦੀ ਬੁੱਧੀ ਉੱਥੇ। ਜੇ ਉਹ ਗਲਤੀ ਕਰੂਗਾ ਫੜਿਆ ਜਾਊਗਾ। ਬਿਲਕੁਲ। ਤੁਸੀਂ ਠੱਗ ਨੂੰ ਵੇਖੋ, ਇੱਕ ਬੰਦਾ ਜਿਹੜਾ ਠੱਗ ਹੈਗਾ, ਇੱਕ ਉਹਦਾ ਦਿਮਾਗ ਕਿੱਦਾਂ ਚੱਲਦਾ। ਇੱਕ ਬੰਦੇ ਨੇ ਜਿਹਨੇ ਬੁਰਾਈ ਕਰਨੀ ਹੈ ਨਾ, ਉਹਦਾ ਮਨ ਵੀ ਉੱਥੇ ਜੀ, ਉਹਦੀ ਬੁੱਧੀ ਵੀ ਉੱਥੇ ਪਈ, ਤਾਂ ਹੀ ਉਹਦੇ ਚ ਆਊਟਪੁੱਟ ਆਉਂਦੀ ਹੈ, ਤਾਂ ਹੀ ਆਊਟਪੁੱਟ ਆਉਂਦੀ ਹੈ, ਤਾਂ ਹੀ ਪ੍ਰੋਗਰੈਸ ਹੈ। ਕਿਉਂਕਿ ਜਾਨ ਤੇ ਬਣ ਜਾਣੀ ਹੈ। ਹਾਂ, ਪਰ ਜਿਹੜੇ ਬੰਦੇ ਦਾ ਮਨ ਹੀ ਉੱਥੇ ਨਹੀਂ ਆ, ਉਹ ਬੰਦਗੀ ਕਰੂਗਾ ਤੇ ਕਿਹੋ ਜਿਹੀ ਬੰਦਗੀ ਕਰੂਗਾ? ਉੱਥੇ ਧਿਆਨ ਹੀ ਨਹੀਂ ਹੈਗਾ ਉਹਦਾ। ਬਿਲਕੁਲ, ਬਹੁਤ ਵਧੀਆ ਕੋਠੀ ਦਾ। ਹਾਂ, ਇਸ ਕਰਕੇ ਇਹਨੂੰ ਕਹਿੰਦੇ ਆਪਾਂ ਧਿਆਨ ਸਿਮਰਨ। ਸਿਮਰਨ ਕਰਨ ਦੇ ਲਈ ਧਿਆਨ ਦਾ ਇਕਾਗਰ ਹੋਣਾ ਬੜਾ ਜ਼ਰੂਰੀ। ਧਿਆਨ ਦਾ ਮਤਲਬ ਕੀ ਹੈ? ਇੱਕ ਐਸੀ ਡਿਸਪਲੇ ਜਿੱਥੇ ਕੇਵਲ ਇੱਕੋ ਚੀਜ਼ ਪ੍ਰਗਟ ਹੋਵੇ, ਜਿਹੜੀ ਚੱਲ ਰਹੀ ਹੈ ਬਸ ਵਰਤਮਾਨ ਕਾਲ। ਮਜ਼ਾ ਤਾਂ ਆਉਂਦਾ। ਹੁਣ ਤੁਹਾਡਾ ਮਨ ਹੀ ਦੁਨੀਆ ਭਰ ਦਾ ਸਮਾਨ ਚੁੱਕੀ ਫੇਰੇ, ਉੱਥੇ ਤੇ ਉਹ ਜਿੱਦਾਂ ਉਹ ਵਿਆਹ ਦੇ ਵਿੱਚ ਜਿੱਦਾਂ ਭੀੜ ਨਹੀਂ ਪਈ ਹੁੰਦੀ, ਉਹ ਤੁਹਾਨੂੰ ਪਤਾ ਹੀ ਨਹੀਂ ਕੀ ਲਿਆਉਣਾ ਕੀ ਫੜਨਾ, ਅੰਦਰ ਤੇ ਰੌਲਾ ਹੀ ਬੜਾ। ਬੌਂਦਲੇ ਫਿਰਦੇ ਆ ਉਹ ਤਾਂ। ਹਾਂ, ਔਰ ਬੰਦੇ ਅੱਜ ਕੱਲ ਜਿਹੜੇ ਬਿਮਾਰ ਹੋ ਰਹੇ ਆ, ਕਿਉਂ ਬਿਮਾਰ ਨੇ? ਮਾਨਸਿਕ ਬਿਮਾਰੀਆਂ ਪਤਾ ਕਿੰਨੀਆਂ ਵੱਧ ਗਈਆਂ। ਉਹ ਵਿਚਾਰੇ ਨੂੰ ਪਤਾ ਹੀ ਨਹੀਂ ਮਨ ਨੂੰ ਕਿੱਦਾਂ ਕੰਟਰੋਲ ਕਰਨਾ। ਨਾ ਕੋਈ ਵਿਧੀ ਹੈਗੀ। ਜਿਹੜੇ ਦੱਸ ਰਹੇ ਉਹ ਵੀ ਵਿਚਾਰੇ ਪਤਾ ਨਹੀਂ ਕੀ ਟੁੱਟ ਕੇ ਦੇਈ ਜਾਂਦੇ ਆ, ਐਸੇ ਫਾਰਮੂਲੇ ਦੇਈ ਜਾ ਰਹੇ ਆ ਜਿਹੜੇ ਉਹਨਾਂ ਆਪਣੇ ਜੀਵਨ 'ਚ ਲਾਗੂ ਨਹੀਂ ਕੀਤੇ। ਉਹ ਦੂਜੇ ਨੂੰ ਕਹਿੰਦੇ ਤੁਸੀਂ ਵਰਤੀ ਜਾਓ। ਉਹ ਤੇ ਉਹ ਪਤਾ ਹੀ ਨਹੀਂ ਉਹ ਕੀ ਦੇ ਰਿਹਾ। ਇਹ ਮਨ ਦਾ ਸਾਧਨਾ ਜਿਹੜਾ ਹੁੰਦਾ, ਮਨ ਨੂੰ ਸਾਧਨਾ ਪੈਣਾ। ਮਨ ਨੂੰ ਤੁਹਾਡੇ ਨੂੰ ਨਾ ਕੋਈ ਵੀ ਚੀਜ਼ ਹੈ ਨਾ, ਜਿੱਦਾਂ ਸੋਨੇ 'ਚ ਮਿਲਾਵਟ ਆ ਜਾਂਦੀ ਆ, ਇਸੇ ਹੀ ਤਰ੍ਹਾਂ ਮਨ ਕੀ ਹੈ? ਮਨ ਇੱਕ ਮੈਲ ਆ ਚਿੱਤ ਦੇ ਉੱਤੇ ਆਈ ਹੋਈ, ਉਹ ਜਿਹੜੀ ਸੁਰਤੀ ਨੂੰ ਬੇਵਕੂਫ ਬਣਾ ਰਹੀ ਆ। ਤੁਹਾਡਾ ਬੀਤਿਆ ਜੀਵਨ ਹੀ ਉਹ ਸੁਰਤੀ ਨੂੰ ਲਈ ਫਿਰਦਾ। ਤੁਸੀਂ ਮੌਜੂਦ ਨਹੀਂ ਜੇ ਹੈਗੇ। ਆਪਾਂ ਕਹਿ ਤੇ ਰਹੇ ਨਾ ਕਿ ਆਪਾਂ ਇੱਥੇ ਹੈਗੇ ਆ, ਮੈਂ ਖਾ ਰਿਹਾ, ਮੈਂ ਪੀ ਰਿਹਾ, ਮੈਂ ਸੌ ਰਿਹਾ। ਨਹੀਂ, ਤੁਸੀਂ ਤੇ ਮੌਜੂਦ ਹੀ ਨਹੀਂ ਹੈਗੇ ਜੋ। ਨਾ ਤੁਸੀਂ ਨਹਾ ਰਹੇ ਜੋ, ਨਾ ਤੁਸੀਂ ਖਾ ਰਹੇ ਜੋ। ਇੱਕ ਪਤੀ ਪਤਨੀ ਸਾਰੀ ਜ਼ਿੰਦਗੀ ਇੱਕ ਦੂਜੇ ਨਾਲ ਬਤੀਤ ਕਰਦੇ ਨੇ। ਉਹ ਸਰੀਰਕ ਪੱਖੋਂ ਦੋਨੋਂ ਇੱਕ ਦੂਜੇ ਨਾਲ ਆ, ਪਰ ਮਨ ਦੇ ਤੌਰ ਤੇ ਇੱਕ ਦੂਜੇ ਨਾਲ ਨਹੀਂ ਆ। ਬਿਲਕੁਲ ਨਹੀਂ ਆ। ਦੇਖੋ, ਉੱਠੇ ਫਿਰਦੇ ਨੇ ਉਹ ਪਤਾ ਨਹੀਂ ਕਿੱਥੇ ਕਿੱਥੇ। ਪਤੀ ਦਾ ਇੱਕ ਆਪਣਾ ਸੰਸਾਰ, ਪਤੀ ਦਾ ਇੱਕ ਆਪਣਾ ਸੰਸਾਰ, ਬੱਚਿਆਂ ਦਾ ਵੀ ਆਪਣਾ ਸੰਸਾਰ, ਰਹਿੰਦੇ ਇੱਕੋ ਘਰ 'ਚ। ਕਿਉਂਕਿ ਉਹਨਾਂ ਦੇ ਆਪਣਾ ਨਿੱਜੀ ਸੰਸਾਰ ਹੈ, ਉੱਥੇ ਉਤਰਿਆ ਫਿਰਦਾ ਵਾ। ਔਰ ਉਹ ਅੰਦਰ ਜਿਹੜਾ ਸਾਡਾ ਇੱਕ ਮਨ ਆ, ਉਹ ਵੇਖੋ, ਇੱਕ ਡਾਹਣੀ ਤੋਂ ਦੂਜੀ ਤੇ, ਦੂਜੀ ਤੋਂ ਤੀਜੀ ਤੇ, ਇਹ 5-6 ਡਾਹਣੀਆਂ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀਆਂ, ਰਾਗ ਤੇ ਦਵੈਸ਼ ਦੀਆਂ। ਇੱਥੇ ਬੈਠਾ ਰਹਿੰਦਾ। ਔਰ ਬਸ ਜਿਹੜਾ ਉੱਥੇ ਬੈਠਾ ਹੈ, ਉਹਨੂੰ ਜੀਵਨ ਦੇ ਬਾਰੇ ਕਿੱਦਾਂ ਪਤਾ ਲੱਗੇਗਾ? ਜੀਵਨ ਦਾ ਪਤਾ ਉਦੋਂ ਲੱਗਣਾ ਹੈ ਜਦੋਂ ਆਪਾਂ, ਜਿਹੜਾ ਚੱਕਾ ਹੁੰਦਾ ਨਾ, ਟਾਂਗੇ ਦਾ ਚੱਕਾ, ਉਹਦੇ ਸੈਂਟਰ 'ਚ ਧੁਰਾ ਹੁੰਦਾ ਹੈ। ਜਦੋਂ ਸੁਰਤੀ ਸਾਡੀ ਧੁਰੇ ਤੇ ਆ ਗਈ, ਧੁਰੇ ਦਾ ਮਤਲਬ ਨਿਰਵਿਚਾਰ, ਫਿਰ ਆਟੋਮੈਟਿਕਲੀ ਤੁਹਾਡਾ ਜੀਵਨ ਕਲੀਅਰ ਹੋ ਜਾਣਾ। ਤੁਹਾਨੂੰ ਖੁਦ ਗਿਆਨ ਹੋ ਜਾਣਾ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਚੀਜ਼ ਗਲਤ ਆ। ਕਿਉਂਕਿ ਗਿਆਨ ਜਿਹੜਾ ਪੜ੍ਹਨ ਜਾਂ ਲਿਖਣ ਜਾਂ ਸੁਣਨ ਦਾ ਵਿਸ਼ਾ ਨਹੀਂ ਆ। ਗਿਆਨ ਤੇ ਵਿਸ਼ਾ ਹੈ ਉਸ ਚੀਜ਼ ਨੂੰ ਆਪਣੇ ਜੀਵਨ 'ਚ ਲੈ ਕੇ ਆਉਣਾ। ਬਿਲਕੁਲ, ਉਹਨੂੰ ਜਿਉਣਾ ਪੈਣਾ ਹੈ ਗਿਆਨ ਨੂੰ। ਬਿਲਕੁਲ। ਹਾਂ, ਹੁਣ ਆ ਜਿਹੜਾ ਕਹਿੰਦੇ ਨੇ, ਇਹ ਭਗਤ ਜੀ ਕਹਿ ਰਹੇ ਨੇ ਕਿ ਉੱਥੇ ਜਾ ਕੇ ਮੈਂ ਮਨ ਦੇ ਕਾਜ ਨਾਲ, ਫਿਰ ਕੈਂਚੀ ਦੇ ਨਾਲ ਕੱਟਿਆ ਉਹਨੂੰ। ਹੁਣ ਉਹ ਤੁਸੀਂ ਉਹਨਾਂ ਚੀਜ਼ਾਂ ਨੂੰ ਕੱਟੋਗੇ, ਫਿਰ ਤੁਹਾਨੂੰ ਪਤਾ ਲੱਗੂ ਕੱਟਣਾ ਕਿੰਨਾ ਕੁ ਸੌਖਾ। ਲੇਕਿਨ ਸਾਹਿਬ, ਬਿਲਕੁਲ। ਤੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਤੇ ਪਲੀਜ਼ ਆਪ ਆਪਣੇ ਜੀਵਨ ਵੱਲ ਧਿਆਨ ਮਾਰੋ। ਹਾਂਜੀ ਨਿਜਰ ਸਾਹਿਬ, ਅੱਜ ਦੇ ਵਿਚਾਰ। ਇੱਕ ਹੋਰ ਸ਼ਬਦ ਹੈ, ਛੋਟਾ ਜਿਹਾ ਸ਼ਬਦ ਹੈ, ਦੋ ਬੰਦਾਂ ਦਾ, ਉਹ ਲੈ ਲਿਆ। ਇਹਨਾਂ ਦਾ ਆਖਰੀ ਸ਼ਬਦ ਹੈ, ਲੜੀ ਦਾ ਮੋਤੀ ਹੈਗਾ, ਲੈ ਲਓ। ਆਸਾ ਪਾਰ ਬ੍ਰਹਮ ਜੇ ਚੀਨ ਸੀ, ਆਸਾ ਤੇ ਨਾ ਭਾਵ ਸੀ। ਕਹਿੰਦੇ ਜਿਹੜਾ ਇਨਸਾਨ ਨੇ ਭਗਤੀ ਕੀਤੀ ਆ, ਜਿਹਨੇ ਮਾਲਕ ਦੀ ਨੇੜਤਾ ਪ੍ਰਾਪਤ ਕਰ ਲਈ ਹੈ, ਜਿਹਨੇ ਮਾਲਕ ਦੀ ਸੂਝ ਹੋ ਗਈ ਹੈ, ਜਿਹਨੂੰ ਕਹਿੰਦੇ ਉਹਦੇ ਨਿਸ਼ਾਨੀ ਕੀ ਆ?
ਕਹਿੰਦੇ ਉਹਨੂੰ ਜਿਹੜੀਆਂ ਹੈਗੀਆਂ ਉਹਦੇ ਅੰਦਰ ਆਸ਼ਾਵਾਂ ਨਹੀਂ ਹੁੰਦੀਆਂ, ਆਹ ਚਾਹੀਦਾ, ਆਹ ਲੈ ਲਾਂ, ਆਹ ਵੀ ਲੈ ਲਾਂ, ਖਿੱਚ ਨਹੀਂ ਹੁੰਦੀ ਪਦਾਰਥਾਂ ਦੀ। ਕਹਿੰਦੇ ਉਹਨੂੰ ਨਹੀਂ ਪਾਉਂਦੇ ਉਹਦੇ ਅੰਦਰ ਵੀ ਆਸਾ ਵੀ ਆਹ ਚੀਜ਼ ਚਾਹੀਦੀ, ਮੈਨੂੰ ਆਹ ਚਾਹੀਦਾ। ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵਸੀ, ਰਾਮਾ ਭਗਤੈ ਚੇਤੀਅਲੇ ਅਚਿੰਤ ਮਨ ਰਾਖਸੀ। ਕਹਿੰਦੇ ਰਾਮ ਨੂੰ ਭਗਤਾਂ ਨੇ ਚੇਤਿਆ ਆ, ਭਗਤਾਂ ਨੇ ਕੀਤਾ ਧਿਆਨ ਸਿਮਰਨ, ਭਗਤਾਂ ਨੇ ਚੀਨਿਆ ਹੈ ਪਾਰ ਬ੍ਰਹਮ ਨੂੰ। ਕਹਿੰਦੇ ਕਿਹੇ ਜੇ ਕੀ ਆ ਉਹ? ਕਹਿੰਦੇ ਅਚਿੰਤ ਹੋ ਜਾਂਦੇ, ਉਹਨਾਂ ਦੇ ਅੰਦਰ ਤਾਂ ਵਿਚਾਰ ਹੁੰਦਾ ਹੀ ਨਹੀਂ ਹੈ। ਅਚਿੰਤ ਮਨ ਰਾਖਸੀ, ਉਹਨਾਂ ਦਾ ਮਨ ਚਿੰਤਾ ਮੁਕਤ ਰਹਿੰਦਾ ਹੈ। ਰਾਮਾ ਭਗਤੈ ਚੇਤੀਅਲੇ ਅਚਿੰਤ ਮਨ ਰਾਖਸੀ, ਕਿਉਂਕਿ ਇਹ ਜਿਹੜਾ ਨਾ ਟੌਪਿਕ ਦਾ ਸ਼ਬਦ ਆ ਗੁਰਕੀ ਸਾਹਿਬ, ਇਹ ਜਿਹੜਾ ਉਸ ਤੋਂ ਅੱਗੇ ਜੋ ਆਪਾਂ ਡਿਸਕਸ ਕਰ ਰਹੇ ਹਾਂ ਉਹਦੀ ਇਹਦੇ ਵਿੱਚ ਬਹੁਤ ਜ਼ਬਰਦਸਤ ਸੇਧ ਮਿਲ ਰਹੀ ਹੈ। ਪਾਰ ਬ੍ਰਹਮ ਜੇ ਚਿੰਨਸੀ ਆਸਾ ਤੇ ਨਾ ਭਾਵਸੀ, ਰਾਮਾ ਭਗਤੈ ਚੇਤੀਅਲੇ ਅਚਿੰਤ ਮਨ ਰਾਖਸੀ। ਹੁਣ ਕਹਿੰਦੇ ਆ ਦੇਖ ਲਾ ਮਿੱਤਰਾ, ਜੇ ਤੂੰ ਇਹ ਕੰਮ ਨਹੀਂ ਕਰ ਰਿਹਾ, ਮਨ ਨੂੰ ਨਹੀਂ ਦੇਖ ਰਿਹਾ, ਤੇ ਇੱਕ ਗੱਲ ਆ ਦੇਖ ਲਾ, ਕੈਸੇ ਮਨ ਤਰੇਂਗਾ ਰੇ ਸੰਸਾਰ ਸਾਗਰ ਬਿਖੇ ਕੋ ਬਣਾ। ਤੂੰ ਮੇਰੇ ਮਨਾ ਦੱਸ ਦੇ ਮੈਨੂੰ, ਤੂੰ ਤਰੇਂਗਾ ਕਿਵੇਂ? ਇਹ ਸਾਰਾ ਸੰਸਾਰ ਤੇਰੇ ਅੰਦਰ ਅੱਖਾਂ ਖੋਲਦਾ ਹੈ, ਚਾਰੋਂ ਪਾਸੇ ਜਿਹੜਾ ਹੈਗਾ ਵਿਸ਼ੇ ਵਿਕਾਰ ਪਏ ਹੋਏ, ਚਾਰੋਂ ਪਾਸੇ ਜਿਹੜਾ ਹੈਗਾ ਮਨ ਜਿਹੜਾ ਹੈਗਾ ਮਨ ਨੂੰ ਮੋਹਿਤ ਕਰਨ ਦੇ, ਮਨ ਨੂੰ ਜਿਹੜਾ ਹੈਗਾ ਪੂਰੀ ਖਿੱਚ ਪਾਉਣ ਵਾਲੀਆਂ ਚੀਜ਼ਾਂ ਬਿਲਕੁਲ ਤਿਆਰ ਬਰ ਤਿਆਰ ਪਈਆਂ। ਕੈਸੇ ਮਨ ਤਰੇਂਗਾ ਰੇ ਸੰਸਾਰ ਸਾਗਰ ਬਿਖੇ ਕੋ ਬਣਾ। ਸੰਸਾਰ ਬਣਿਆ ਹੀ ਵਿਸ਼ੇ ਵਿਕਾਰਾਂ ਦਾ ਹੈ, ਕਿਸ ਤਰੀਕੇ ਦੇ ਨਾਲ ਤੂੰ ਤਰੇਂਗਾ ਪਿਆਰਿਆ? ਹੋਰ ਕੋਈ ਤਰੀਕਾ ਹੈ ਤੇਰੇ ਕੋਲ ਉਹ ਮਾਲਕ ਪਰਮਾਤਮਾ ਦੀ ਭਗਤੀ ਤੋਂ ਇਲਾਵਾ, ਚਿੰਤਾ ਮੁਕਤ ਵਿਚਾਰ ਮੁਕਤ ਹੋਣ ਤੋਂ ਇਲਾਵਾ? ਦੱਸ ਹੋਰ ਕੋਈ ਤਰੀਕਾ ਹੈ? ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ। ਤੂੰ ਆ ਝੂਠੀ ਜਿਹੜੀ ਆ ਪਰਮਾਤਮਾ ਨੇ ਪਰਪੰਚ ਖਲਾਰਾ ਜਿਹੜਾ ਹੈਗਾ, ਇਹ ਠੱਗ ਮੋਰੀ ਪਾਈ ਹੋਈ ਆ, ਇਹਨੂੰ ਦੇਖ ਕੇ ਜਿਹੜਾ ਹੈਗਾ, ਮਾਇਆ ਨੂੰ ਦੇਖ ਕੇ ਜਿਹੜਾ ਹੈਗਾ ਭੁੱਲਿਆ ਫਿਰਦਾ ਹੈ। ਰਹਾਓ ਦੇਖੋ ਮਨ ਨੂੰ ਐਡਰੈਸ ਹੈ, ਸਾਰੀ ਗੇਮ ਮਨ ਦੀ ਹੈ। ਹਰੇਕ ਤੁਕ ਦੇ ਵਿੱਚ ਦੇਖ ਲਓ ਮਨ ਦੀ ਗੱਲ ਕਰ ਰਹੇ। ਰਾਮਾ ਭਗਤੇ ਚੇਤੀਅਲੇ ਅਚਿੰਤ ਮਨ ਰਾਖਸੀ। ਫਿਰ ਕਹਿ ਰਹੇ ਕੈਸੇ ਮਨ ਤਰੇਂਗਾ ਰੇ ਸੰਸਾਰ ਸਾਗਰ ਬਿਖੇ ਕੋ ਬਣਾ। ਫਿਰ ਕਹਿ ਰਹੇ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ। ਰਹਾਓ। ਹਾਂਜੀ ਗੁਰਕੀ ਸਾਹਿਬ। ਹਾਂਜੀ ਸਾਧ ਸੰਗਤ ਜੀ, ਜਿਹੜੀ ਇਛਾਵਾਂ ਨੇ ਨਾ, ਇਹ ਮਿਰਗ ਤ੍ਰਿਸ਼ਨਾ। ਮਿਰਗ ਤ੍ਰਿਸ਼ਨਾ ਮਤਲਬ ਇਹ ਕਿਤੇ ਬੰਦ ਨਹੀਂ ਹੋਣੀਆਂ। ਬੰਦਾ ਖਤਮ ਹੋ ਜਾਂਦਾ। ਕਹਿੰਦੇ ਕਿ ਜਿਹੜੀ ਇਛਾਵਾਂ ਨਾ ਉਹ ਰਾਜੇ ਮਹਾਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਹਾਂ, ਜ਼ਰੂਰਤਾਂ ਪੂਰੀਆਂ ਹੋ ਸਕਦੀਆਂ। ਤੁਹਾਡੀਆਂ ਜ਼ਰੂਰਤਾਂ ਕਿਤੇ ਕਿੰਨੀਆਂ ਚ, ਜਿੰਨੇ ਕੁ ਥੋੜੇ ਜਿਹੇ ਪੈਸੇ ਚਾਹੀਦੇ ਮਹੀਨੇ ਦੇ ਤੁਸੀਂ ਖਰਚਾ ਕੱਢ ਕੇ ਵੇਖ ਲਓ, ਆਊਟਪੁੱਟ ਕਰਕੇ ਤੇ ਤੁਹਾਡੇ ਪੂਰੇ ਹੋ ਸਕਦੇ ਆ। ਪਰ ਜਿਹੜੀਆਂ ਇਛਾਵਾਂ ਨੇ ਉਹ ਤੇ ਕਹਿੰਦਾ ਮੈਂ ਸ਼ਹਿਰ ਦਾ ਮਾਲਕ ਬਣਾ, ਇੱਥੇ ਮੈਨੂੰ ਜਾਣਨ ਲੋਕ, ਮੈਨੂੰ ਸਲੂਟ ਮਾਰਨ, ਫਿਰ ਉਹ ਇਹ ਸ਼ਹਿਰ, ਫਿਰ ਇਹ ਸਟੇਟ, ਫਿਰ ਦੇਸ਼, ਫਿਰ ਸਾਰਾ ਦੇਸ਼, ਉਸ ਤੋਂ ਬਾਅਦ ਫਿਰ ਦੂਜੇ ਦੇਸ਼। ਇਹਦਾ ਐਂਡ ਨਹੀਂ ਹੈਗਾ। ਬਿਲਕੁਲ। ਹੁਣ ਇਹ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਉਹ ਬੜਾ ਸੌਖਾ ਬੈਠਾ, ਉਹ ਵੀ ਟੈਨਸ਼ਨ ਚ ਬੈਠਾ, ਕੋਈ ਦੂਜਾ ਨਾ ਉੱਪਰ ਆ ਜਾਏ। ਜਸਟ ਦੇਖੋ ਏਦਾਂ ਹੀ ਆ। ਔਰ ਇਨਸਾਨ ਇਸੇ ਤਰ੍ਹਾਂ ਹੀ ਵੇਖੋ, ਉਹ ਕੋਈ ਇੰਨਾ ਸੁੱਖ ਹੈਗਾ, ਇੰਨਾ ਪਦਾਰਥ ਹੈਗਾ, ਫਿਰ ਵੀ ਸੁਖੀ ਨਹੀਂ। ਇਹ ਸੱਚ ਹੈ ਵੀ ਲੋਕਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਵਿਚਾਰਿਆਂ ਨੂੰ। ਕਿਉਂ ਨਹੀਂ ਆਉਂਦੀ? ਉਹ ਇੱਕ ਦੌੜ ਚ ਲੱਗ ਚੁੱਕੇ ਨੇ। ਆਪ ਇੱਕ ਜਸਟ ਦੇਖੋ, ਆਪ ਕਾਰ ਭਜਾ ਕੇ ਵੇਖੋ, ਸੜਕ ਰੇਸ ਲਾ ਲਓ, ਤੁਹਾਡੇ ਮਨ ਚ ਹੋਊਗਾ ਕਿ ਹੁਣ ਮੇਰੇ ਤੋਂ ਕੋਈ ਅੱਗੇ ਨਾ ਲੰਘ ਜੇ। ਤੇ ਉਸ ਟਾਈਮ ਤੇ ਤੁਹਾਡੇ ਅੰਦਰ ਕੋਈ ਸ਼ਾਂਤੀ ਨਹੀਂ ਆ। ਉਹ ਰੇਸ ਨਹੀਂ ਹੈਗੀ, ਉਹ ਸਾਰੀ ਅਸ਼ਾਂਤੀ ਇਕੱਠੀ ਹੋ ਗਈ। ਹੁਣ ਜਾਂ ਜੇ ਕੋਈ ਬੰਦਾ ਦੂਜਾ ਆ ਵੀ ਗਿਆ, ਤੁਹਾਡਾ ਮਨ ਜਿਹੜਾ ਉਸ ਤੋਂ ਪ੍ਰਭਾਵਿਤ ਹੋਈ ਜਾਂਦਾ, ਇਹ ਮੇਰੇ ਤੋਂ ਅੱਗੇ ਨਾ ਲੰਘੇ, ਮੇਰੇ ਤੋਂ ਅੱਗੇ ਨਾ ਲੰਘੇ। ਇਸੇ ਹੀ ਤਰ੍ਹਾਂ ਆਪਾਂ ਜੀਵਨ ਦੇ ਵਿੱਚ ਲੋਕਾਂ ਨਾਲ ਰੇਸਾਂ ਲਾਈ ਜਾਂਦੇ ਆ। ਔਰ ਜਿਹੜੀਆਂ ਚੀਜ਼ਾਂ ਦੇ ਪਿੱਛੇ ਆਪਾਂ ਭੱਜਦੇ ਆ ਨਾ, ਉਹ ਤੇ ਇੱਕ ਪਾਣੀ ਦਿਖਦਾ ਹੈ, ਜਿੱਦਾਂ ਸੜਕ ਦੇ ਉੱਤੇ ਦਿਖਦਾ ਹੈ ਨਾ ਆਪਾਂ ਨੂੰ ਪਾਣੀ ਥੋੜਾ ਦੂਰ, ਤੇ ਉਹ ਆਪਾਂ ਨੂੰ ਲੱਗਦਾ ਕਿ ਪਾਣੀ ਆ। ਜਦੋਂ ਆਪਣੀ ਗੱਡੀ ਅੱਗੇ ਜਾਂਦੀ ਆ, ਉਹ ਪਾਣੀ ਹੁੰਦਾ ਨਹੀਂ, ਉਹ ਪਾਣੀ ਅੱਗੇ ਚੱਲ ਜਾਂਦਾ। ਇਸੇ ਹੀ ਤਰ੍ਹਾਂ ਜਿਹੜਾ ਹਿਰਨ ਆ, ਉਹਨੂੰ ਰੇਗਿਸਤਾਨ 'ਚ ਦਿਖਦਾ ਹੈ ਪਾਣੀ, ਉਹ ਤੇਰਾ ਤੁਰਿਆ ਜਾਂਦਾ। ਇੱਕ ਸਮਾਂ ਆਉਂਦਾ ਹੈ ਉਹਦੇ ਪ੍ਰਾਣ ਨਿਕਲ ਜਾਂਦੇ ਆ, ਉਹ ਬਹੁਤ ਦੂਰ ਆ ਗਿਆ ਰੇਗਿਸਤਾਨ। ਇਸੇ ਹੀ ਤਰ੍ਹਾਂ ਇਨਸਾਨ ਵੀ ਆਪਣਾ ਜੀਵਨ ਨਸ਼ਟ ਕਰ ਲੈਂਦਾ। ਉਹਦਾ ਮਨ ਜਿਹੜਾ ਹੈ ਨਾ, ਉਹਨੂੰ ਸਬਜ਼ ਬਾਗ ਦਿਖਾਈ ਜਾਂਦਾ ਹੈ, ਪਰ ਉਹ ਸੋਚਦਾ ਵੀ ਨਹੀਂ ਕਿ ਇਹਦਾ ਮੇਰਾ ਮਨ ਆ,
ਇੱਕ ਘੜੀ ਤੋਲਾ ਤੇ ਘੜੀ 'ਚ ਮਾਸਾ, ਇਹ ਤੇ ਇੱਕ ਭਾਵਨਾ ਵਾ, ਇਹ ਕੋਈ ਫਿਕਸ ਨਹੀਂ ਹੈਗਾ। ਫਿਕਸ ਤੁਹਾਡੀ ਬੁੱਧੀ ਹੈ, ਜਿਹੜੀ ਬੁੱਧੀ ਹੈ ਤੁਹਾਨੂੰ ਸਹੀ ਗਿਆਨ ਕਰਾਉਂਦੀ, ਪਰ ਬੁੱਧੀ ਦੀ ਗੱਲ ਸੁਣਦੇ ਨਹੀਂ ਆਪਾਂ। ਬੁੱਧੀ ਤੱਕ ਗੱਲ ਪਹੁੰਚ ਨਹੀਂ ਦਿੰਦੇ, ਪਹਿਲਾਂ ਹੀ ਮਨ ਨੂੰ ਕਹਿ ਦਿੰਦੇ ਆ ਤੇ ਮਨ ਕਰ ਦਿੰਦਾ। ਬਾਅਦ ਚ ਫਿਰ ਬੁੱਧੀ ਕਹਿੰਦੀ ਆ ਕਿ ਜਿਹੜਾ ਤੇਰਾ ਤਾਣਾ ਬਾਣਾ ਵਾ ਤੂੰ ਇੰਨਾ ਉਲਝਾ ਦਿੱਤਾ ਹੈ, ਇਹਨੂੰ ਸਿੱਧਾ ਨਹੀਂ ਕੀਤਾ ਜਾ ਸਕਦਾ। ਮਨ ਕਈ ਵਾਰ ਏਦਾਂ ਦੇ ਕੰਮ ਕਰ ਜਾਂਦਾ ਹੈ, ਪਰ ਬੰਦਾ ਪਛਤਾਉਂਦਾ ਹੈ। ਫਿਰ ਉਹ ਕਹਿੰਦੇ ਨੇ ਕਿ ਤਪਸਤਾਨੇ ਸੇ ਕਿਆ ਫਾਇਦਾ ਜਬ ਚਿੜੀਆ ਚੁਗੇ ਖੇਤ। ਜਦੋਂ ਬੰਦੇ ਨੂੰ ਕੋਈ ਚੰਗੀ ਮੱਤ ਦਿੰਦਾ ਹੈ ਨਾ, ਨਹੀਂ ਸੁਣਦਾ, ਐਡਾ ਮੂਰਖ ਹੋਊ, ਐਡਾ ਮੂਰਖ ਹੋਊ। ਪਰ ਜਦੋਂ ਬੰਦੇ ਦੇ ਪੈਰਾਂ ਥੱਲੋਂ ਜ਼ਮੀਨ ਨਿਕਲਦੀ ਹੈ ਨਾ, ਫਿਰ ਰੌਲਾ ਪਾਉਂਦਾ, ਹਾਏ ਮੈਂ ਕੀ ਕੀਤਾ। ਪਰ ਹੁਣ ਕੁਛ ਨਹੀਂ ਹੋ ਸਕਦਾ। ਜਦੋਂ ਤੈਨੂੰ ਕੋਈ ਸਮਝਾਉਣ ਦਿਆ ਸੀ, ਉਦੋਂ ਤੇ ਤੂੰ ਸੁਣੀ ਨਹੀਂ ਕਿਸੇ ਦੀ ਗੱਲ। ਮੁੜ ਕੇ ਤੂੰ ਰੌਲਾ ਪਾਈ ਜਾ, ਚੀਕਾਂ ਮਾਰੀ ਜਾ, ਫਿਰ ਵਕਤ ਕਿੱਥੇ ਮਾਫ਼ ਕਰਦਾ ਹੈ? ਕਿਉਂਕਿ ਵਕਤ ਦੀ ਚੱਕੀ ਦੇ ਵਿੱਚ ਜਦੋਂ ਦਾਣਾ ਫਸ ਜਾਂਦਾ ਹੈ ਨਾ, ਫਿਰ ਤੇ ਪਾਊਡਰ ਹੀ ਬਣਨਾ ਉੱਥੇ। ਇਸ ਕਰਕੇ ਜਿਹੜੇ ਔਗਣ ਭੋਗਦੇ ਆ ਨਾ, ਉਦੋਂ ਭੈਣ ਭਰਾ ਨੂੰ ਸਮਝਾਉਂਦੇ ਵੀ ਆ ਵੀ ਨਾ ਕੰਮ ਕਰੋ, ਪਰ ਬੰਦਾ ਸੁਣਦਾ ਹੀ ਨਹੀਂ, ਉਹਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਫਿਰ ਉਹ ਜਦੋਂ ਵਕਤ ਲੰਘ ਜਾਂਦਾ ਹੈ, ਫਿਰ ਭੈਣ ਭਰਾ ਵੀ ਭੱਜ ਭੁੱਜ ਜਾਂਦੇ ਆ, ਫਿਰ ਉਹ ਇਕੱਲਾ ਹੀ ਤੁਰਿਆ ਫਿਰਦਾ। ਫਿਰ ਉਹ ਸ਼ਦਾਈਆਂ ਵਾਲਾ ਜੀਵਨ ਹੀ ਹੁੰਦਾ ਬੰਦੇ ਦਾ, ਕਿਤੇ ਵਧੀਆ ਜੀਵਨ ਥੋੜੀ ਹੁੰਦਾ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਕਹਿੰਦੇ ਕਿ ਜਿਹੜਾ ਬੰਦੇ ਨੇ ਪ੍ਰਮਾਤਮਾ ਨੂੰ ਇਹਨੇ ਯਾਦ ਕੀਤਾ, ਉਹ ਬੰਦਾ ਕਾਹਦਾ ਹੈ? ਸਹੀ ਹੈ, ਬਿਲਕੁਲ। ਤੇ ਰਾਮਾ ਹਾਂ, ਜਿਹੜੇ ਬੰਦੇ ਦੀ ਜ਼ਿੰਦਗੀ ਚ ਰੱਬ ਨਾਮ ਦੀ ਕੋਈ ਸ਼ਕਤੀ ਦਾ ਹੋਂਦ ਹੀ ਨਹੀਂ ਹੈਗੀ, ਉਹ ਬੰਦਾ ਤੇ ਬਹੁਤਾ ਹੀ ਘਟੀਆ ਲੈਵਲ ਦਾ ਜੀਵਨ ਬਤੀਤ ਕਰ ਰਿਹਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਪਰਮਾਤਮਾ ਕੀ ਹੈ, ਮੈਂ ਕੀ ਆ, ਇਹ ਸੰਸਾਰ ਕੀ ਹੈ, ਕਿੱਥੋਂ ਆ ਗਿਆ। ਉਹਨੇ ਸੋਚਿਆ ਹੀ ਨਹੀਂ। ਉਹਨੇ ਇੰਨਾ ਹੀ ਸੋਚਿਆ, ਖਾ ਪੀ ਲਿਆ, ਸੌ ਲਿਆ, ਬਸ। ਨਹੀਂ ਪੈਸੇ ਹੈਗੇ ਤੇ ਲੋਕਾਂ ਦੇ ਖੋਲੋ, ਉਹ ਤਾਂ ਨਹੀਂ ਹੈਗੇ ਤੇ ਚੋਰੀ ਕਰ ਲੋ। ਗੁਰਕੀ ਸਾਹਿਬ, ਉਹ ਤਾਂ ਜਿਹੜਾ ਹੈਗਾ ਨਾ, ਮਤਲਬ ਜਿਹੜਾ ਹੈਗਾ ਇਨਸਾਨ ਦਾ ਜਾਮਾ ਜ਼ਰੂਰ ਹੈਗਾ, ਪਰ ਜਿਹੜਾ ਹੈਗਾ ਅੰਦਰੋਂ ਜਿਹੜਾ ਹੈਗਾ ਉਹ ਜਾਨਵਰ ਹੀ ਹੈਗਾ। ਫਿਰ ਬਾਣੀ ਚ ਲਿਖਿਆ, ਅਸੰਖ ਚੋਰ ਹਰਾਮ ਖੋਰ, ਅਸੰਖ ਗਲਵਡ ਹੱਤਿਆ ਕਮਾਏ। ਅਸੰਖ ਕਹੇ ਨਾ ਉਹਨੇ, ਅਣਗਿਣਤ। ਹਾਂਜੀ, ਅਭੀ ਤੱਕ ਬੋਲਦੇ ਜਿਸ कैसे मन तरेगा रे संसार सागर बिखे को बना, झूठी माया देख के भूला रे मना रहाओ। ਤੇ ਹੁਣ ਜਿਹੜੇ ਨਾਮਦੇਵ ਜੀ ਆਖਰੀ ਆਪਣਾ ਦੱਸ ਰਹੇ ਆ ਬਈ ਮੈਂ ਕਿਸ ਤਰ੍ਹਾਂ ਜਿਹੜਾ ਹੈਗਾ ਆਪਣਾ ਜੀਵਨ, ਉਹ ਇਹ 2 ਲਾਈਨਾਂ ਦੇ ਵਿੱਚ ਹੀ ਆਪਣਾ ਪੂਰਾ ਜੀਵਨ ਦੱਸ ਗਏ ਆ। ਛੀਪੇ ਕੇ ਘਰ ਜਨਮ ਦੈਲਾ, ਕਹਿੰਦੇ ਮੇਰੀ ਮਰਜ਼ੀ ਨਹੀਂ, ਮੇਰਾ ਕੋਈ ਇਹਦੇ ਵਿੱਚ ਰੋਲ ਨਹੀਂ ਹੈਗਾ। ਮੈਨੂੰ ਛੀਂਬੇ ਦੇ ਘਰ ਦੇ ਵਿੱਚ, ਸ਼ੀਡਿਊਲ ਕਾਸਟ ਦੇ ਵਿੱਚ ਮੈਨੂੰ ਪਰਮਾਤਮਾ ਨੇ ਜਨਮ ਦਿੱਤਾ ਹੈ। ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ, ਪਰ ਮਾਲਕ ਨੇ ਮੇਰੇ ਉੱਤੇ ਮਿਹਰ ਵੀ ਕੀਤੀ ਹੈ। ਮੈਨੂੰ ਬ੍ਰਹਮ ਗਿਆਨ ਮਿਲ ਗਿਆ, ਮੈਨੂੰ ਗੁਰੂਆਂ ਦਾ ਉਪਦੇਸ਼ ਮਿਲ ਗਿਆ, ਮੈਨੂੰ ਸਤ ਸੰਗਤ ਮਿਲ ਗਈ, ਮੈਨੂੰ ਸਾਧ ਸੰਗਤ ਮਿਲ ਗਈ। ਛੀਪੇ ਕੇ ਘਰ ਜਨਮ ਦੈਲਾ, ਗੁਰ ਉਪਦੇਸ਼ ਪਹਿਲਾ, ਸੰਤਾਂ ਕੇ ਪ੍ਰਸਾਦ ਨਾਮਾ ਹਰ ਭੇਟਲਾ। ਕਹਿੰਦੇ ਸੰਤਾਂ ਦੇ ਪ੍ਰਸਾਦ ਦੇ ਨਾਲ, ਸਾਧ ਸੰਗਤ ਦੇ ਨਾਲ, ਗੁਰ ਪ੍ਰਸਾਦ ਦੇ ਨਾਲ ਕਹਿੰਦੇ ਆ ਮੈਂ, ਨਾਮਦੇਵ ਜੀ ਕਹਿੰਦੇ ਆ, ਮਾਲਕ ਪਰਮਾਤਮਾ ਤੱਕ ਚਲਾ ਗਿਆ। ਮਾਲਕ ਮੈਨੂੰ ਮਿਲ ਗਿਆ, ਮੇਰੇ ਅੰਦਰ ਪ੍ਰਗਟ ਹੋ ਗਿਆ, ਮੇਰਾ ਜਿਹੜਾ ਹੈਗਾ ਮਨੁੱਖੀ ਜੂਨ ਜਿਹੜੀ ਹੈ ਸਫਲ ਹੋ ਗਈ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿ ਰਹੇ ਨੇ ਕਿ ਬੇਸ਼ੱਕ ਮੇਰਾ ਜਨਮ ਜਿਹੜਾ ਨਾ ਇੱਕ ਸਧਾਰਨ ਪਰਿਵਾਰ ਚ ਹੋਇਆ, ਤੇ ਬਾਅਦ ਦੇ ਵਿੱਚ ਮੇਰਾ ਮੇਲ ਐਸੀ ਸੰਗਤ ਨਾਲ ਹੋ ਗਿਆ, ਉਹਨਾਂ ਗੁਰਮੁਖਾਂ ਦੇ ਨਾਲ ਹੋ ਗਿਆ, ਤੇ ਜਿਹੜਾ ਮੇਰਾ ਜੀਵਨ ਸੀ ਉੱਚਾ ਸੰਗਤ ਦਾ ਹੀ ਪ੍ਰਭਾਵ ਹੈ। ਸਾਧ ਸੰਗਤ ਜੀ, ਉਹਦਾ ਬੰਦੇ ਨੂੰ ਕਿੱਥੇ ਪਤਾ ਲੱਗਦਾ ਜੀਵਨ ਨੂੰ ਜੀਣਾ ਕਿੱਦਾਂ। ਜਿਹੜੀ ਬਾਣੀ ਦੀ ਆਪਾਂ ਸੰਗਤ ਕਰ ਰਹੇ ਹਾਂ, ਇੱਥੋਂ ਹੀ ਤੇ ਆਪਾਂ ਨੂੰ ਗਿਆਨ ਹੋਣਾ ਹੈ। ਹਾਂ, ਹੁਣ ਦੇਖ ਲਓ ਨਾ, ਆਪਾਂ ਬ੍ਰਹਮ ਗਿਆਨੀਆਂ ਨੂੰ ਪੜ੍ਹ ਰਹੇ ਹਾਂ, ਉਹਨਾਂ ਦੀ ਵਿਚਾਰ ਕਰ ਰਹੇ ਹਾਂ। ਇਹ ਤੁਸੀਂ ਆਪ ਜਸਟ ਸੋਚੋ, ਇੱਕ ਘੰਟੇ ਚ ਕੇਵਲ 5-6 ਲਾਈਨਾਂ ਹੁੰਦੀਆਂ ਸਾਡੇ। ਕਿੰਨਾ ਉਹਨੂੰ ਖੋਲਣਾ ਪੈਂਦਾ ਹੈ, ਉਹਨੂੰ ਸਮਝਣਾ ਪੈਂਦਾ ਹੈ। ਉਹ ਬ੍ਰਹਮ ਗਿਆਨੀ ਉਸ ਟਾਈਮ ਤੇ ਕਿਹੜੀ ਕਥਾ ਕਰ ਰਹੇ ਨੇ, ਕੀ ਕਹਿ ਰਹੇ ਨੇ, 700-800 ਸਾਲ ਦਾ ਫਰਕ ਹੈ। ਉਹ ਚੀਜ਼ ਨੂੰ ਸਮਝਣਾ ਆਪ ਜਸਟ ਸੋਚੋ। ਹੁਣ ਇੱਕ ਪਾਠ ਆ, ਤੁਸੀਂ ਘੰਟੇ ਚ, ਤੁਸੀਂ ਮੈਨੂੰ ਲੱਗਦਾ ਕਿ ਇੱਕ ਵੱਡਾ ਪੂਰਾ ਪਾਠ ਪੜ੍ਹ ਲੈਣਾ। ਕਿੰਨਾ ਵੱਡਾ ਨਿਜਰ ਸਾਹਿਬ, ਸਹੀ ਹੈ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇੱਕ ਘੰਟੇ ਚ ਜਿਹੜਾ ਹੈਗਾ 30 ਅੰਗ ਨਹੀਂ ਜਿਹੜੇ ਕਰਦੇ ਨਾ, ਉਹਨੂੰ ਕਹਿੰਦੇ ਆ ਵੀ ਤੂੰ ਪਾਠ ਨਹੀਂ, ਕੱਲ ਤੋਂ ਨਹੀਂ ਆਉਣਾ ਪਾਠ ਕਰਨ ਵਾਸਤੇ। ਤੁਸੀਂ ਵੇਖ ਲਓ, ਅਸੀਂ ਮਰ ਕੇ 3-4 ਲਾਈਨਾਂ ਹੀ ਪੜ੍ਹ ਸਕਦੇ ਹਾਂ। ਬੜੀ ਮੁਸ਼ਕਲ ਨਾਲ 5 ਲੈਣਾ 7 ਲੈਣਾ ਪੜਾਂਗੇ, ਤੇ ਨਾਲ ਹੀ ਇੱਕ ਅੰਗ ਨਹੀਂ ਪੂਰਾ। ਮੈਂ ਵੇਖਣਾ ਕਈ ਵਾਰੀ ਇੱਕ ਅੰਗ ਤੇ ਸਾਡੇ 2-2, 3-3 ਦਿਨ ਲੱਗ ਜਾਂਦੇ ਆ। ਤੇ ਉਹ ਬਾਣੀ ਤੇ ਪੜ੍ਹਨ ਦਾ ਨਹੀਂ, ਉਹ ਸਮਝਣ ਦਾ ਵਿਸ਼ਾ ਹੈ। ਉਹ ਕਹਿ ਕੇ ਕੀ ਗਏ, ਆਪਾਂ ਬਸ
ਸਪੀਡ ਤੇ ਗੱਡੀ ਨੱਪੀ, ਪਤਾ ਹੀ ਉਦੋਂ ਲੱਗਾ ਜਦੋਂ ਬਾਣੀ ਦੀ ਸਮਾਪਤੀ ਹੋ ਗਈ, ਆਖਿਰ ਤੇ ਪਹੁੰਚ ਜਾਂਦੇ। ਤਾਂ ਬਾਣੀ ਜਿਹੜੀ ਸਮਝਣ ਦਾ ਵਿਸ਼ਾ ਹੈ, ਨਾ ਕਿ ਪੜ੍ਹਨ ਤੇ ਬੋਲਣ ਦਾ ਵਿਸ਼ਾ। ਠੀਕ ਹੈ, ਪੜ੍ਹਨਾ ਬੋਲਣਾ ਜ਼ਰੂਰੀ ਆ, ਪਰ ਪਤਾ ਤੇ ਲੱਗੇ ਵਿੱਚ ਲਿਖਿਆ ਕੀ ਹੈ, ਕਹਿਣਾ ਕੀ ਚਾਹੁੰਦੇ ਆ। ਇਹ ਤੇ ਮੈਸੇਜ ਨੇ, ਸਾਨੂੰ ਨਿਰਦੇਸ਼ ਦੇ ਕੇ ਗਏ ਨੇ ਕੀ ਕਰਨਾ ਜਾਂ ਕੀ ਨਹੀਂ ਕਰਨਾ। ਠੀਕ ਹੈ ਸਾਧ ਸੰਗਤ ਜੀ, ਜੇ ਇਹ ਮੈਸੇਜ ਵੀ ਜਿਹੜਾ ਕੋਡ ਦੇ ਵਿੱਚ ਹੈਗੇ ਆ, ਕਿਉਂਕਿ ਇਹਨੂੰ ਡੀਕੋਡ ਨਹੀਂ ਕਰਾਂਗੇ ਤੇ ਫਿਰ ਮੈਸੇਜ ਵੀ ਨਹੀਂ ਆਪਾਂ ਜਿਹੜੇ ਹੈਗੇ, ਜੇ ਡੀਕੋਡ ਹੀ ਨਹੀਂ ਕੀਤਾ, ਕਿਉਂਕਿ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਇਹ ਤਾਂ ਮੁੰਦਾਵਣੀ ਹੈਗੀ, ਪਹੇਲੀ ਹੈਗੀ ਆ, ਤੇ ਇਹਨੂੰ ਪਹੇਲੀ ਨੂੰ ਬੁੱਝਣਾ ਪੈਣਾ ਪਾਏ। ਇਹ ਕੋਈ ਸ਼ਬਦ ਅਰਥ ਥੋੜੀ ਨਾ ਹੈਗੇ, ਇਹਦੇ ਜਿਹੜੇ ਗ੍ਰਾਮਰ ਦੇ ਹਿਸਾਬ ਦੇ ਨਾਲ ਇਹਦੇ ਜਿਹੜੇ ਹੈਗੇ ਇਹਦੇ ਮੀਨਿੰਗ ਲੈ ਲਓ ਨਾ, ਇਹਦੇ ਅੰਦਰ ਕੀ ਹੈ, ਇਹ ਕਹਿਣਾ ਕੀ ਚਾਹੁੰਦੀ ਹੈ, ਕਿ ਸਾਡੇ ਵਾਸਤੇ ਪ੍ਰੈਕਟੀਕਲ ਅਸੀਂ ਕੀ ਕਰਨਾ ਹੈ, ਕੀ ਇਹਦੇ ਤੋਂ ਜਿਹੜਾ ਹੈਗਾ ਆਪਣੇ ਅੰਦਰ ਚੇਂਜਸ ਲੈ ਕੇ ਆਉਣੇ ਆ, ਕਿਹੜੀਆਂ ਚੀਜ਼ਾਂ ਆਪਾਂ ਨੇ ਧਾਰਨ ਕਰਨੀਆਂ, ਕਿਹੜੀਆਂ ਚੀਜ਼ਾਂ ਛੱਡਣੀਆਂ ਹੈਗੀਆਂ। ਇਹ ਮਤਲਬ ਇਹ ਗਿਆਨ ਦੇ ਰਹੀ ਹੈ ਭਾਈ, ਇਸ ਤੋਂ ਇਹ ਚੀਜ਼ ਲੈਣੀ ਆ ਆਪਾਂ ਨੇ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਮੈਡੀਕਲ ਸਟੋਰ ਦੇ ਵਿੱਚ ਦਵਾਈ ਪਈ ਆ, ਬੜੇ ਵਧੀਆ ਮੈਡੀਸਨ ਪਈ ਆ, ਐਂਟੀਬਾਇਓਟਿਕ ਪਏ ਆ, ਪਰ ਉਹ ਖਾਣ ਦਾ ਇੱਕ ਤਰੀਕਾ ਹੈ। ਇਹ ਨਹੀਂ ਹੁਣ ਜਿਹੜਾ ਮਰਜ਼ੀ ਉੱਥੇ ਲਿਖਿਆ ਆਪਾਂ ਪੜ੍ਹ ਕੇ, ਤੇ ਉਹ ਤੇ ਕੰਪਿਊਟਰ ਵੀ ਪੜ੍ਹ ਲੈਂਦਾ, ਪਰ ਪੜ੍ਹਨ ਦੇ ਨਾਲ ਉਹਨੂੰ ਨਹੀਂ ਪਤਾ ਕਿ ਇਹ ਕਿਹੜੀ ਬਿਮਾਰੀ ਨੂੰ ਕਿੱਦਾਂ ਆਪਾਂ ਕੱਟਣਾ। ਠੀਕ ਹੈ, ਇਸ ਕਰਕੇ ਬਾਣੀ ਜਿਹੜੀ ਆ, ਬਾਣੀ ਨੂੰ ਸਮਝਣਾ ਹੋਵੇ, ਇਹਦੀ ਕਥਾ ਸੁਣੋ, ਕਥਾ ਉਹਦੀ ਬਾਰ-ਬਾਰ ਸੁਣੋ, ਉਹ ਸੰਗਤ ਕਰੋ, ਉਹਨਾਂ ਲੋਕਾਂ ਦੀ ਸੰਗਤ ਕਰੋ ਜਿਹੜੇ ਅਸਲ ਤੇ ਬਾਣੀ ਦਾ ਜਿਹੜਾ ਭਾਵ ਅਰਥ ਆ ਉਹਨੂੰ ਪ੍ਰਗਟ ਕਰਨ ਦੇ ਯੋਗ ਹੋਣ। ਕਿਉਂਕਿ ਇਹ ਨਹੀਂ ਆ ਕਿ ਕੋਈ ਬੰਦਾ ਹੁਣ ਮਿਰਗ ਤ੍ਰਿਸ਼ਨਾ ਚ ਆਪ ਤੁਰਿਆ ਫਿਰੇ ਔਰ ਬਾਅਦ ਦੇ ਵਿੱਚ ਬਾਣੀ ਦੀ ਵਿਆਖਿਆ ਕਰਦੇ, ਉਹ ਕਿੱਥੋਂ ਕਰ ਸਕਦਾ? ਉਹਦੀ ਬਾਣੀ ਉਹ ਬੋਲੇਗਾ ਤਾਂ ਉਹਦਾ ਅਸਰ ਹੀ ਨਹੀਂ ਹੋਣਾ, ਕਿਉਂਕਿ ਉਹ ਬਾਣੀ ਚ ਖਾਸ ਕਰਕੇ ਇਹ ਚੀਜ਼ ਨੂੰ ਮਨਾ ਕੀਤਾ, ਅਵਰ ਉਪਦੇਸ਼ੇ ਆਪ ਨਾ ਕਰੇ। ਜਿਹੜਾ ਬੰਦਾ ਦੂਜੇ ਨੂੰ ਉਪਦੇਸ਼ ਕਰਦਾ, ਖੁਦ ਨਹੀਂ ਕਰਦਾ, ਲਫ਼ਜ਼ਾਂ ਚ ਦਮ ਹੀ ਨਹੀਂ ਹੋਣਾ। ਹਨ ਜੀ ਸਰ, ਆਵਤ ਜਾਵਤ ਜਨਮੈ ਮਾਰੇ। ਹਾਂ, ਉਹ ਬੰਦਾ ਆਪਣੇ ਆਪ ਨੂੰ ਧੋਖਾ ਦਿੰਦਾ, ਉਹ ਖੁਦ ਆਪ ਵੀ ਆਉਂਦਾ ਤੇ ਜੰਮਦਾ ਤੇ ਮਰਦਾ, ਉਹ ਫਿਰ ਦੂਜਿਆਂ ਨੂੰ ਵੀ ਭਟਕਾ ਜਾਂਦਾ। ਤੇ ਅੱਜ ਦੀ ਵਿਚਾਰ ਇੱਥੇ ਨਿਜਰ ਸਾਹਿਬ ਸਮਾਪਤ ਕਰੀਏ। ਹਾਂਜੀ, ਬਹੁਤ ਵਧੀਆ ਗੋਗੀ ਸਾਹਿਬ, ਅੱਜ ਬਹੁਤ ਵਧੀਆ ਵਿਚਾਰ ਹੈ ਜੀ। ਹਾਂਜੀ ਹਾਂਜੀ ਠੀਕ।